ਲਾਪਰਵਾਹੀ ਦੇ ਨਾਲ ਬੈਠਣ ਵਾਲਾ ਚੱਲਣ ਵਾਲਾ ਹਮੇਸ਼ਾ ਘਾਟੇ ਨੂੰ ਪਾਉਂਦਾ ਆ, ਅਸਫਲ ਹੋ ਜਾਂਦਾ। ਲੇਕਿਨ ਪਰਮੇਸ਼ਵਰ ਨੇ ਸੱਦਿਆ ਆ ਤੇ ਉਹਨੇ ਇਸੇ ਲਈ ਸੱਦਿਆ ਦਾ ਇੱਕੋ ਹੀ ਮਕਸਦ ਆ ਕਿ ਤੁਹਾਡੇ ਜੀਵਨ ਨੂੰ ਸਾਰੇ ਘਾਟਿਆਂ ਤੇ ਮੁਸ਼ਕਲਾਂ ਤੇ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ। ਤੇ ਅੱਜ ਜਦ ਆਏ ਆ ਤੇ ਮੇਰੇ ਜੋ ਸਾਨੂੰ ਜ਼ਰੂਰਤ ਆ ਕਿ ਅਸੀਂ ਪਰਮੇਸ਼ਵਰ ਨੂੰ ਤੱਕਦੇ ਰਹੀਏ। ਜਿੰਨਾ ਚਿਰ ਇਨਸਾਨ ਤੱਕਦਾ ਰਹਿੰਦਾ ਆ, ਨੀਵਾਂ ਹੋ ਕੇ ਰਹਿੰਦਾ ਆ ਔਰ ਪਰਮੇਸ਼ਵਰ ਨੂੰ ਹਮੇਸ਼ਾ ਵਚਨਾਂ ਦੇ ਥਰੂ ਭਾਲਦਾ ਰਹਿੰਦਾ ਆ, ਉਹ ਹਮੇਸ਼ਾ ਇਨਸਾਨ ਬਚਾਇਆ ਜਾਂਦਾ ਆ, ਬਚਿਆ ਰਹਿੰਦਾ ਆ। ਇਸੇ ਲਈ ਪ੍ਰਭੂ ਦਾ ਦਾਸ ਦਾਊਦ ਜ਼ਬੂਰਾਂ ਦੀ ਕਿਤਾਬ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਆ। ਪੜਾਂਗੇ, ਧਿਆਨ ਦੇ ਨਾਲ ਸੁਣਾਂਗੇ। ਜ਼ਬੂਰਾਂ ਦੀ ਕਿਤਾਬ 34 ਅਧਿਆਇ ਉਹਦੀ 4 ਆਇਤ। ਉਹਨਾਂ ਨੇ ਉਹਦੀ ਵੱਲ ਤੱਕਿਆ ਅਤੇ ਉਜਲੇ ਹੋ ਗਏ। ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ। 34 ਦੀ 4 ਤੋਂ ਮੈਂ ਯਹੋਵਾ ਨੂੰ ਭਾਲਿਆ ਅਤੇ ਉਸਨੇ ਮੈਨੂੰ ਉੱਤਰ ਦਿੱਤਾ ਅਤੇ ਮੇਰੀਆਂ ਸਭਨਾਂ ਪੈ ਜਲਾਂ ਤੋਂ ਮੈਨੂੰ ਛੁਡਾਇਆ। 5 ਆਇਤ। ਉਹਨਾਂ ਨੇ ਉਹਦੀ ਵੱਲ ਤੱਕਿਆ ਅਤੇ ਉਜਲੇ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ। 6 ਆਇਤ। ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾ ਨੇ ਸੁਣਿਆ ਅਤੇ ਉਹਦੀਆਂ ਸਾਰੀਆਂ ਦੁੱਖਾਂ ਤੋਂ ਉਹਨੂੰ ਬਚਾਇਆ। ਹਾਲੇਲੂਇਆ। ਸੋ ਅੱਜ ਦੇ ਇਸ ਪਵਿੱਤਰ ਵਚਨ ਦੇ ਵਿੱਚ ਅਸੀਂ ਨਿਗਾਹ ਮਾਰਨੀ ਆ, ਝਾਤ ਮਾਰਨੀ ਆ ਕਿ ਪ੍ਰਭੂ ਦਾ ਦਾਸ ਦਾਊਦ ਜੋ ਗੱਲਾਂ ਕਰ ਰਿਹਾ ਆ, ਇਹ 3 ਤਰ੍ਹਾਂ ਦੇ ਮਨੁੱਖਾਂ ਦੀ ਗੱਲ ਕੀਤੀ ਆ, 3 ਤਰ੍ਹਾਂ ਦੇ ਸੁਭਾਅ ਦੀ ਗੱਲ ਕੀਤੀ ਆ। ਔਰ ਇਹ ਤਿੰਨੇ ਸੁਭਾਅ ਜਿਹੜੇ ਆ ਇੱਕ ਵਿਸ਼ਵਾਸੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ। ਤੇ ਜਦੋਂ ਐਦਾਂ ਦਾ ਸੁਭਾਅ ਸਾਡੇ ਅੰਦਰ ਆ ਜਾਏਗਾ, ਜ਼ਰੂਰ ਆ ਕਿ ਪਰਮੇਸ਼ਵਰ ਸਾਨੂੰ ਭੈਜਲਾਂ ਤੋਂ ਬਚਾਵੇਗਾ, ਜ਼ਰੂਰ ਆ ਪਰਮੇਸ਼ਵਰ ਦੁੱਖਾਂ ਤੋਂ ਬਚਾਵੇਗਾ, ਜ਼ਰੂਰ ਆ ਕਿ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਮੇਰੇ ਜੋ ਆਪਣੇ ਪ੍ਰਕਾਸ਼, ਆਪਣੇ ਪ੍ਰਤਾਪ ਨੂੰ ਪ੍ਰਗਟ ਵੀ ਕਰੇਗਾ। ਹਾਲੇਲੂਇਆ। ਇਹ ਤਿੰਨੋਂ ਸੁਭਾਅ ਕਿੱਦਾਂ ਦੇ ਆ? ਫਿਰ ਪੜਦਾ ਮੈਂ, ਕਹਿੰਦਾ ਮੈਂ ਯਹੋਵਾ ਨੂੰ ਭਾਲਿਆ ਤੇ ਉਸਨੇ ਮੈਨੂੰ ਉੱਤਰ ਦਿੱਤਾ। ਇੱਥੇ ਭਾਲਣ ਦੀ ਗੱਲ ਆ ਕਿ ਅਸੀਂ ਪਰਮੇਸ਼ਵਰ ਨੂੰ ਕਿੰਨਾ ਕੁ ਭਾਲਦੇ ਆ ਆਪਣੀਆਂ ਮੁਸ਼ਕਲਾਂ ਤੇ ਆਪਣੀਆਂ ਪਰੇਸ਼ਾਨੀਆਂ ਦੇ ਵੇਲੇ, ਕਿੰਨਾ ਕੁ ਭਾਲਦੇ ਆ ਅਸੀਂ ਦੁੱਖਾਂ ਦੇ ਵੇਲੇ, ਕਿੰਨਾ ਕੁ ਭਾਲਦੇ ਆ ਅਸੀਂ ਮੇਰੇ ਜੋ ਆਪਣੀਆਂ ਤੰਗੀਆਂ ਦੇ ਵੇਲੇ ਉਸ ਪਰਮੇਸ਼ਵਰ ਨੂੰ। ਕਿਉਂਕਿ ਹਰੇਕ ਮਨੁੱਖ ਦਾ ਸੁਭਾਅ ਆ ਕਿ ਜਦੋਂ ਮੁਸ਼ਕਲ ਪਰੇਸ਼ਾਨੀ ਆਉਂਦੀ ਹੈ, ਉਹ ਪਰਮੇਸ਼ਵਰ ਨੂੰ ਭਾਲਣ ਦੀ ਬਜਾਏ ਉਹ ਹੋਰ ਦੁਨਿਆਵੀ ਮਦਦਗਾਰ ਨੂੰ ਭਾਲਣਾ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਉਹ ਹਮੇਸ਼ਾ ਅਸਫਲ ਹੋ ਜਾਂਦੇ ਆ। ਦੂਸਰਾ ਸੁਭਾਅ ਆ ਕਿ ਉਹਨਾਂ ਨੇ ਉਹਦੀ ਵੱਲ ਤੱਕਿਆ ਤੇ ਉਹ ਉਜਲੇ ਹੋ ਗਏ। ਤੱਕਣਾ, ਜਦ ਤੱਕ ਇਨਸਾਨ ਪਰਮੇਸ਼ਵਰ ਨੂੰ ਤੱਕਦਾ ਰਹਿੰਦਾ ਆ ਤੇ ਖੁਦਾ ਆਪਣੀ ਕਿਰਪਾ ਨੂੰ ਪ੍ਰਗਟ ਕਰਦਾ ਆ। ਤੇ ਜਦੋਂ ਤੱਕਣਾ ਛੱਡ ਦਿੱਤਾ ਜਾਂਦਾ ਆ, ਖੁਦਾ ਵੀ ਆਪਣੇ ਬੰਦੇ ਨੂੰ ਵੇਖਣਾ ਛੱਡ ਦਿੰਦਾ ਆ। ਨੰਬਰ 3 ਤੇ ਇਸ ਮਸਕੀਨ ਨੇ ਪੁਕਾਰਿਆ ਤੇ ਯਹੋਵਾ ਨੇ ਸੁਣਿਆ। ਮਸਕੀਨ ਦਾ ਮਤਲਬ ਕੀ ਆ? ਨੀਵਾਂ ਹੋਣਾ। ਮਸਕੀਨ ਦਾ ਮਤਲਬ ਮੇਰੇ ਜੋ ਨੀਵਾਂ ਹੋਣਾ, ਆਪ ਕੇ ਆਪਣੇ ਆਪ ਨੂੰ ਨਮਰ ਕਰ ਲੈਣਾ, ਆਪਣੇ ਆਪ ਨੂੰ ਅਧੀਨ ਕਰ ਲੈਣਾ। ਜਿਹੜਾ ਇਨਸਾਨ ਨਮਰ ਹੋ ਕੇ ਖੁਦਾ ਨੂੰ ਤੱਕਦਾ ਆ, ਉਹਨੂੰ ਭਾਲਦਾ ਆ, ਖੁਦਾ ਉਹਨੂੰ ਹਰ ਆਫਤ ਤੋਂ ਛਡਾਉਂਦਾ ਹੀ ਨਹੀਂ ਆ, ਬਲਕਿ ਉਹਨੂੰ ਦੁੱਖਾਂ ਤੋਂ ਬਚਾਉਂਦਾ ਵੀ ਆ ਤੇ ਆਪਣੇ ਪ੍ਰਕਾਸ਼, ਆਪਣੇ ਪ੍ਰਤਾਪ, ਆਪਣੀ ਜੋਤੀ ਨੂੰ ਉਹਦੇ ਉੱਤੇ ਚਮਕਾ ਵੀ ਦਿੰਦਾ ਆ। ਅੱਜ ਸਾਡੇ ਅੰਦਰ ਇਸ ਸੁਭਾਅ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਤੋਂ ਇਸ ਆਸ ਨਾਲ, ਜਿਹੜੇ ਚਰਚ ਵਿੱਚ ਇਸ ਆਸ ਨਾਲ ਆਉਂਦੇ ਆ ਕਿ ਰੱਬ ਸਾਡੇ ਜੀਵਨ 'ਚ ਕੰਮ ਕਰੇ, ਪ੍ਰਭੂ ਸਾਡੇ ਜੀਵਨ 'ਚ ਬਚਾ ਲੈ ਕੇ ਆਵੇ, ਪਰਮੇਸ਼ਵਰ ਆਪਣੇ ਪ੍ਰਤਾਪ ਨੂੰ ਸਾਡੇ ਜੀਵਨ ਦੇ ਵਿੱਚ ਉਤਾਰੇ। ਉਹਦਾ ਮਰੇਜ਼ੋ ਉਦੋਂ ਹੀ ਇਹ ਕੰਮ ਹੋਣਗੇ, ਉਦੋਂ ਹੀ ਇਹ ਇੱਛਾ ਪੂਰੀ ਹੋਵੇਗੀ ਜਦੋਂ ਅਸੀਂ ਪਰਮੇਸ਼ਵਰ ਦੇ ਕੋਲ ਪੂਰੀ ਅਧੀਨਗੀ ਦੇ ਨਾਲ, ਨਮਰਤਾ ਦੇ ਨਾਲ ਆਵਾਂਗੇ। ਮਸਕੀਨ ਭਾਵ ਬਿਲਕੁਲ ਨੀਵਾਂ ਹੋ ਕੇ ਆਉਣਾ। ਉਸ ਤੋਂ ਬਾਅਦ ਮਰੇਜ਼ੋ ਨੂੰ ਭਾਲਣਾ, ਪਰਮੇਸ਼ਵਰ ਨੂੰ ਭਾਲਣਾ। ਬਾਈਬਲ 'ਚ ਲਿਖਿਆ ਗਿਆ ਯਹੋਵਾ ਨੂੰ ਭਾਲੋ ਜਦ ਤੱਕ ਉਹ ਨਾ ਲੱਭੇ। ਯਹੋਵਾ ਨੂੰ ਭਾਲੋ ਤੇ ਜੀਓ। ਮਸਕੀਨ ਹੋ ਕੇ ਹੀ ਪਰਮੇਸ਼ਵਰ ਨੂੰ ਭਾਲਿਆ ਜਾ ਸਕਦਾ ਆ।
ਆਪਣੇ ਆਪ ਦੇ ਵਿੱਚ, ਆਪਣੇ ਰੁਤਬੇ, ਆਪਣੇ ਬਸ਼ਰ ਦੇ ਜ਼ੋਰ, ਆਪਣੀ ਬੁੱਧ ਨਾਲ ਤੁਸੀਂ ਕਦੀ ਵੀ ਪਰਮੇਸ਼ਰ ਨੂੰ ਭਾਲ ਨਹੀਂ ਸਕਦੇ। ਪ੍ਰਭੂ ਕੋਲ ਆਉਂਦੇ ਜ਼ਰੂਰ ਆ, ਲੇਕਿਨ ਚੱਲਦੇ ਆਪਣੀ ਬੁੱਧ ਦੇ ਨਾਲ, ਆਪਣੀ ਅਕਲ ਦੇ ਨਾਲ। ਜੋ ਮਨ ਆਉਂਦਾ ਆ ਸੋ ਅਸੀਂ ਕਰਦੇ ਆ, ਜੋ ਸਾਡੀ ਇੱਛਾ ਆ ਸੋ ਹੀ ਅਸੀਂ ਕਰਦੇ ਆ। ਸਿਰਫ ਇੱਕ ਫਾਰਮੈਲਿਟੀ ਲਈ ਆ। ਮੇਰੇ ਜੋ ਭਗਤੀ ਜਿਹੜੀ ਆ ਪਰਮੇਸ਼ਰ ਨੂੰ ਭਾਲਣ ਤੋਂ ਸਟਾਰਟ ਹੁੰਦੀ ਆ, ਤੇ ਭਾਲ ਤੱਕ ਨਹੀਂ ਸਕਦੇ ਸੀ ਜਦ ਤੱਕ ਅਸੀਂ ਬਿਲਕੁਲ ਨਮਰ ਨਹੀਂ ਹੋ ਜਾਂਦੇ, ਪਰਮੇਸ਼ਰ ਦੇ ਅੱਗੇ ਅਧੀਨ ਨਹੀਂ ਹੋ ਜਾਂਦੇ। ਤੇ ਅਧੀਨ ਇਨਸਾਨ ਹਮੇਸ਼ਾ ਬਚਨਾਂ ਦੀ ਆਗਿਆਕਾਰੀ ਕਰਦਾ ਆ। ਅਧੀਨਗੀ ਦਾ ਮਤਲਬ ਕਿ ਪਰਮੇਸ਼ਰ ਨੇ ਜੋ ਸਾਨੂੰ ਲਿਖਤੀ ਰੂਪ ਚ ਬਾਈਬਲ ਚ ਕਹਿ ਦਿੱਤਾ, ਪ੍ਰਭੂ ਦੇ ਮੁਖ ਚੋਂ ਨਿਕਲਿਆ ਹਰੇਕ ਵਚਨ ਮੇਰੇ ਯੂਜ਼ੋ ਜਦੋਂ ਅਸੀਂ ਪੂਰਾ ਕਰਦੇ ਹਾਂ ਤੇ ਸਮਝੋ ਕਿ ਅਸੀਂ ਨਮਰ ਆ, ਪਰਮੇਸ਼ਰ ਦੇ ਅੱਗੇ ਅਧੀਨ ਆ। ਸ਼ਬਦਾਂ ਤੋਂ ਤੁਸੀਂ ਆਪਣੇ ਆਪ ਨੂੰ ਨਹੀਂ ਕਹਿ ਸਕਦੇ ਮੈਂ ਮਸਕੀਨ ਆ, ਮੈਂ ਨਮਰ ਆ, ਮੈਂ ਅਧੀਨ ਆ। ਸ਼ਬਦਾਂ ਤੋਂ ਨਹੀਂ, ਬਲਕਿ ਤੁਸੀਂ ਕਰਨੀਆਂ ਤੋਂ ਪ੍ਰਗਟ ਕਰਨਾ ਆ ਕਿ ਅਸੀਂ ਕਿੰਨੇ ਕੁ ਨਮਰ ਆ ਪ੍ਰਭੂ ਦੇ ਅੱਗੇ, ਕਿੰਨੇ ਕੁ ਅਧੀਨ ਆ ਪ੍ਰਭੂ ਦੇ ਅੱਗੇ, ਕਿੰਨੇ ਕੁ ਪਰਮੇਸ਼ਰ ਦੇ ਅੱਗੇ ਮਸਕੀਨ ਆ। ਨੀਵਾਂਪਨ ਸ਼ਬਦਾਂ ਦੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਮੈਂ ਬਹੁਤ ਨੀਵਾਂ ਆ ਪਰਮੇਸ਼ਰ ਦੇ ਅੱਗੇ। ਚੱਲੀਏ ਆਪਣੀ ਠਾਠ ਦੇ ਵਿੱਚ, ਚੱਲੀਏ ਅਸੀਂ ਪ੍ਰਭੂ ਦੀ ਆਤਮਾ ਦੀ ਗਵਾਹੀ ਤੋਂ ਬਗੈਰ, ਚੱਲੀਏ ਅਸੀਂ ਪਰਮੇਸ਼ਰ ਦੇ ਵਚਨ ਤੋਂ ਬਗੈਰ। ਚੱਲੇ ਬੰਦਾ ਪਰਮੇਸ਼ਰ ਦੇ ਵਚਨ ਤੋਂ ਉਲਟ ਤੇ ਮੁਖ ਤੋਂ ਬੋਲੇ ਕਿ ਮੈਂ ਅਧੀਨ ਆ। ਮੇਰੇ ਜੋ ਅਧੀਨਗੀ ਕਰਨੀਆਂ ਤੋਂ ਪ੍ਰਗਟ ਹੁੰਦੀ ਆ, ਨਾ ਕਿ ਸ਼ਬਦਾਂ ਤੋਂ। ਹਾਲੇਲੂਇਆ। ਤੀਜੇ ਨੰਬਰ ਤੇ ਮੇਰੇ ਜੋ ਬਾਈਬਲ ਬਿਆਨ ਕਰਦੀ ਆ ਕਿ ਤੱਕਣਾ। ਪਰਮੇਸ਼ਰ ਹਰ ਦੁੱਖ, ਹਰ ਮੁਸ਼ਕਲ ਦੇ ਵੇਲੇ ਕੇਵਲ ਪਰਮੇਸ਼ਰ ਨੂੰ ਤੱਕਣਾ। ਤੇ ਜਿੰਨਾ ਚਿਰ ਇਨਸਾਨ ਤੱਕਦਾ ਨਹੀਂ ਆ ਤਦ ਤੱਕ ਇਨਸਾਨ ਜਿੱਤੇਗਾ ਵੀ ਨਹੀਂ। ਬਾਈਬਲ ਚ ਲਿਖਿਆ ਗਿਆ ਜਦੋਂ ਚੇਲੇ ਬੇੜੀ ਦੇ ਦੁਆਰਾ ਝੀਲ ਪਾਰ ਕਰਨ ਦੇ ਲਈ ਨਿਕਲੇ ਤੇ ਬੇੜੀ ਅੱਧ ਵਿਚਕਾਰ ਚਲੀ ਗਈ। ਤੇ ਲਿਖਿਆ ਬਾਈਬਲ ਦੇ ਵਿੱਚ ਕਿ ਯਿਸੂ ਮਸੀਹ ਨੂੰ ਕੋਈ ਕਿਨਾਰੇ ਤੇ ਬੇੜੀ ਨਹੀਂ ਮਿਲੀ ਤੇ ਉਹ ਪਾਣੀ ਦੇ ਉੱਤੇ ਤੁਰਦਾ ਹੀ ਬੇੜੀ ਤੱਕ ਆ ਗਿਆ। ਤੇ ਉਹਨਾਂ ਚੇਲੇ ਡਰੇ ਕਿ ਇਹ ਭੂਤ ਆ। ਯਿਸੂ ਨੇ ਕਿਹਾ ਕਿ ਮੈਂ ਹਾਂ। ਤੇ ਪਤਰਸ ਨੇ ਕਿਹਾ हे ਪ੍ਰਭੂ ਕਿ ਮੈਂ ਵੀ ਤੇਰੇ ਪਿੱਛੇ ਤੇਰੇ ਵਾਂਗ ਪਾਣੀ ਤੇ ਚੱਲ ਸਕਦਾ। ਯਿਸੂ ਨੇ ਕਿਹਾ ਹਾਂ, ਮੇਰੇ ਆ ਬੇੜੀ ਚੋਂ ਨਿਕਲ ਕੇ ਮੇਰੇ ਪਿੱਛੇ ਚੱਲ। ਤਾਂ ਲਿਖਿਆ ਬਾਈਬਲ ਦੇ ਵਿੱਚ ਪਤਰਸ ਯਿਸੂ ਮਸੀਹ ਨੂੰ ਦੇਖਦਾ ਹੋਇਆ ਯਿਸੂ ਮਸੀਹ ਦੇ ਪਿੱਛੇ ਪਾਣੀ ਦੇ ਉੱਤੇ ਚੱਲਣ ਲੱਗਾ। ਜਦੋਂ ਪਤਰਸ ਯਿਸੂ ਮਸੀਹ ਨੂੰ ਤੱਕਦਾ ਪਿਆ ਸੀ ਤੇ ਪਾਣੀਆਂ ਤੇ ਤੁਰਦਾ ਰਿਹਾ, ਜਦੋਂ ਉਹਨੇ ਤੱਕਣਾ ਛੱਡ ਦਿੱਤਾ, ਜਦੋਂ ਉਹਦਾ ਧਿਆਨ ਪਾਉਣ ਵੱਲ ਚਲਾ ਗਿਆ, ਹਵਾਵਾਂ ਵੱਲ ਚਲਾ ਗਿਆ, ਹਨੇਰੇ ਵੱਲ ਚਲਾ ਗਿਆ, ਉਦੋਂ ਹੀ ਉਹ ਡੁੱਬਣਾ ਸ਼ੁਰੂ ਹੋ ਗਿਆ। ਇੱਥੇ ਪਰਮੇਸ਼ਰ ਦੀ ਸ਼ਕਤੀ ਦੱਸਦੀ ਆ ਕਿ ਤੱਕਣ ਵਾਲਾ ਹਮੇਸ਼ਾ ਮੰਜ਼ਿਲ ਤੇ ਪਹੁੰਚ ਜਾਂਦਾ। ਕਦੋਂ ਤੱਕ ਉਹ ਪਾਣੀ ਤੇ ਤੁਰਦਾ ਗਿਆ? ਜਦ ਤੱਕ ਯਿਸੂ ਮਸੀਹ ਨੂੰ ਤੱਕਦਾ ਰਿਹਾ। ਜਦੋਂ ਉਹਨੇ ਯਿਸੂ ਨੂੰ ਤੱਕਣ ਦੀ ਬਜਾਏ ਪਾਉਣ ਨੂੰ, ਦੁਨੀਆ ਨੂੰ, ਸੰਸਾਰ ਨੂੰ, ਆਪਣੀ ਸੋਚ ਤੇ ਸਰੀਰ ਨੂੰ ਦੇਖਣਾ, ਮੇਰੇ ਜੋ ਸੋਚਣਾ ਸ਼ੁਰੂ ਕਰ ਦਿੱਤਾ, ਉਹਦੇ ਵੱਲ ਤੱਕਣਾ ਸ਼ੁਰੂ ਕਰ ਦਿੱਤਾ, ਉਦੋਂ ਹੀ ਉਹਨੇ ਡੁੱਬਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਇਸੇ ਲਈ ਬਾਈਬਲ ਚ ਉਹਨੇ ਲਾਸਟ ਗੱਲ ਇਹ ਕਹੀ ਕਿ ਪ੍ਰਭੂ ਯਿਸੂ ਮਸੀਹ ਨੇ ਉਸ ਵੇਲੇ ਜਦੋਂ ਉਹਨੂੰ ਚੁੱਕਿਆ, ਹੱਥ ਵਧਾ ਕੇ ਫੜਿਆ, ਬੇੜੀ ਚ ਬਿਠਾਇਆ, ਆਪ ਬੇੜੀ ਚ ਬੈਠ ਗਿਆ, ਕਹਿੰਦਾ ਹੇ ਥੋੜੀ ਪ੍ਰਤੀਤ ਵਾਲਿਓ, ਮੈਂ ਕਦ ਤੱਕ ਤੁਹਾਡੇ ਨਾਲ ਰਵਾਂਗਾ। ਹਾਲੇਲੂਇਆ। ਕਦ ਤੱਕ ਰਵਾਂਗਾ ਤੁਹਾਡੇ ਨਾਲ? ਬੋਲੋ ਕਦ ਤੱਕ ਰਵੇਗਾ? ਜਦ ਤੱਕ ਉਹਨੂੰ ਤੱਕਦੇ ਰਵਾਂਗੇ ਤਦ ਤੱਕ ਹੀ ਉਹ ਸਾਡੇ ਨਾਲ ਆ। ਤੇ ਜਦੋਂ ਅਸੀਂ ਉਹਨੂੰ ਤੱਕਣਾ ਛੱਡ ਦੇਵਾਂਗੇ, ਧਿਆਨ ਦੇਣਾ, ਕਈ ਲੋਕ ਲਾਭ ਲੈ ਕੇ ਗਵਾਹੀ ਦੇ ਕੇ ਚਲ ਜਾਂਦੇ, ਕੋਈ ਲੋਕ ਠੀਕ ਆ ਜੀ। ਕਦ ਤੱਕ ਤੁਸੀਂ ਤੈਰੋਗੇ ਇਸ ਸੰਸਾਰ ਰੂਪੀ ਭਵ ਸਾਗਰ ਦੇ ਉੱਪਰ ਦੀ? ਕਦ ਤੱਕ ਮੇਰੇ ਜੋ ਤੁਸੀਂ ਤੁਰਦੇ ਜਾਓਗੇ, ਸਫਲ ਹੁੰਦੇ ਜਾਓਗੇ? ਜਦ ਤੱਕ ਤੁਸੀਂ ਯਿਸੂ ਮਸੀਹ ਨੂੰ ਤੱਕਦੇ ਜਾਓਗੇ। ਜਦੋਂ ਤੱਕਣਾ ਛੱਡ ਦਿੱਤਾ, ਉਦੋਂ ਉਹ ਲਹਿਰਾਂ ਜਿਹੜੀਆਂ ਤੁਹਾਡੇ ਪੈਰ ਦੀ ਤਲੀ ਦੇ ਥੱਲੇ ਆ, ਉਹ ਲਹਿਰਾਂ ਤੁਹਾਡੇ ਸਿਰ ਦੇ ਉੱਤੇ ਆ ਜਾਣੀਆਂ। ਇਸੇ ਲਈ ਪਰਮੇਸ਼ਰ ਨੇ ਸਾਨੂੰ ਸੱਦਿਆ ਤਾਂ ਕਿ ਆਉਣ ਵਾਲੀਆਂ ਤਬਾਹੀਆਂ ਤੋਂ, ਮੁਸ਼ਕਲਾਂ ਤੋਂ ਬਚਾਏ ਜਾ ਸਕੋ। ਪਰਮੇਸ਼ਰ ਨੂੰ ਭਾਲਣਾ, ਪਰਮੇਸ਼ਰ ਦੇ ਅੱਗੇ ਮਸਕੀਨ, ਨੀਵੇਂ ਹੋ ਕੇ ਰਹਿਣਾ, ਔਰ ਪਰਮੇਸ਼ਰ ਨੂੰ ਸਦਾ ਹੀ ਤੱਕਦੇ ਰਹਿਣਾ। ਤਾਂ ਲਿਖਿਆ ਭਾਲਣ ਵਾਲੇ ਦੇ ਲਈ ਪਰਮੇਸ਼ਰ ਦਾ ਵਚਨ ਬਿਆਨ ਕਰਦਾ, ਜਦੋਂ ਭਾਲਣ ਵਾਲੇ ਨੂੰ ਲਿਖਿਆ ਗਿਆ ਕਿ ਅਤੇ ਮੇਰੀਆਂ ਭੇਜਣਾ ਤੋਂ ਉਹਨੇ ਮੈਨੂੰ ਛੁਡਾਇਆ ਜਦੋਂ ਮੈਂ ਉਹਨੂੰ ਭਾਲਿਆ। ਜਦੋਂ ਮੈਂ ਪਰਮੇਸ਼ਰ ਨੂੰ ਭਾਲਿਆ, ਜਦੋਂ ਮੈਂ ਪਰਮੇਸ਼ਰ ਨੂੰ ਜਾਣ ਲਿਆ, ਜਦੋਂ ਮੈਂ ਪਰਮੇਸ਼ਰ ਦੇ ਨੇੜੇ ਚਲਾ ਗਿਆ,
ਤੇ ਹਿੰਦੀ ਦੇ ਵਿੱਚ ਜਦੋਂ ਅਸੀਂ ਭਾਲਣ ਨੂੰ ਕਹਿੰਦੇ ਆ ਪਰਮੇਸ਼ਵਰ ਦੇ ਪਾਸ ਜਾਣਾ। ਹਾਲੇਲੂਇਆ। ਜਦੋਂ ਮੈਂ ਆਪਣੇ ਦੁੱਖਾਂ ਦੇ ਵਿੱਚ ਸੀ, ਆਪਣੇ ਪ੍ਰੋਬਲਮਸ ਦੇ ਵਿੱਚ ਸੀ, ਕਿਸੇ ਪਾਸੇ ਹੱਲ ਨਹੀਂ ਸੀ, ਤੇ ਜਦੋਂ ਮੈਂ ਪਰਮੇਸ਼ਵਰ ਨੂੰ ਭਾਲਿਆ, ਉਹਦੇ ਪਾਸ ਗਿਆ, ਮੈਨੂੰ ਪਰਮੇਸ਼ਵਰ ਨੇ ਦੁਨੀਆ ਦੇ ਸਾਰੇ ਭੈਚਲਾਂ ਤੋਂ ਆਜ਼ਾਦ ਕਰ ਦਿੱਤਾ। ਉਹਨੂੰ ਤੱਕਣਾ ਸ਼ੁਰੂ ਕੀਤਾ। ਤੱਕਣਾ ਥੋੜੇ ਸਮੇਂ ਲਈ ਨਹੀਂ ਕਿ ਮੈਨੂੰ ਥੋੜਾ ਸਮਾਂ ਜਦੋਂ ਸੁੱਖ ਮਿਲ ਗਿਆ ਤੇ ਮੈਂ ਤੱਕਣਾ ਛੱਡ ਦਵਾਂਗਾ। ਪਤਰਸ ਨੂੰ ਪਾਣੀ ਉੱਤੇ ਚੱਲਣਾ ਆ ਗਿਆ। ਪਤਰਸ ਨੇ ਬਹੁਤ ਸਾਰੇ ਕਦਮ ਪਾਣੀ ਦੇ ਉੱਤੇ ਚੱਲ ਕੇ ਮੇਰੇ ਅੱਗੇ ਕੱਢੇ। ਉਹਨੂੰ ਲੱਗਾ ਕਿ ਮੈਨੂੰ ਹੁਣ ਚੱਲਣਾ ਆ ਗਿਆ, ਮੈਂ ਤੁਰ ਪਿਆ। ਮੇਰੀ ਜੀਵਨ ਦੀ ਗਵਾਹੀ ਹੋ ਗਈ ਆ ਕਿ ਮੈਂ ਪਾਣੀਆਂ ਦੇ ਉੱਤੇ ਯਿਸੂ ਮਸੀਹ ਦੇ ਵਾਂਗ ਚੱਲ ਪਿਆ। ਉਹਨੇ ਮੇਰੇ ਯਿਸੂ ਮਸੀਹ ਨੂੰ ਤੱਕਣਾ ਛੱਡ ਦਿੱਤਾ। ਉਹਨੇ ਆਲੇ ਦੁਆਲੇ ਦੇ ਤੱਕਣਾ ਸ਼ੁਰੂ ਕਰ ਦਿੱਤਾ। ਲਿਖਿਆ ਬਾਈਬਲ 'ਚ ਉਸੇ ਵੇਲੇ ਡੁੱਬਣਾ ਸ਼ੁਰੂ ਹੋ ਗਿਆ। ਹਾਲੇਲੂਇਆ। ਉਸੇ ਵੇਲੇ ਡੁੱਬਣਾ ਸ਼ੁਰੂ ਹੋ ਗਿਆ। ਕਿਉਂ ਡੁੱਬ ਰਿਹਾ ਸੀ? ਕਿਉਂਕਿ ਉਹਨੇ ਯਿਸੂ ਨੂੰ ਤੱਕਣਾ ਛੱਡ ਦਿੱਤਾ ਸੀ। ਤੱਕਣ ਦੇ ਉੱਤੇ ਮੇਰੇ ਜੋ ਲਿਖਿਆ ਬਾਈਬਲ ਦੇ ਵਿੱਚ, ਉਹਨਾਂ ਨੇ ਉਹਦੀ ਵੱਲ ਤੱਕਿਆ ਤੇ ਉਹ ਉਜਲੇ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਾ ਹੋਣਗੇ। ਕਾਲੇ ਮੀਨਸ ਸ਼ਰਮਿੰਦੇ ਨਹੀਂ ਹੋਣਗੇ ਉਹ ਲੋਕ ਜਿਹੜੇ ਆਪਣੇ ਖੁਦਾ ਨੂੰ ਹਮੇਸ਼ਾ ਤੱਕਦੇ ਰਹਿੰਦੇ। ਜਿਹੜੇ ਪਰਮੇਸ਼ਰ ਨੂੰ ਤੱਕਦੇ ਰਹਿੰਦੇ ਉਹ ਕਦੇ ਵੀ ਲੱਜਿਆਵਾਨ ਨਹੀਂ ਹੋਣਗੇ। ਲਿਖਿਆ ਗਿਆ ਸਗੋਂ ਤੁਹਾਡੇ ਵਿਰੋਧੀ ਲੱਜਿਆਵਾਨ ਕੀਤੇ ਜਾਣਗੇ, ਨਾ ਹੋਇਆ ਜਿਹੇ ਹੋ ਜਾਣਗੇ। ਕਿਹਦੇ ਵਿਰੋਧੀ? ਇੱਕ ਵਿਸ਼ਵਾਸੀ ਦਾ ਵਿਰੋਧੀ ਮੇਰੇ ਜੋ ਲੱਜਿਆਵਾਨ ਹੋਵੇਗਾ। ਤੇ ਜੇ ਹੁਣ ਅਸੀਂ ਵੀ ਪਰਮੇਸ਼ਰ ਦੇ ਵਚਨ ਨੂੰ ਤੁੱਛ ਜਾਣਦੇ ਆ, ਅਸੀਂ ਵੀ ਪਰਮੇਸ਼ਰ ਦੇ ਵਿਰੋਧੀ ਆ, ਤੇ ਫਿਰ ਲੱਜਿਆਵਾਨ ਹੋਣਾ ਪੈਣਾ ਹੈ। ਜਿਹੜੇ ਉਹਨੂੰ ਤੱਕਦੇ ਰਹਿੰਦੇ ਨੇ, ਲਿਖਿਆ ਬਾਈਬਲ 'ਚ, ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਹੀਂ ਹੋਣਗੇ। ਅਗਲੀ ਤੀਜੀ ਲਾਈਨ 'ਚ ਲਿਖਿਆ ਗਿਆ, ਇਸ ਮਸਕੀਨ ਨੇ ਪੁਕਾਰਿਆ ਤੇ ਯਹੋਵਾ ਨੇ ਸੁਣਿਆ ਅਤੇ ਉਹਦੇ ਸਾਰਿਆਂ ਦੁੱਖਾਂ ਤੋਂ ਉਹਨੂੰ ਬਚਾਇਆ। ਮਸਕੀਨ, ਹਰ ਪ੍ਰੋਬਲਮ 'ਚ ਆਪਣੇ ਆਪ ਨੂੰ ਨੀਵਾਂ ਹੀ ਰੱਖੋ ਪਰਮੇਸ਼ਵਰ ਦੇ ਵਚਨ ਦੇ ਅੱਗੇ। ਔਰ ਨੀਵਾਂ ਹੋਣਾ ਅਸੀਂ ਆਪਣੇ ਸ਼ਬਦਾਂ ਤੋਂ ਨਹੀਂ ਬਿਆਨ ਕਰ ਸਕਦੇ ਕਿ ਅਸੀਂ ਨੀਵੇਂ ਆ। ਮੈਂ ਬਹੁਤ ਮਸਕੀਨ ਆ ਜੀ, ਮੈਂ ਬਹੁਤ ਨਮਰ ਆ। ਪ੍ਰਾਰਥਨਾ ਵੇਲੇ ਤਾਂ ਸਾਰੇ ਹੀ ਨਮਰ ਹੋ ਜਾਂਦੇ ਕਿ ਅਸੀਂ ਨਮਰ ਹੀ ਆ, ਅਸੀਂ ਬਹੁਤ ਅਧੀਨ ਆ। ਬਾਈਬਲ ਦੇ ਵਿੱਚ ਜਦੋਂ ਅਸੀਂ ਮੱਤੀ ਦੀ ਇੰਜੀਲ ਨੂੰ ਪੜ੍ਹਦੇ ਆ, ਧੰਨ ਉਹ ਜਿਹੜੇ ਕਿ ਲਿਖਿਆ ਗਿਆ ਕਿ ਨਮਰ ਨੇ। ਕਿਹੜੇ? ਜਿਹੜੇ ਨਮਰ ਆ। ਲਿਖਿਆ ਬਾਈਬਲ 'ਚ, ਕਿ ਜੋ ਸੁਰਗ ਦਾ ਰਾਜ ਉਹਨਾਂ ਦਾ ਆ। ਸੁਰਗ ਦੀ ਕਿਰਪਾ ਉਹਨਾਂ ਤੇ ਆ, ਸਵਰਗੋਂ ਦਇਆ ਵੀ ਉਹਨਾਂ ਤੇ ਆ ਜਿਹੜੇ ਨਮਰ ਨੇ। ਤੇ ਅਸੀਂ ਨਮਰ ਅਧੀਨ ਹੋਣ ਤੋਂ ਬਗੈਰ ਹੀ ਪਰਮੇਸ਼ਰ ਨੂੰ ਭਾਲਦੇ ਫਿਰਦੇ ਆ, ਕਦੀ ਨਹੀਂ ਮਿਲੇਗਾ, ਕਦੀ ਵੀ ਨਹੀਂ ਮਿਲੇਗਾ। ਜਦੋਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਆ, ਮੱਤੀ ਦੀ ਕਿਤਾਬ ਦੇ ਵਿੱਚ ਜਾ ਕੇ ਦੇਖਾਂਗੇ ਅਸੀਂ 15 ਅਧਿਆਇ ਤੋਂ, ਮੱਤੀ ਦੀ ਕਿਤਾਬ 15 ਅਧਿਆਇ ਉਹਦੀ 21 ਆਇਤ ਤੋਂ ਮੈਂ ਪੜ੍ਹਦਾ। ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ, ਔਰ ਵੇਖੋ ਇੱਕ ਕਨਾਨੀ ਤੀਵੀਂ ਉਹਨਾਂ ਹੱਦਾਂ ਵਿੱਚੋਂ ਨਿਕਲ ਕੇ ਹਾਕਾਂ ਮਾਰਦੀ ਬੋਲੀ ਕਿ ਹੇ ਪ੍ਰਭੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰੋ, ਮੇਰੀ ਧੀ ਦਾ ਬਦਰੂ ਦੇ ਸਾਏ ਨਾਲ ਬੁਰਾ ਹਾਲ ਹੈ। ਪਰ ਉਸਨੇ ਉਸਨੂੰ ਕੋਈ ਉੱਤਰ ਨਾ ਦਿੱਤਾ। ਤਦ ਉਸਦੇ ਚੇਲਿਆਂ ਨੇ ਕੋਲ ਆਣ ਕੇ ਉਹਦੇ ਅੱਗੇ ਅਰਜ਼ ਕੀਤੀ, ਭਾਈ ਉਸ ਨੂੰ ਵਿਦਿਆ ਕਰ, ਕਿਉਂ ਜੋ ਉਹ ਸਾਡੇ ਮਗਰ ਡੰਡ ਪਾਉਂਦੀ ਹੈ। ਉਹਨੇ ਮਗਰੋਂ ਆਖਿਆ, ਮੈਂ ਇਜ਼ਰਾਈਲ ਦੇ ਪਰਿਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਬਿਨਾਂ ਹੋਰਨਾਂ ਕੋਲ ਨਹੀਂ ਘੱਲਿਆ ਗਿਆ। ਪਰ ਉਹ ਆਈ ਅਤੇ ਉਹਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੂ ਜੀ ਮੇਰੀ ਸਹਾਇਤਾ ਕਰੋ। ਤਾਂ ਉਹਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰੀਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ। ਉਹ ਬੋਲੀ, ਠੀਕ ਪ੍ਰਭੂ ਜੀ, ਪਰ ਜਿਹੜੇ ਝੂਰੇ ਭੂਰੇ ਉਹਨਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ, ਉਹ ਕਤੂਰੇ ਵੀ ਖਾਂਦੇ ਹਨ। ਤਦ ਯਿਸੂ ਨੇ ਉਹਨੂੰ ਉੱਤਰ ਦਿੱਤਾ, ਹੇ ਬੀਬੀ, ਤੇਰੀ ਨੇਚਾ ਵੱਡੀ ਹੈ, ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਤਿਵੇਂ ਹੀ ਹੋਵੇ। ਅਤੇ ਉਸ ਦੀ ਧੀ ਉਸੇ ਘੜੀ ਚੰਗੀ ਹੋ ਗਈ। ਹਾਲੇਲੂਇਆ। ਲਿਖਿਆ ਬਾਈਬਲ 'ਚ ਪ੍ਰਭੂ ਯਿਸੂ ਮਸੀਹ ਸੂਰ ਤੇ ਸੈਦਾ ਦੇ ਇਲਾਕੇ ਵਿੱਚ ਗਿਆ। ਦੂਸਰੇ ਰਾਜ ਵਿੱਚ, ਹਿੰਦੀ ਦੇ ਵਿੱਚ ਇਸ ਗੱਲ ਨੂੰ ਸਾਫ਼ ਲਿਖ ਦਿੱਤਾ ਕਿ ਉਹ ਦੂਸਰੇ ਇਲਾਕੇ 'ਚ ਦੂਸਰੇ ਮਰੇਜ਼ੋਂ ਸਥਾਨ ਦੇ ਉੱਤੇ ਗਿਆ। ਇੱਕ ਔਰਤ ਉਹਨੂੰ ਪਿੱਛੋਂ ਹਾਕਾਂ ਮਾਰਦੀ ਸੀ। ਕੀ ਕਰਦੀ ਸੀ? ਹਾਕਾਂ ਮਾਰਦੀ ਸੀ।
क्यों ਉਹ ਮੇਰੇ ਤੋਂ ਆਵਾਜ਼ਾਂ ਮਾਰਦੀ ਸੀ? ਕਿਉਂਕਿ ਉਹਨੇ ਕਿਤੇ ਸੁਣਿਆ ਸੀ ਕਿ ਯਿਸੂ ਹੀ ਪ੍ਰਭੂ ਆ, ਯਿਸੂ ਮਸੀਹ ਜੋ ਕੁਝ ਕਹਿੰਦਾ ਆ ਸੋ ਹੋ ਜਾਂਦਾ ਆ। ਯਿਸੂ ਮਸੀਹ ਦੇ ਪਰਛਾਵੇਂ ਤੋਂ ਭੂਤ ਸ਼ੈਤਾਨੀ ਤਾਕਤਾਂ ਥਰਥਰਾਉਂਦੀਆਂ, ਡਰਦੀਆਂ ਤੇ ਕੰਬਦੀਆਂ ਆ। ਉਸ ਔਰਤ ਨੂੰ ਪਤਾ ਸੀ ਇਹੀ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਆ, ਪਰ ਉਹਨੂੰ ਅਜੇ ਮਿਲਿਆ ਨਹੀਂ ਸੀ। ਉਹਨੂੰ ਇਹ ਅਜੇ ਤੱਕ ਮਿਲਿਆ ਨਹੀਂ ਸੀ। ਇੱਕ ਸਮਾਂ ਆਇਆ ਜਦੋਂ ਸੂਰ ਤੇ ਸੈਦਾਂ ਦੇ ਮੇਰੇ ਇਸ ਇਲਾਕੇ ਦੇ ਵਿੱਚ ਯਿਸੂ ਮਸੀਹ ਗਿਆ, ਉਸ ਔਰਤ ਨੂੰ ਪਤਾ ਲੱਗਾ ਤੇ ਉਹ ਦੌੜੀ ਆਈ। ਜਦੋਂ ਤੱਕ ਉਹਨੂੰ ਪਤਾ ਸੀ ਆਈ ਨਹੀਂ, ਇਹਦਾ ਮਤਲਬ ਉਹ ਭਾਲਦੀ ਫਿਰਦੀ ਸੀ। ਆਪਣੀ ਬੇਟੀ ਦੀ ਪ੍ਰੋਬਲਮ ਕਰਕੇ ਯਿਸੂ ਮਸੀਹ ਨੂੰ ਉਹ ਭਾਲਦੀ ਫਿਰਦੀ ਸੀ ਕਿ ਕਿਤੇ ਮੈਨੂੰ ਯਿਸੂ ਮਸੀਹ ਮਿਲੇ ਤੇ ਮੈਂ ਉਹਦੇ ਅੱਗੇ ਪ੍ਰਾਰਥਨਾ ਕਰਾਂ। ਜਦ ਤੱਕ ਯਿਸੂ ਮਸੀਹ ਨਹੀਂ ਮਿਲਿਆ ਇਹ ਭਾਲਦੀ ਸੀ। ਲਿਖਿਆ ਕਿ ਉਹ ਹਾਕਾਂ ਮਾਰਦੀ ਸੀ। ਬਾਜਾ ਮਾਰਨ ਦਾ ਮਤਲਬ ਉਹਨੂੰ ਦੂਰੋਂ ਕਿਤੇ ਆਵਾਜ਼ ਮਾਰੀ ਆ। ਚੇਲਿਆਂ ਨੇ ਕਿਹਾ ਕਿ ਉਹ ਸਾਡੇ ਪਿੱਛੇ ਡੰਨ ਪਾਉਂਦੀ ਪਈ ਆ, ਰੌਲਾ ਪਾਉਂਦੀ ਪਈ ਆ। ਜਦੋਂ ਅਸੀਂ ਕਿਸੇ ਚੀਜ਼ ਨੂੰ ਲੱਭ ਲੈਂਦੇ ਆ, ਗੁਆਚੀ ਹੋਈ ਚੀਜ਼ ਲੱਭ ਲੈਂਦੇ ਅਸੀਂ ਵੀ ਰੌਲਾ ਪਾਉਂਦੇ ਆ। ਜਦੋਂ ਕੋਈ ਭਰੇ ਬਾਜ਼ਾਰ ਦੇ ਵਿੱਚ, ਬੱਸ ਅੱਡੇ ਉੱਤੇ, ਰੇਲਵੇ ਸਟੇਸ਼ਨ ਦੇ ਉੱਤੇ ਕੋਈ ਬੰਦਾ ਸਾਡਾ ਮਿਸ ਹੋ ਜਾਂਦਾ ਹੈ, ਗਾਂਪਸ਼ਾ ਹੋ ਜਾਂਦਾ ਹੈ, ਤਾਂ ਅਸੀਂ ਉਹਨੂੰ ਲੱਭਦੇ ਆ। ਜਦੋਂ ਸਾਨੂੰ ਲੱਭ ਪੈਂਦਾ ਅਸੀਂ ਰੌਲਾ ਪਾਉਂਦੇ ਆ, ਆਵਾਜ਼ ਮਾਰਦੇ ਆ। ਇਹ ਔਰਤ ਆਪਣੀ ਪ੍ਰੋਬਲਮ ਦੇ ਵੇਲੇ ਯਿਸੂ ਮਸੀਹ ਨੂੰ ਲੱਭ ਰਹੀ ਸੀ। ਜਦੋਂ ਲੱਭਿਆ ਤਾਂ ਮੇਰੇ ਯਿਸੂ ਮਸੀਹ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ। ਮੈਂ ਕੇਵਲ ਇਜ਼ਰਾਈਲ ਦੇ ਪਰਿਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਲਈ ਭੇਜਿਆ ਗਿਆ ਹਾਂ। ਪਰ ਅੱਗੇ ਕੀ ਲਿਖਿਆ ਗਿਆ? ਉਹ ਆਈ ਤੇ ਉਹਦੇ ਅੱਗੇ ਮੱਥਾ ਟੇਕ ਕੇ ਬੋਲੀ। ਆਈ ਤੇ ਮੱਥਾ ਟੇਕ ਕੇ ਬੋਲੀ। ਜਦ ਯਿਸੂ ਨੇ ਕਹਿ ਦਿੱਤਾ ਕਿ ਮੈਂ ਇਹਨਾਂ ਲੋਕਾਂ ਦੇ ਲਈ ਨਹੀਂ ਆਇਆ, ਮੈਂ ਤਾਂ ਆਇਆ ਇਜ਼ਰਾਈਲੀ ਲੋਕਾਂ ਦੇ ਲਈ ਆਇਆ ਆ, ਉਹਨੂੰ ਪਤਾ ਸੀ ਮੈਂ ਹੁਣ ਇਹਨੂੰ ਭਾਲ ਲਿਆ ਆ, ਮੈਂ ਹੁਣ ਇਹਨੂੰ ਛੱਡਣਾ ਨਹੀਂ। ਉਹ ਤੱਕਦੀ ਰਹੀ ਯਿਸੂ ਵੱਲ, ਉਹ ਤੱਕਦੀ ਰਹੀ। ਤੱਕਣਾ ਮੀਨਸ ਪਰਮੇਸ਼ਵਰ ਦੇ ਸਨਮੁਖ ਜਾਣਾ। ਤੱਕਣਾ ਮੀਨ ਪਰਮੇਸ਼ਵਰ ਦੇ ਨੇੜੇ ਚਲੇ ਜਾਣਾ। ਤੱਕਣਾ ਮੀਨਸ ਆਪਣੇ ਆਪ ਨੂੰ ਪ੍ਰਭੂ ਦੇ ਨਜ਼ਦੀਕ ਖੜਨਾ। ਤੱਕਦੀ ਰਹੀ ਸੀ ਪ੍ਰੋਬਲਮ ਚ, ਸੀ ਪਰੇਸ਼ਾਨੀ ਚ, ਆਪਣੀ ਬੇਟੀ ਦੇ ਜੀਵਨ ਕਰਕੇ। ਪਹਿਲਾਂ ਭਾਲਦੀ ਰਹੀ, ਜਦੋਂ ਲੱਭਿਆ ਤੱਕਣਾ ਸ਼ੁਰੂ ਕਰ ਦਿੱਤਾ। ਯਿਸੂ ਮਸੀਹ ਨੇ ਕਿਹਾ ਮੈਂ ਤੁਹਾਡੇ ਵਾਸਤੇ ਨਹੀਂ ਆਇਆ, ਮੈਂ ਇਜ਼ਰਾਈਲ ਦੇ ਪਰਿਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਲਈ ਆਇਆ। ਫਿਰ ਵੀ ਆ ਕੇ ਉਹਨੇ ਮੱਥਾ ਟੇਕਿਆ ਕਿਉਂਕਿ ਉਹਨੂੰ ਲੱਭ ਪਿਆ ਸੀ। ਉਹਨੂੰ ਲੱਭ ਪਿਆ ਸੀ। ਜਦੋਂ ਉੱਥੇ ਆ ਕੇ ਉਹਨੂੰ ਮੱਥਾ ਟੇਕਿਆ, ਲਿਖਿਆ ਬਾਈਬਲ ਦੇ ਵਿੱਚ, ਪਰ ਉਹ ਆਈ ਅਤੇ ਉਹਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੂ ਜੀ ਮੇਰੀ ਸਹਾਇਤਾ ਕਰੋ। ਇਨਕਾਰ ਹੋਣ ਤੋਂ ਬਾਅਦ ਵੀ ਉਸ ਔਰਤ ਨੇ ਉਹਨੂੰ ਤੱਕਣਾ ਨਹੀਂ ਛੱਡਿਆ ਜਿਹਨੂੰ ਲੱਭਦੀ ਪਈ ਸੀ। ਸਾਨੂੰ ਪ੍ਰਭੂ ਯਿਸੂ ਮਸੀਹ ਲੱਭ ਪਿਆ ਆ, ਸਾਨੂੰ ਮੁਕਤੀਦਾਤਾ ਲੱਭ ਪਿਆ ਆ, ਲੇਕਿਨ ਅਸੀਂ ਉਹਦੇ ਵੱਲ ਤੱਕਦੇ ਹੀ ਨਹੀਂ ਆ। ਤੱਕਦੇ ਕਿਹਦੇ ਵੱਲ? ਨਾ ਸੱਜੇ ਖੱਬੇ ਵਾਲੇ ਵੱਲ। ਤੱਕਦੇ ਕਿਹਦੇ ਵੱਲ? ਨਾ ਆਪਣੀਆਂ ਵੱਲ ਤੱਕਦੇ ਆ, ਸਰੀਰਾਂ ਵੱਲ ਤੱਕਦੇ ਆ, ਸੰਸਾਰ ਵੱਲ ਤੱਕਦੇ ਆ। ਉਹਦੇ ਵੱਲ ਤਾਂ ਫਿਰ ਨਹੀਂ ਤੱਕਦੇ ਮੇਰੇ ਤੋਂ ਕੰਮ ਕਿਉਂ ਨਹੀਂ ਹੁੰਦਾ ਪਿਆ, ਕਿੱਥੇ ਕੁੰਡੀ ਫਸੀ ਹੋਈ ਆ। ਲੱਭ ਸਾਨੂੰ ਪਿਆ ਆ ਕਿ ਯਿਸੂ ਮਸੀਹ ਤੋਂ ਬਗੈਰ ਹੋਰ ਕੋਈ ਬਚਾਉਣ ਵਾਲਾ ਨਹੀਂ ਆ। ਯਿਸੂ ਮਸੀਹ ਤੋਂ ਬਗੈਰ ਹੋਰ ਕੋਈ ਬਚਾਉਣ ਵਾਲਾ ਨਹੀਂ ਆ। ਇਸ ਔਰਤ ਨੂੰ ਵੀ ਪਤਾ ਆ ਕਿ ਹੁਣ ਯਿਸੂ ਮਸੀਹ ਨੇ ਮੈਨੂੰ ਇਨਕਾਰ ਕਰ ਦਿੱਤਾ ਆ, ਪਰ ਉਹਦੇ ਮਨ 'ਚ ਇੱਕੋ ਹੀ ਗੱਲ ਫਸੀ ਪਈ ਆ, ਜਿਹਨੂੰ ਮੈਂ ਭਾਲਦੀ ਸੀ ਮੈਨੂੰ ਲੱਭ ਪਿਆ ਆ, ਇਹਨੂੰ ਮੈਂ ਤੱਕਣੋਂ ਨਹੀਂ ਛੱਡਣਾਗਾ, ਇਹਦੇ ਨੇੜਤਾ ਬਣਾ ਕੇ ਰੱਖਣੀ ਆ। ਨਾ ਹੋਣ ਤੋਂ ਬਾਅਦ ਵੀ ਉਹਦੇ ਅੱਗੇ ਆ ਕੇ ਮੱਥਾ ਟੇਕਿਆ, ਉਹਦੇ ਅੱਗੇ ਝੁਕ ਗਈ ਆ। ਤੇ ਜੇ ਸਾਡੀ ਇੱਕ ਪ੍ਰਾਰਥਨਾ ਤੋਂ ਕੰਮ ਨਹੀਂ ਹੋਇਆ, ਅਸੀਂ ਹੋਰ ਲੱਭਣਾ ਸ਼ੁਰੂ ਕਰ ਦਿੰਦੇ ਆ। ਅਸੀਂ ਕੀ ਆ? ਹੋਰ ਲੱਭਣਾ ਸ਼ੁਰੂ ਕਰ ਦਿੰਦੇ ਆ। ਜੇ ਸਾਡਾ ਪਿਤਾ, ਸਾਡਾ ਬਾਪ ਸਾਡੀ ਕਿਸੇ ਇੱਛਾ ਨੂੰ ਪੂਰਾ ਨਹੀਂ ਕਰ ਸਕਿਆ, ਜੇ ਸਾਡਾ ਪਿਤਾ ਸਾਡੀ ਕਿਸੇ ਇੱਕ ਇੱਛਾ ਨੂੰ ਪੂਰਾ ਨਹੀਂ ਕਰ ਸਕਿਆ, ਤਾਂ ਕੀ ਅਸੀਂ ਗੁਆਂਢੀਆਂ ਨੂੰ ਬਾਪ ਬਣਾ ਲੈਂਦੇ ਆ? ਕੀ ਅਸੀਂ ਦੂਜਾ ਬਾਪ ਲੱਭਣਾ ਸ਼ੁਰੂ ਕਰ ਦਿੰਦੇ ਆ? ਜੇ ਸਾਡਾ ਘਰ ਸਾਨੂੰ ਆਨੰਦ ਨਹੀਂ ਦੇ ਪਾ ਰਿਹਾ, ਜੇ ਸਾਡਾ ਘਰ ਸਾਨੂੰ ਸ਼ਾਂਤੀ ਨਹੀਂ ਦੇ ਪਾ ਰਿਹਾ, ਕੀ ਅਸੀਂ ਕਿਸੇ ਹੋਰ ਘਰ ਨੂੰ ਅਪਣਾ ਲੈਂਦੇ ਆ? ਫਿਰ ਵੀ ਅਸੀਂ ਉਸੇ ਸਥਾਨ ਉੱਤੇ ਉਸੇ ਆਪਣੇ ਬਾਪ ਦੇ ਨਾਲ ਲੱਗੇ ਰਹਿੰਦੇ ਕਿ ਇੱਕ ਦਿਨ ਸਾਡਾ ਬਾਪ ਜ਼ਰੂਰ ਸਾਡੀ ਖੁਆਇਸ਼, ਸਾਡੀ ਇੱਛਾ ਨੂੰ ਪੂਰਾ ਕਰੇਗਾ।
ਇੱਥੇ ਇਸ ਔਰਤ ਨੂੰ ਕਹਿ ਦਿੱਤਾ ਗਿਆ ਕਿ ਮੈਂ ਇਜ਼ਰਾਈਲ ਦੇ ਪਰਿਵਾਰ ਦੀਆਂ ਗਵਾਚੀਆਂ ਹੋਈਆਂ ਭੇਡਾਂ ਤੋਂ ਬਗੈਰ ਕਿਸੇ ਹੋਰ ਲਈ ਨਹੀਂ ਘੱਲਿਆ ਗਿਆ। ਉਹ ਇਹ ਗੱਲ ਸੁਣਨ ਤੋਂ ਬਾਅਦ ਵੀ ਉਹਦੇ ਲਾਗੇ ਆ ਕੇ ਉਹਨੂੰ ਮੱਥਾ ਟੇਕਦੀ ਆ ਕਿ ਜਿਹਨੂੰ ਮੈਂ ਭਾਲਦੀ ਸੀ ਉਹ ਮੈਨੂੰ ਮਿਲ ਗਿਆ ਆ ਤੇ ਹੁਣ ਮੈਂ ਇਹਨੂੰ ਤੱਕਣਾ ਆ, ਨੇੜੇ ਹੀ ਰਹਿਣਾ। ਕਹਿੰਦੀ ਮੇਰੀ ਸਹਾਇਤਾ ਕਰੋ। ਤੇ ਅਗਲੀ ਗੱਲ ਪ੍ਰਭੂ ਯਿਸੂ ਮਸੀਹ ਨੇ ਕੀ ਕਹੀ? ਤਾਂ ਉਹਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ। ਇੱਥੇ ਹੁਣ ਉਸ ਔਰਤ ਦੇ ਸੁਭਾਅ ਦਾ ਜ਼ਿਕਰ ਆ। ਗੱਲ ਸੁਣੀ, ਕਹਿੰਦਾ ਬਾਲਕਾਂ ਦੀ ਰੋਟੀ, ਇਜ਼ਰਾਈਲੀ ਲੋਕਾਂ ਦੀ ਰੋਟੀ ਕਤੂਰਿਆਂ ਦੇ ਅੱਗੇ ਸੁੱਟਣੀ। ਹੁਣ ਇੱਥੇ ਜੇ ਉਹ ਨਮਰ ਆ ਤਾਂ ਮੇਰੇ ਜੋ ਬੈਠੀ ਰਹੂਗੀ, ਜੇ ਨਮਰ ਨਹੀਂ ਆ ਤਾਂ ਉੱਠ ਕੇ ਚਲ ਜਾਊਗੀ। ਜੇ ਮਸਕੀਨ ਆ, ਅਧੀਨ ਆ ਤਾਂ ਬੈਠੀ ਰਹੂਗੀ। ਤੇ ਜੇ ਉਹ ਅਧੀਨ ਮਸਕੀਨ ਨਮਰ ਨਹੀਂ ਆ ਫੇਰ ਉਹ ਗੁੱਸੇ ਨਾਲ ਜਾਊਗੀ, ਲੈ ਮੇਰੇ ਬੱਚੇ ਕਤੂਰੇ ਹੋ ਗਏ, ਇਜ਼ਰਾਈਲੀ ਲੋਕ ਚੰਗੇ ਹੋ ਗਏ। ਇਦਾਂ ਹੀ ਆ, ਆਪਣਾ ਬੱਚਾ ਪਿਸ਼ਾਬ ਕਰੇ ਤਾਂ ਸੁਸੂ ਕੀਤਾ, ਦੂਜੇ ਨੇ ਕੀਤਾ ਤਾਂ ਗੰਦ ਪਾਇਆ। ਹੋ ਸਕਦੀ ਸਾਡੀ ਸੋਚ ਇਦਾਂ ਦੀ ਹੋਵੇ। ਇੱਥੇ ਇਹ ਔਰਤ ਨੇ ਕੀ ਕਿਹਾ? ਯਿਸੂ ਮਸੀਹ ਨੇ ਕਿਹਾ ਬਾਲਕਾਂ ਦੀ ਰੋਟੀ ਕਤੂਰਿਆਂ ਨੂੰ ਦੇ ਅੱਗੇ ਸੁੱਟਣੀ ਚੰਗੀ ਗੱਲ ਨਹੀਂ ਆ। ਪਰ ਉਹ ਅੱਗਿਓਂ ਕੀ ਬੋਲੀ ਆ? ਉਹ ਬੋਲੀ, ਠੀਕ ਪ੍ਰਭੂ ਜੀ, ਪਰ ਜਿਹੜੇ ਝੂਰੇ ਭੂਰੇ ਉਹਨਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਉਹ ਕਤੂਰੇ ਵੀ ਖਾਂਦੇ ਆ। ਇਹ ਹੈ ਨਮਰ ਸੁਭਾਅ ਦੀ ਕੁਆਲਿਟੀ। ਤੁਸੀਂ ਜਿਹਨੂੰ ਭਾਲ ਲਿਆ ਆ, ਤੁਹਾਨੂੰ ਪਤਾ ਕਿ ਯਿਸੂ ਹੀ ਮੁਕਤੀ ਦਾਤਾ ਆ, ਯਿਸੂ ਹੀ ਛਡਾਉਣ ਵਾਲਾ ਆ, ਇਸ ਤੋਂ ਇਲਾਵਾ ਕੋਈ ਵੀ ਮੁਕਤੀ ਦਾਤਾ ਨਹੀਂ ਆ। ਧਰਤੀ ਦੇ ਉੱਤੇ ਆਕਾਸ਼ ਦੇ ਹੇਠਾਂ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਬਚਾਏ ਜਾਣਾ, ਜਿਸ ਦੇ ਦੁਆਰਾ ਸਾਨੂੰ ਮੁਕਤੀ ਮਿਲਣੀ ਆ। ਅਸੀਂ ਭਾਲ ਲਿਆ ਆ ਕਿ ਯਿਸੂ ਹੀ ਹੈ। ਹੁਣ ਉਹਨੂੰ ਤੱਕਣਾ, ਤੇ ਤੱਕਣ ਤੋਂ ਪਹਿਲਾਂ ਨਮਰ ਹੋਣਾ ਕਿ ਕੀ ਅਸੀਂ ਨਮਰ ਹਾਂ? ਆਪਣੇ ਆਪ ਦੇ ਲਈ ਸ਼ਰਮਿੰਦਗੀ ਝੱਲਣ ਦੇ ਲਈ ਦੇ ਯੋਗ ਹਾਂ ਕਿ ਸ਼ਰਮਿੰਦਗੀ ਝੱਲਦੇ ਹਾਂ ਕਿ ਨਹੀਂ ਝੱਲਦੇ? ਕੋਈ ਸਾਡਾ ਮਸੀਹ ਯਿਸੂ ਦੇ ਕਰਕੇ ਅਪਮਾਨ ਕਰੇ, ਕੀ ਅਸੀਂ ਅਪਮਾਨ ਝੱਲਦੇ ਜਾਂ ਨਹੀਂ ਝੱਲਦੇ? ਵਚਨ ਨੂੰ ਪੂਰਾ ਕਰਨ ਦੇ ਲਈ ਜੇ ਘਾਟਾ ਪੈਂਦਾ ਆ, ਕੀ ਘਾਟਾ ਸਹਿੰਦੇ ਕਿ ਨਹੀਂ ਸਹਿੰਦੇ? ਨਾ ਅਸੀਂ ਅਪਮਾਨ ਝੱਲ ਸਕਦੇ, ਭਾਲਦੇ ਵੀ ਰਹਿੰਦੇ ਆ, ਤੱਕਦੇ ਵੀ ਰਹਿੰਦੇ ਆ, ਪਰ ਨਮਰ ਨਹੀਂ ਹੁੰਦੇ। 8-8 10-10 ਕਿਲੋ ਦੀਆਂ ਗਾਲਾਂ ਸਾਡੀ ਜ਼ੁਬਾਨ ਤੇ ਹੁੰਦੀਆਂ। ਫੇਰ ਕੀ ਕਹਿੰਦੇ ਅਸੀਂ? ਪ੍ਰਭੂ ਸਾਡੇ ਨਾਲ ਆ, ਪ੍ਰਭੂ ਕਿਰਪਾ ਕਰੇਗਾ, ਪ੍ਰਭੂ ਦਇਆ ਕਰੇਗਾ। ਇਹ ਤਿੰਨੇ ਚੀਜ਼ਾਂ ਇੱਕ ਵਿਸ਼ਵਾਸੀ ਚ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਭਾਲਣ ਵਾਲਾ ਭੈਚਲਾਂ ਤੋਂ ਬਚਾਇਆ ਜਾਵੇਗਾ, ਤੱਕਣ ਵਾਲਾ ਜਿਹੜਾ ਆ ਮੇਰੇ ਇਜ਼ੋ ਕਦੀ ਸ਼ਰਮਿੰਦਾ ਨਹੀਂ ਹੋਵੇਗਾ। ਤੀਜਾ, ਮਸਕੀਨ ਦੇ ਉੱਤੇ ਪਰਮੇਸ਼ਰ ਦਾ ਪ੍ਰਤਾਪ ਬਣਿਆ ਰਹੇਗਾ। ਤੇ ਇਹ ਤਿੰਨੇ ਚੀਜ਼ਾਂ ਅਸੀਂ ਚਾਹੁੰਦੇ ਆ ਕਿ ਦੁਨੀਆ ਦੇ ਹਰੇਕ ਡਰ ਭੈ ਤੋਂ ਅਸੀਂ ਹੁਣ ਬਾਹਰ ਨਿਕਲੀਏ। ਸਾਨੂੰ ਹੁਣ ਕਿਸੇ ਦਾ ਵੀ ਡਰ ਨਹੀਂ ਆ ਸਿਵਾਏ ਆਪਣੇ ਸਿਰਜਣਹਾਰ ਪਰਮੇਸ਼ਵਰ। ਅਸੀਂ ਚਾਹੁੰਦੇ ਆ ਕਿ ਸਾਡਾ ਨਾਮ ਉੱਚਾ ਹੋਵੇ, ਅਸੀਂ ਚਾਹੁੰਦੇ ਆ ਕਿ ਸਾਡਾ ਨਾਮ ਆਦਰ ਪਾਵੇ, ਅਸੀਂ ਚਾਹੁੰਦੇ ਆ ਕਿ ਸਭ ਲੋਕ ਸਾਡੇ ਨਾਮ ਨੂੰ ਆਦਰ ਦੇਣ, ਜਿੱਥੇ ਅਸੀਂ ਜਾਈਏ ਸਾਡਾ ਆਦਰ ਸਤਿਕਾਰ ਹੋਵੇ। ਤੇ ਉਹਦੇ ਲਈ ਜ਼ਰੂਰੀ ਆ ਯਿਸੂ ਨੂੰ ਤੱਕਦੇ ਰਹਿਣਾ। ਜਦੋਂ ਯਿਸੂ ਨੂੰ ਤੱਕਦੇ ਰਹੋਗੇ ਮੇਰੇ ਜੋ ਤੁਹਾਡੇ ਅੰਦਰਲੇ ਯਿਸੂ ਦਾ ਸਤਿਕਾਰ ਲੋਕ ਕਰਨਗੇ, ਉਸ ਸਤਿਕਾਰ 'ਚ ਤੁਹਾਡਾ ਆਦਰ ਹੁੰਦਾ ਰਹੇਗਾ। ਇੱਥੇ ਉਹ ਔਰਤ ਕਹਿੰਦੀ ਕਿ ਬਾਲਕਾਂ ਦੇ ਟੇਬਲਾਂ ਤੋਂ ਡਿੱਗੇ ਹੋਏ ਝੂਰੇ ਭੂਰੇ ਕਤੂਰੇ ਵੀ ਖਾਂਦੇ ਆ। ਇਹ ਆ ਉਹਦਾ ਨਮਰ ਸੁਭਾਅ, ਇਹ ਆ ਉਹਦੀ ਅਧੀਨਗੀ, ਇਹ ਆ ਉਹਦਾ ਮਸਕੀਨਪਨ, ਇਹ ਆ ਉਹਦਾ ਨੀਵਾਂਪਨ ਕਿ ਜਿਹਨੂੰ ਲੱਭਦੀ ਸੀ ਲੱਭ ਪਿਆ ਆ, ਜਿਹਨੂੰ ਤੱਕਣਾ ਚਾਹੁੰਦੀ ਸੀ ਹੁਣ ਤੱਕਦੀ ਪਈ ਆ।
ਹੁਣ ਇਹ ਤੋਂ ਕਿਰਪਾ ਲੈਣੀ ਲੈਣੀ ਆ, ਮਸਕੀਨ ਹੋ ਕੇ, ਨੀਵੀਂ ਹੋ ਕੇ, ਨਮਰ ਹੋ ਕੇ ਪਰਮੇਸ਼ਰ ਦੇ ਰਾਜ ਚੋਂ ਆਪਣੀ ਆਸ਼ੀਸ਼ ਲੈਣੀ ਆ। ਯਿਸੂ ਨੇ ਕਿਹਾ, ਹੇ ਬੀਬੀ ਤੇਰੀ ਨਿਹਚਾ ਵੱਡੀ ਆ। ਕੀ ਆ? ਨਿਹਚਾ ਵੱਡੀ ਆ। ਤੇ ਨਿਹਚਾ ਦੇ ਬਲਬੂਤੇ ਤੇ ਹੀ ਮੇਰੇ ਉਸ ਔਰਤ ਨੇ ਆਪਣੀ ਬੇਟੀ ਨੂੰ ਚੰਗਾ ਪਾਇਆ। ਜਾ, ਯਿਸੂ ਨੇ ਕਿਹਾ, ਜਾ, ਜੋ ਤੂੰ ਚਾਹੁੰਦੀ ਆ ਤੇਰੇ ਨਾਲ ਉਹੀ ਹੋਵੇ। ਉਹਨੇ ਤਾਂ ਕਿਹਾ ਸੀ ਮੇਰੀ ਧੀ ਬਦਰੂ ਦੇ ਨਾਲ ਭਰੀ ਪਈ ਆ, ਬਿਮਾਰ ਆ, ਗ੍ਰਸਤ ਆ। ਪਰ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ? ਉਹਨੂੰ ਕੇਵਲ ਇਹ ਨਹੀਂ ਕਿਹਾ ਕਿ ਜਾ ਤੇਰੀ ਬੇਟੀ ਚੰਗੀ ਹੋ ਗਈ, ਇਹ ਗੱਲ ਨਹੀਂ ਕਹੀ। ਯਿਸੂ ਨੇ ਕਿਹਾ, ਜਾ ਤੂੰ ਜੋ ਚਾਹੁੰਦੀ ਆ ਜ਼ਿੰਦਗੀ 'ਚ, ਜੋ ਤੁਸੀਂ ਚਾਹੁੰਦੇ ਆ ਜ਼ਿੰਦਗੀ 'ਚ, ਜੋ ਤੁਹਾਡੀ ਖੁਆਇਸ਼ ਆ ਬਾਈਬਲ ਦੇ ਅਨੁਸਾਰ, ਜ਼ਿੰਦਗੀ 'ਚ ਜੋ ਤੁਹਾਡੀ ਮਨਸ਼ਾ, ਤੁਹਾਡਾ ਮਨੋਰਥ ਆ, ਯਿਸੂ ਮਸੀਹ ਇਹ ਦੱਸਣਾ ਚਾਹੁੰਦੇ ਆ। ਇੱਕ ਆਇਤ, ਇਹ ਲਾਈਨ ਤੁਸੀਂ ਇੱਕ ਵਾਰੀ ਪੜ੍ਹੋ, 28 ਆਇਤ। ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰੀ ਨਿਹਚਾ ਵੱਡੀ ਹੈ, ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਤਿਵੇਂ ਹੀ ਹੋਵੇ। ਜਿਵੇਂ ਤੂੰ ਚਾਹੁੰਦੀ ਹੈ। ਬਹੁਤ ਖੁਆਇਸ਼ਾਂ ਲੈ ਕੇ ਅਸੀਂ ਬੈਠੇ ਆ, ਬਹੁਤ ਜ਼ਿਆਦਾ ਸਿਫਾਰਿਸ਼ਾਂ ਲੈ ਕੇ ਬੈਠੇ ਆ, ਬਹੁਤ ਜ਼ਿਆਦਾ ਡਿਮਾਂਡ ਸਾਡੀਆਂ ਪਰਮੇਸ਼ਰ ਦੇ। ਇੱਕ ਖੁਆਇਸ਼ ਨੂੰ, ਇੱਕ ਇੱਛਾ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ, ਕਿੰਨਾ ਆਪਣੇ ਆਪ ਨੂੰ ਬਣਾ ਕੇ ਰੱਖਣਾ ਪੈਂਦਾ ਆ, ਫਿਰ ਖੁਦਾ ਸਾਡੇ ਲਈ ਕੰਮ ਕਰਦਾ ਆ। ਤੇ ਇੱਥੇ ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ? ਭਾਲਣ ਵਾਲੇ, ਤੱਕਣ ਵਾਲੇ ਨੂੰ ਤੇ ਮਸਕੀਨ ਸੁਭਾਅ ਵਾਲੀ ਨੂੰ, ਭਾਲਣ ਵਾਲੀ, ਪ੍ਰਭੂ ਨੂੰ ਸਦਾ ਤੱਕਣ ਵਾਲੀ ਤੇ ਅਧੀਨ ਹੋ ਕੇ ਉਹਦੇ ਅੱਗੇ ਪ੍ਰਾਰਥਨਾ ਕਰਨ ਵਾਲੀ ਔਰਤ ਨੂੰ ਕੀ ਕਿਹਾ? ਹੇ ਬੀਬੀ, ਕਹਿੰਦਾ ਜਿਵੇਂ ਤੂੰ ਚਾਹੁੰਦੀ ਆ, ਜਿੱਦਾਂ ਦਾ ਤੂੰ ਜੀਵਨ ਚਾਹੁੰਦੀ ਆ, ਜੋ ਤੂੰ ਆਪਣੀ ਫੈਮਿਲੀ 'ਚ ਚਾਹੁੰਦੀ ਆ, ਜੋ ਤੂੰ ਆਪਣੇ ਕਾਰੋਬਾਰ 'ਚ ਚਾਹੁੰਦਾ ਆ, ਜੋ ਤੂੰ ਦੇਸ਼ ਵਿਦੇਸ਼ ਲਈ ਚਾਹੁੰਦਾ ਆ, ਜੋ ਆਪਣੇ ਬਾਗ, ਆਪਣੀ ਖੇਤੀਬਾੜੀ ਲਈ ਚਾਹੁੰਦਾ ਆ, ਜੋ ਤੂੰ ਆਪਣੀ ਬੇਟੀ, ਆਪਣੇ ਬੇਟੇ ਲਈ ਚਾਹੁੰਦਾ ਆ, ਯਿਸੂ ਨੇ ਕਿਹਾ ਤਿਵੇਂ ਹੀ ਤੇਰੇ ਲਈ ਹੋਵੇ। ਤਾਂ ਜੋ ਕੁਝ ਪ੍ਰਭੂ ਯਿਸੂ ਮਸੀਹ ਕਹਿੰਦਾ ਆ ਉਹ ਪ੍ਰਭਾਵਸ਼ਾਲੀ ਹੈ। ਜਿਵੇਂ ਪਿਛਲੇ ਸੰਡੇ ਇਹ ਵਚਨ ਹੋਇਆ ਸੀ ਕਿ ਪ੍ਰਭੂ ਦੇ ਮੁਖ ਚੋਂ ਨਿਕਲਿਆ ਹੋਇਆ ਹਰੇਕ ਵਾਕ ਸ਼ਕਤੀਸ਼ਾਲੀ ਆ, ਕੋਈ ਵੀ ਵਾਕ ਸ਼ਕਤੀਹੀਨ ਨਹੀਂ ਆ, ਸ਼ਕਤੀਸ਼ਾਲੀ ਆ। ਇਸ ਔਰਤ ਲਈ ਕੀ ਹੋਇਆ? ਇਹ ਚਾਹੁੰਦੀ ਸੀ, ਲਿਖਿਆ ਗਿਆ ਬਾਈਬਲ 'ਚ, ਉਹਦੀ ਬੇਟੀ ਉਸੇ ਵੇਲੇ ਆਜ਼ਾਦ ਹੋ ਗਈ। ਅਸੀਂ ਜੋ ਚਾਹੁੰਦੇ ਆ, ਪਰਮੇਸ਼ਰ ਨੇ ਸਾਡੇ ਲਈ ਇਹ ਗੱਲ ਕਹੀ ਆ। ਇਹ ਬੀਬੀ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਆ, ਇਹ ਰੀਅਲ ਸਟੋਰੀ ਆ ਜੋ ਉਸ ਵੇਲੇ ਹੋਇਆ ਸੀ, ਪਰ ਇਹਦੇ ਪਿੱਛੇ ਸਾਡੇ ਲਈ ਇੱਕ ਭੇਦ ਆ, ਇਹਦੇ ਪਿੱਛੇ ਸਾਡੇ ਲਈ ਇੱਕ ਆਸ਼ੀਸ਼ ਆ, ਇਹਦੇ ਪਿੱਛੇ ਸਾਡੇ ਲਈ ਇੱਕ ਬਰਕਤ ਆ, ਇਹਦੇ ਪਿੱਛੇ ਸਾਡੇ ਜੀਵਨ ਦਾ ਇੱਕ ਆਨੰਦ ਆ ਕਿ ਜੇ ਤੁਸੀਂ ਵੀ ਐਦਾਂ ਦੇ ਬਣ ਜਾਵੋ, ਹਮੇਸ਼ਾ ਅਧੀਨਗੀ ਦੇ ਨਾਲ ਉਹਨੂੰ ਭਾਲਣ ਵਾਲੇ ਤੇ ਉਹਨੂੰ ਤੱਕਣ ਵਾਲੇ ਬਣ ਜਾਵੋ, ਤੇ ਫਿਰ ਉਹ ਪਰਮੇਸ਼ਵਰ ਜਿਹਦੇ ਅੱਗੇ, ਜਿਹਨੂੰ ਤੁਸੀਂ ਭਾਲਦੇ ਹੋ, ਜਿਹਨੂੰ ਤੁਸੀਂ ਤੱਕਦੇ ਰਹਿੰਦੇ ਹੋ, ਜਿਹਦੇ ਅੱਗੇ ਤੁਸੀਂ ਨਮਰ ਸੁਭਾਅ ਦੇ ਨਾਲ ਪੇਸ਼ ਹੁੰਦੇ ਹੋ, ਮੇਰੇ ਇਜ਼ੋ ਫਿਰ ਇਹੀ ਵਚਨ ਤੁਹਾਡੇ ਜੀਵਨ 'ਚ ਵੀ ਪੂਰਾ ਹੋਵੇਗਾ। ਮੇਰੇ ਇਜ਼ੋ ਪ੍ਰਭੂ ਉਦੋਂ ਤੋਂ ਤੁਹਾਡੇ ਜੀਵਨ 'ਚ ਵਚਨ ਪੂਰਾ ਕਰਨਾ ਚਾਹੁੰਦਾ ਜਿਸ ਦਿਨ ਤੋਂ ਤੁਹਾਨੂੰ ਪਰਮੇਸ਼ਵਰ ਨੇ ਲੱਭ ਲਿਆ ਆ, ਜਿਸ ਦਿਨ ਤੋਂ ਤੁਸੀਂ ਮੇਰੇ ਇਜ਼ੋ ਪਰਮੇਸ਼ਵਰ ਨੂੰ ਜਾਣ ਲਿਆ ਆ, ਜਿਸ ਦਿਨ ਤੋਂ ਤੁਸੀਂ ਪਰਮੇਸ਼ਵਰ ਨੂੰ ਜਾਣਨ ਤੋਂ ਬਾਅਦ ਵਿਸ਼ਵਾਸ ਨਾਲ ਤੌਬਾ ਕਰ ਲਈ ਆ, ਉਦੋਂ ਤੋਂ ਹੀ ਪਰਮੇਸ਼ਵਰ ਤੁਹਾਡੇ ਲਈ ਇਹ ਵਚਨ ਪੂਰਾ ਕਰਨਾ ਚਾਹੁੰਦਾ ਹੈ ਕਿ ਤੂੰ ਜਿਵੇਂ ਚਾਹੁੰਦੀ ਆ, ਜਿਵੇਂ ਚਾਹੁੰਦਾ ਆ, ਤਿਵੇਂ ਹੀ ਤੇਰੇ ਨਾਲ ਹੋਵੇ। ਹਾਲੇਲੂਇਆ। ਉਹ ਕੇਵਲ ਤੁਹਾਡੇ ਨਾਲ ਨਹੀਂ, ਤੁਹਾਡੀਆਂ ਆਉਣ ਵਾਲੀਆਂ ਬਹੁਤੀਆਂ ਪੁਸ਼ਤਾਂ ਦੇ ਨਾਲ ਐਦਾਂ ਹੀ ਕਰਨਾ ਚਾਹੁੰਦਾ ਆ। ਉਹ ਐਦਾਂ ਹੀ ਤੁਹਾਡੇ ਤੋਂ ਬਾਅਦ ਤੁਹਾਡੀਆਂ ਪੁਸ਼ਤਾਂ ਨੂੰ ਮੇਰੇ ਤੋਂ ਬੋਲਣਾ ਚਾਹੁੰਦਾ ਆ, ਪਰ ਇਹ ਉਦੋਂ ਹੋਵੇਗਾ ਜਦੋਂ ਉਹਨੂੰ ਭਾਲਾਂਗੇ। ਤੇ ਭਾਲ ਅਸੀਂ ਲਿਆ ਆ, ਇਸੇ ਲਈ ਮੈਂ ਪ੍ਰਭੂ ਦੇ ਕੋਲ ਆਏ ਆ। ਭਾਲ ਅਸੀਂ ਲਿਆ ਆ, ਪਰ ਤੱਕਦੇ ਨਹੀਂ ਆ। ਤੱਕਦੇ ਕਦੋਂ ਆ? ਜਦੋਂ ਲੋੜ ਪੈਂਦੀ ਆ। 10-15 ਮਿੰਟ ਲਈ ਪ੍ਰਾਰਥਨਾ 'ਚ ਤੱਕਦੇ ਆ, 10-15 ਮਿੰਟ ਲਈ ਪ੍ਰਾਰਥਨਾ 'ਚ। ਅਲੀਸ਼ਾ ਨੇ ਕੀ ਕਿਹਾ ਸੀ? ਜਦੋਂ ਏਲੀਆ ਨੇ, ਮੇਰੇ ਇਜ਼ੋ ਦੇ ਉਸਤਾਦ ਨੇ, ਉਹਦੇ ਸਵਾਮੀ ਨੇ ਕਿਹਾ ਕਿ ਤੂੰ ਇੱਥੇ ਰੁਕ, ਮੈਂ ਗਿਲਗਾਲ ਨੂੰ ਜਾ ਰਿਹਾ, ਪਰਮੇਸ਼ਰ ਨੇ ਮੈਨੂੰ ਉੱਥੇ ਸੱਦਿਆ। ਉਹ ਕਹਿੰਦਾ ਨਹੀਂ, ਜਿੰਦੇ ਯਹੋਵਾ ਦੀ ਸਹੁੰ, ਤੇਰੀ ਸਹੁੰ, ਕਹਿੰਦਾ ਮੈਂ ਤੈਨੂੰ ਛੱਡਣਾ ਨਹੀਂ ਆ। ਮੀਨਸ ਤੈਨੂੰ ਤੱਕਣੋਂ ਨਹੀਂ ਛੱਡਣਾ ਹੁਣ ਮੈਂ, ਕਿਉਂਕਿ ਲੱਭ ਤਾਂ ਮੈਂ ਲਿਆ ਆ। ਕਿਉਂਕਿ ਜਦੋਂ ਲਿਖਿਆ ਗਿਆ ਬਾਈਬਲ ਦੇ ਵਿੱਚ, ਏਲੀਆ ਨੂੰ ਪਰਮੇਸ਼ਰ ਨੇ ਭੇਜਿਆ ਮੱਸਾ ਦੇ ਲਈ, ਉਸ ਵੇਲੇ ਜਦੋਂ ਅਲੀਸ਼ਾ ਹਲ ਬਾਹ ਰਿਹਾ ਸੀ ਆਪਣੇ ਖੇਤਾਂ ਦੇ ਵਿੱਚ, ਏਲੀਆ ਉੱਥੋਂ ਦੀ ਲੰਘਿਆ, ਅਲੀਸ਼ਾ ਵੀ ਉਹਦੇ ਪਿੱਛੇ ਚੱਲ ਪਿਆ।
ਅਲੀਸ਼ਾ ਨੇ ਏਲੀਆ ਨੂੰ ਕਿਹਾ ਜੇ ਤੂੰ ਮੈਨੂੰ ਆਗਿਆ ਦਵੇਂ ਤੇ ਮੈਂ ਜਾ ਕੇ ਆਪਣੇ ਮਾਤਾ ਪਿਤਾ ਨੂੰ ਪ੍ਰਣਾਮ ਕਰਿਆ ਵਾਂ। ਉਹ ਕਹਿੰਦਾ ਮੈਂ ਕਿਹੜਾ ਤੈਨੂੰ ਸੱਦਿਆ, ਤੂੰ ਜੋ ਕਰਨਾ ਕਰ। ਉਹ ਆਪਣੇ ਮਾਤਾ ਪਿਤਾ ਕੋਲ ਨਹੀਂ ਗਿਆ। ਕਿਉਂ ਨਹੀਂ ਗਿਆ? ਉਹਨੂੰ ਪਤਾ ਸੀ ਜਿਹਨੂੰ ਮੈਂ ਭਾਲਦਾ ਆ ਉਹ ਲੱਭ ਪਿਆ ਆ, ਜਿਹਨੂੰ ਮੈਂ ਭਾਲਦਾ ਆ ਉਹ ਲੱਭ ਪਿਆ ਆ। ਹੁਣ ਅੱਗੇ ਜਾ ਕੇ ਅਲੀਸ਼ਾ, ਲਿਖਿਆ ਗਿਆ ਅਲੀਸ਼ਾ ਆਪਣੇ ਸੁਆਮੀ ਏਲੀਆ ਦੀ ਸੇਵਾ ਟਹਿਲ ਕਰਦਾ ਸੀ। ਔਰ ਉਸ ਤੋਂ ਬਾਅਦ ਇੱਕ ਸਮਾਂ ਆਇਆ ਜਦੋਂ ਪਰਮੇਸ਼ਵਰ ਨੇ ਏਲੀਆ ਨੂੰ ਜਿਉਂਦਾ ਹੀ ਉਠਾਉਣਾ ਸੀ। ਔਰ ਅਲੀਸ਼ਾ ਨੂੰ ਕਹਿੰਦਾ ਕਿ ਤੂੰ ਇੱਥੇ ਰੁਕ, ਮੈਨੂੰ ਪਰਮੇਸ਼ਵਰ ਨੇ ਗਿਲਗਾਲ ਨੂੰ ਸੱਦਿਆ ਹੈ, ਮੈਂ ਉੱਥੇ ਜਾ ਕੇ ਚੜਾਵਾ ਚੜਾ ਕੇ ਆਉਣਾ, ਵਾਪਸ ਤੇਰੇ ਕੋਲ ਆਉਂਦਾ। ਕਹਿੰਦਾ ਨਹੀਂ, ਜਿੰਦੇ ਯਹੋਵਾ ਤੇ ਤੇਰੀ ਸਹੁੰ ਮੈਂ ਤੈਨੂੰ ਨਹੀਂ ਛੱਡਣਾ। ਕਿਉਂ ਨਹੀਂ ਛੱਡਣਾ? ਜਿਹੜੀ ਚੀਜ਼ ਸਾਨੂੰ ਬਹੁਤ ਮਿਹਨਤ ਤੋਂ ਬਾਅਦ ਲੱਭਦੀ ਆ, ਅਸੀਂ ਉਹਨੂੰ ਸੰਭਾਲ ਕੇ ਰੱਖਦੇ ਆ। ਹਾਲੇਲੂਇਆ। ਮੰਨਦੇ ਆ? ਕਿੰਨੇ ਨੇ ਮੰਨਦੇ ਆ ਕਿ ਜਿਹੜੀ ਚੀਜ਼ ਬਹੁਤ ਮਿਹਨਤ ਤੋਂ ਬਾਅਦ ਮਿਲਦੀ ਆ ਅਸੀਂ ਬਹੁਤ ਸੰਭਾਲ ਕੇ ਰੱਖਦੇ ਆ? ਕਿੰਨੇ ਲੋਕ ਆ ਜਿਹੜੇ ਸੰਭਾਲ ਕੇ ਰੱਖਦੇ ਫਿਰਦਾ? ਹਾਂ, ਬਾਕੀ ਲਾਪਰਵਾਹੀ ਆ। ਆਮੀਨ। ਅੱਛਾ, ਇੱਕ ਮੈਂ ਦੱਸਦਾ ਤੁਹਾਨੂੰ, ਇੱਕ ਚੀਜ਼ ਸਾਰਿਆਂ ਨੂੰ ਮਿਲੀ ਹੈ, ਜਿਹੜੇ ਲਗਭਗ 20 22 24 ਸਾਲ ਤੋਂ ਉੱਤੇ ਆ, ਮਰਦ ਕੀ ਔਰਤਾਂ ਕੀ, ਸਾਰਿਆਂ ਨੂੰ ਮਿਲੀ ਆ। ਕਿਹੜੀ ਚੀਜ਼ ਆ? ਕਿਹੜੀ ਚੀਜ਼ ਆ? ਮੈਂ ਬਾਹਰੋਂ ਉਦਾਹਰਨਾਂ ਦੇਣ ਦੀ ਬਜਾਏ ਮੈਂ ਚਾਹੁੰਦਾ ਤੁਹਾਡੇ ਘਰੋਂ ਹੀ ਤੁਹਾਡੇ ਜੀਵਨ ਚ ਉਦਾਹਰਨ ਦਵਾਂ। ਮੈਂ ਵਲੰਟੀਅਰ ਧਿਆਨ ਦਿਆ ਕਰੋ। ਵਲੰਟੀਅਰ ਮੈਨੂੰ ਲੱਗਦਾ ਨਾ ਕਬੂਤਰਾਂ ਵਰਗੇ ਬਣ ਜਾਂਦੇ ਆ, ਨਿਆਣੇ ਸੱਪਾਂ ਵਾਂਗ ਇਹਨਾਂ ਨੂੰ ਛੇੜ ਜਾਂਦੇ ਆ। ਬਹੁਤ ਮਿਹਨਤ ਤੋਂ ਬਾਅਦ ਇੱਕ ਚੀਜ਼ ਜਿਹੜੀ ਮਿਲਦੀ ਉਹਨੂੰ ਬੜਾ ਸੰਭਾਲ ਕੇ ਰੱਖਦੇ ਆ। ਜਗਤ ਦੀਆਂ ਨੀਆਂ ਧਰਨ ਤੋਂ ਪਹਿਲਾਂ, ਮਾਂ ਦੀ ਕੁੱਖ ਚ ਪੈਣ ਤੋਂ ਪਹਿਲਾਂ ਵੀ ਮੇਰੀ ਇੱਕ ਪਸਲੀ ਕੱਢ ਕੇ ਰੱਬ ਨੇ ਕਿਤੇ ਰੱਖ ਦਿੱਤੀ ਸੀ। ਕਦੋਂ ਦੀ? ਜਗਤ ਦੀਆਂ ਨੀਆਂ ਮਾਂ ਦੀ ਕੁੱਖ ਚ ਪੈਣ ਤੋਂ ਪਹਿਲਾਂ ਪ੍ਰਭੂ ਨੇ 23 ਪਸਲੀਆਂ ਰੱਖ ਕੇ ਇੱਕ ਪਸਲੀ ਕੱਢ ਕੇ ਰੱਖ ਦਿੱਤੀ ਸੀ। 18 20 22 24 26 28 30 ਸਾਲ ਦੀ ਉਮਰ ਚੋਂ ਮੈਨੂੰ ਪਸਲੀ ਮਿਲੀ। ਫਿਰ ਮੈਨੂੰ ਕਿੰਨੀ ਸੰਭਾਲ ਕੇ ਰੱਖਣੀ ਪੈਣੀ ਉਹ? ਕਿਉਂਕਿ ਮੈਂ ਉਦਾਹਰਨ ਬਾਹਰੋਂ ਨਹੀਂ ਦੇਣ ਜਾਣਾ ਕਿ ਦੂਰੋਂ, ਤੁਹਾਡੀ ਹੀ ਜ਼ਿੰਦਗੀ ਚੋਂ। ਤੇ ਹੁਣ ਉਹਨਾਂ ਔਰਤਾਂ ਦੇ ਲਈ ਕਿ ਜਿਹੜੀਆਂ 23 ਪਸਲੀਆਂ ਤੁਹਾਡੇ ਤੋਂ ਪਤਾ ਨਹੀਂ ਕਿੰਨੇ ਸੈਂਕੜੇ ਸਾਲ ਪਹਿਲਾਂ ਵੱਖਰੀਆਂ ਕੀਤੀਆਂ ਸੀਗੀਆਂ, ਹੁਣ ਉਹ ਤੁਹਾਨੂੰ ਮਿਲ ਗਈਆਂ। ਕਿੰਨੀ ਸੰਭਾਲ ਕੇ ਰੱਖਣੀ ਪੈਣੀ ਉਹ ਪਸਲੀਆਂ? ਰੱਖਦੇ ਕਿ ਨਹੀਂ ਰੱਖਦੇ? ਰੱਖਦੇ ਕਿ ਨਹੀਂ ਰੱਖਦੇ? ਅਲੀਸ਼ਾ ਕਹਿੰਦਾ ਮੈਨੂੰ ਪਤਾ ਨਹੀਂ ਕਿੰਨੇ ਚਿਰ ਬਾਅਦ ਏਲੀਆ ਮੇਰਾ ਸੁਆਮੀ ਮਿਲਿਆ ਆ, ਪ੍ਰਭੂ ਦਾ ਜਨ ਮਿਲਿਆ ਆ। ਤੇ ਕਹਿੰਦਾ ਮੈਨੂੰ ਜਿੰਦੇ ਯਹੋਵਾ ਤੇ ਤੇਰੀ ਜਿੰਦ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਣਾ। ਇੰਨੇ ਚਿਰਾਂ ਤੋਂ ਮੈਂ ਭਾਲਣ ਡਿਆ ਸੀ, ਹੁਣ ਮੈਨੂੰ ਮਿਲਿਆ ਆ ਤੇ ਹੁਣ ਮੈਂ ਛੱਡ ਕੇ ਚਲ ਜਾਵਾਂ? ਕਦੀ ਵੀ ਨਹੀਂ। ਫਿਰ ਬਹਾਨਾ ਪਾਇਆ। ਏਲੀਆ ਨੇ ਥੋੜਾ ਅੱਗੇ ਚਲਾ ਗਿਆ ਲੈ ਕੇ, ਉਹਨੂੰ ਕਹਿੰਦਾ ਕਿ ਮੈਨੂੰ ਹੁਣ ਪਰਮੇਸ਼ਰ ਨੇ ਜਰਦਨ ਤੋਂ ਪਾਰ ਸੱਦਿਆ, ਤੂੰ ਇੱਥੇ ਰੁਕ। ਕਹਿੰਦਾ ਮੈਨੂੰ ਜਿਉਂਦੇ ਯਹੋਵਾ ਦੀ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਣਾ। ਕਿਉਂ ਨਹੀਂ ਛੱਡਣਾ? ਇੰਨੇ ਸਾਲ ਪਹਿਲਾਂ ਤਾਂ ਮੈਂ ਤੈਨੂੰ ਭਾਲਦਾ ਸੀ, ਮਸਾ ਤਾਂ ਲੱਭਾ, ਹੁਣ ਮੈਂ ਤੈਨੂੰ ਛੱਡ ਦਵਾਂਗਾ? ਨਹੀਂ ਛੱਡਿਆ। ਫਿਰ ਉਹਨੇ ਬਹਾਨਾ ਪਾਇਆ ਕਿ ਮੈਨੂੰ ਪਰਮੇਸ਼ਵਰ ਨੇ ਜਰੀਹੋ ਸੱਦਿਆ, ਜਰੀਹੋ ਤੋਂ ਪਾਰ ਸੱਦਿਆ, ਤੂੰ ਮੈਨੂੰ ਜਾਣਦੇ, ਤੂੰ ਇੱਥੇ ਰੁਕ। ਕਹਿੰਦਾ ਮੈਨੂੰ ਜਿੰਦੇ ਯਹੋਵਾ ਦੀ ਤੇਰੀ ਜਿੰਦ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਣਾ। ਕਿਉਂ ਨਹੀਂ ਛੱਡਣਾ? ਕਿਉਂਕਿ ਉਹਨੂੰ ਪਤਾ ਸੀ ਕਿ ਜੋ ਕੁਝ ਮੈਨੂੰ ਮਿਲਣਾ ਆ ਪਰਮੇਸ਼ਵਰ ਤੋਂ ਮਿਲਣਾ ਆ, ਕਿਸੇ ਹੋਰ ਤੋਂ ਮਿਲਣਾ ਨਹੀਂ ਹੈ। ਦੇਖੋ ਤੁਸੀਂ ਕਿੰਨੀ ਵਾਰ ਛੱਡਦੇ ਆ। ਦੇਖੋ ਤੁਹਾਡੇ ਬੱਚਿਆਂ ਨੇ ਛੱਡਿਆ ਆ, ਦੇਖੋ ਤੁਹਾਡੇ ਪਰਿਵਾਰਾਂ ਨੇ ਛੱਡਿਆ ਆ, ਤੁਹਾਡੀ ਵਾਈਫ ਨੇ ਛੱਡਿਆ, ਤੁਹਾਡੇ ਹਸਬੈਂਡ ਨੇ ਛੱਡਿਆ ਆ। ਇਸੇ ਲਈ ਅੱਜ ਵੀ ਗਵਾਈਆਂ ਦੇ ਵੇਲੇ ਸ਼ਰਮਿੰਦੇ ਹੁੰਦੇ ਆ। ਅਸੀਂ ਦੂਜੇ ਦੀ ਗਵਾਹੀ ਕਰਕੇ ਮੇਰੇ ਤੋਂ ਅਸੀਂ ਸ਼ਰਮਿੰਦੇ ਹੋ ਜਾਂਦੇ ਆ। ਫਲਾਣਾ ਪਿੱਛੋਂ ਆ ਕੇ ਗਵਾਹੀ ਦੇ ਗਿਆ, ਅਸੀਂ ਸਾਡੀ ਜ਼ਿੰਦਗੀ ਗਵਾਹੀ ਨਹੀਂ ਬਣੀ। ਕਾਰਨ ਕੀ ਆ? ਜੇ ਇਹਨੂੰ ਭਾਲਿਆ ਉਹਨੂੰ ਤੱਕਦੇ ਨਹੀਂ ਆ। ਜੇ ਭਾਲਣ ਤੋਂ ਬਾਅਦ ਤੱਕਦੇ ਹੀ ਆ, ਉਹਦੇ ਅੱਗੇ ਨੰਬਰ ਨਹੀਂ ਹੁੰਦੇਗੇ, ਉਹਦੇ ਅੱਗੇ ਅਸੀਂ ਅਧੀਨ ਨਹੀਂ ਹੁੰਦੇਗੇ। ਹੁਣ ਏਲੀਆ ਨੇ ਅਲੀਸ਼ਾ ਨੂੰ ਸਾਫ਼ ਦੱਸ ਦਿੱਤਾ ਕਿ ਹੁਣ ਦੱਸ, ਮੈਨੂੰ ਮੇਰਾ ਪਰਮੇਸ਼ਰ ਉਠਾਉਣ ਵਾਲਾ ਆ, ਤੂੰ ਕੀ ਚਾਹੁੰਦਾ ਆ? ਤੇ ਅਲੀਸ਼ਾ ਨੂੰ ਇਹ ਪਤਾ ਸੀ ਕਿ ਜਿਹੜਾ ਬੰਦਾ ਇਸ ਧਰਤੀ ਤੇ ਆਇਆ ਉਹਨੇ ਵਾਪਸ ਜਾਣਾ ਹੀ ਜਾਣਾ ਆ। ਮੈਂ ਬੰਨ ਤਾਂ ਸਕਦਾ ਨਹੀਂ ਏਲੀਆ ਨੂੰ, ਚਾਹੇ ਮਰ ਕੇ ਜਾਵੇ ਚਾਹੇ ਜਿਉਂਦਾ ਹੀ ਜਾਵੇ। ਇਹ ਤਾਂ ਪਰਮੇਸ਼ਰ ਦੀ ਇੱਕ ਰੀਤ ਆ ਕਿ ਹਮ ਹੋਣਾ ਹੀ ਹੋਣਾ ਆ। ਹੁਣ ਇੱਥੇ ਅਲੀਸ਼ਾ ਬੇਬਸ ਆ ਕਿ ਹੁਣ ਏਲੀਆ ਨੂੰ ਜਾਣਾ ਹੀ ਪੈਣਾ, ਇਸ ਜਹਾਨ ਨੂੰ ਛੱਡਣਾ ਹੈ ਏਲੀਆ ਨੇ।
ਤਾਂ ਫਿਰ ਅਲੀਸ਼ਾ ਨੇ ਕੀ ਕਿਹਾ? ਅਲੀਸ਼ਾ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਜਦ ਤੂੰ ਮੇਰੇ ਤੋਂ ਅੱਡ ਕੀਤਾ ਜਾਵੇਂ, ਤੇਰੀ ਰੂਹ ਦਾ ਦੁੱਗਣਾ ਅਭਿਸ਼ੇਕ ਮੇਰੇ ਉੱਤੇ ਆਵੇ। ਤੇ ਏਲੀਆ ਨੇ ਕੀ ਕਿਹਾ ਕਿ ਜਦ ਯਹੋਵਾ ਪਰਮੇਸ਼ਰ ਮੈਨੂੰ ਇੱਥੋਂ ਉਠਾਵੇ ਤੇ ਤੂੰ ਕੀ ਕਰਦਾ ਰਹੀਂ? ਮੈਨੂੰ ਤੱਕਦਾ ਰਵੀਂ। ਕੀ ਕਰਦਾ ਰਵੀਂ? ਤੱਕਦਾ ਰਵੀਂ। ਹੁਣ ਇੱਥੇ ਕੀ ਲਿਖਿਆ ਗਿਆ? ਤੱਕਣ ਵਾਲਿਆਂ ਦੇ ਲਈ ਲਿਖਿਆ ਗਿਆ ਹੈ। ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਹੀਂ, ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ, ਜਿਹੜੇ ਆਪਣੇ ਪਰਮੇਸ਼ਰ ਨੂੰ ਤੱਕਦੇ ਰਹਿੰਦੇ ਆ। ਲਿਖਿਆ ਐਂਡ ਦਾ ਸਮਾਂ ਜਦੋਂ ਏਲੀਆ ਉਠਾਇਆ ਗਿਆ, ਅਲੀਸ਼ਾ ਉਹਨੂੰ ਤੱਕਦਾ ਰਿਹਾ ਤੇ ਉਹਦਾ ਸ਼ਾਲ, ਉਹਦੀ ਗੋਦੜੀ ਜਿਹੜੀ ਸੀ ਉਹ ਪੁੰਜੇ ਡਿੱਗੀ, ਉੱਤੋਂ ਪੁੰਜੇ ਡਿੱਗੀ ਤਾਂ ਅਲੀਸ਼ਾ ਦੇ ਉੱਤੇ ਦੋਹਰਾ ਮਸਾ ਉਤਰ ਗਿਆ। ਅਸੀਂ ਤਾਂ ਛੱਡਣ ਲੱਗੇ, ਟਾਈਮ ਨਹੀਂ ਲਾਉਂਦੇ ਕਿ ਫਟਾਫਟ ਛੱਡ ਕੇ ਆਉ ਜਾਂਦੇ ਆ, ਆਉ ਜਾਂਦੇ ਆਉ ਜਾਂਦੇ ਆ। ਇੱਕ ਨਾ ਮੇਰੇ ਖਿਆਲ ਚ ਕੀ ਕਹਾਵਤ ਹੁੰਦੀ ਸੀ, ਕੀ ਕਹਿੰਦੇ ਹੁੰਦੇ ਆ, ਕਹਿੰਦੇ ਦੁਨੀਆ ਦੀ ਸਭ ਤੋਂ ਤੇਜ਼ ਚੀਜ਼ ਕਿਹੜੀ ਆ? ਆਓ ਗਈ ਹੈ ਹਾਂ, ਨਜ਼ਰ ਸਭ ਤੋਂ ਤੇਜ਼। ਤੇ ਮੈਂ ਹੁਣ ਮੈਨੂੰ ਲੱਗਦਾ ਹੈ ਜਦੋਂ ਦਾ ਮੈਂ ਸੇਵਾ ਚ ਆਇਆ ਨਾ, ਉਦੋਂ ਦਾ ਮੈਨੂੰ ਲੱਗਦਾ ਕਿ ਇਹ ਗੱਲ ਗਲਤ ਆ। ਇੱਕ ਵਿਸ਼ਵਾਸੀ ਉਹ ਜਾਂਦਾ ਫਟਾਫਟ, ਉਨੀ ਤੇਜ਼ ਨਿਗਾਹ ਨਹੀਂ ਘੁੰਮਦੀ ਜਿੰਨੀ ਤੇਜ਼ ਵਿਸ਼ਵਾਸੀ ਬਦਲ ਜਾਂਦਾ। ਜਿੰਨੀ ਜਲਦੀ ਵਿਸ਼ਵਾਸੀ ਬਦਲਦਾ ਆ ਮੇਰੇ ਈਜ਼ੋ, ਉਨੀ ਤੇਜ਼ ਨਜ਼ਰ ਵੀ ਨਹੀਂ ਦੌੜਦੀ। ਹੁਣ ਉੱਤਰ ਅੱਗੇ ਤੋਂ ਇਹ ਨਹੀਂ ਦੇਣਾ ਕਰਨਾ ਕਿ ਨਜ਼ਰ, ਹੁਣ ਉੱਤਰ ਇਹ ਨਾ ਦਿਆ ਕਰੋ ਕਿ ਨਜ਼ਰ ਸਭ ਤੋਂ ਤੇਜ਼ ਦੌੜਦੀ ਆ, ਵਿਸ਼ਵਾਸੀ ਦੌੜਦਾ ਫਟਾਫਟ। ਹਾਲੇਲੂਇਆ। ਕਦੋਂ ਪਰਮੇਸ਼ਵਰ ਨੇ ਮੇਰੇ ਈਜ਼ੋ ਅਲੀਸ਼ਾ ਨੂੰ ਏਲੀਆ ਦਾ ਦੋਹਰਾ ਮਸਾ ਭੇਜਿਆ, ਜਦੋਂ ਅਲੀਸ਼ਾ ਆਪਣੇ ਕਹੇ ਹੋਏ ਮੇਰੇ ਈਜ਼ੋ ਦਾਸ ਦੇ ਕਹਿਣ ਦੇ ਅਨੁਸਾਰ ਉਹਦੇ ਉਠਾਏ ਜਾਣ ਵੇਲੇ ਤੱਕਦਾ ਰਿਹਾ। ਤੇ ਫਿਰ ਅਲੀਸ਼ਾ ਨੂੰ ਕਦੀ ਵੀ ਸ਼ਰਮਿੰਦਗੀ ਨਹੀਂ ਝੱਲਣੀ ਪਈ, ਦੇਖਣੀ ਪਈ। ਤੇ ਗਿਹਾਜੀ ਨੇ ਅਲੀਸ਼ਾ ਨੂੰ ਤੱਕਣਾ ਬੰਦ ਕਰ ਦਿੱਤਾ ਕਿਉਂਕਿ ਉਹਦਾ ਧਿਆਨ ਧਨ ਵੱਲ ਚਲਾ ਗਿਆ। ਗਿਹਾਜੀ ਦੇ ਮਨ 'ਚ ਲਾਲਚ ਆ ਗਿਆ ਤੇ ਉਹਨੇ ਆਪਣੇ ਸਵਾਮੀ ਅਲੀਸ਼ਾ ਵੱਲ ਤੱਕਣਾ ਬੰਦ ਕਰ ਦਿੱਤਾ। ਅਸੀਂ ਵੀ ਕਈ ਵਾਰ ਆਪਣੇ ਪਰਿਵਾਰਾਂ 'ਚ, ਰਿਸ਼ਤੇਦਾਰਾਂ 'ਚ, ਵਿਆਹਾਂ ਸ਼ਾਦੀਆਂ 'ਚ, ਕਈ ਕੰਮਾਂ ਦੇ ਵਿੱਚ ਖੁਦਾ ਨੂੰ ਤੱਕਣਾ ਛੱਡ ਦਿੰਨੇ ਆ। ਇਹੀ ਕਾਰਨ ਆ ਕਿ ਸਾਡੇ ਜੀਵਨ 'ਚ ਸ਼ਰਮਿੰਦਗੀ ਆ ਜਾਂਦੀ ਆ। ਜਿਹੜੇ ਉਹਨੂੰ ਤੱਕਦੇ ਰਹਿੰਦੇ ਆ ਉਹ ਕਦੇ ਵੀ ਉਹਨਾਂ ਦੇ ਮੂੰਹ ਕਾਲੇ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ, ਕਦੀ ਵੀ ਲੱਜਿਆਵਾਨ ਨਹੀਂ ਹੋਣਗੇ। ਤੇ ਕਈਆਂ ਦੇ ਮਨ ਦੇ ਵਿੱਚ ਵਹਿਮ ਭਰਮ ਬਣਿਆ ਰਹਿੰਦਾ ਹੈ ਕਿ ਜੇ ਅਸੀਂ ਤੱਕਣਾ ਛੱਡਿਆ ਸਾਡਾ ਕਿਹੜਾ ਕੰਮ ਨਹੀਂ ਹੋਇਆਗਾ, ਇਹ ਤਾਂ ਛੋਟਾ ਜਿਹਾ ਕੰਮ ਹੋਇਆ ਆ, ਹਜੇ ਬਹੁਤ ਵੱਡਾ ਕੰਮ ਅੜਨਾ। ਕਿਉਂਕਿ ਰੱਬ ਛੋਟੀਆਂ ਛੋਟੀਆਂ ਬੋਲਾਂ ਨਹੀਂ ਖੇਡਦਾ, ਉਹ ਕੰਚੇ ਨਹੀਂ ਖੇਡਦਾ। ਹਾਲੇਲੂਇਆ। ਜਿਹੜੇ ਤੱਕਣੋਂ ਛੱਡ ਦਿੰਦੇ ਆ। ਜੇ ਪਤਰਸ ਨੇ ਤੱਕਣਾ ਛੱਡਿਆ ਸੀ, ਮੈਨੂੰ ਇੱਕ ਗੱਲ ਦੱਸੋ ਪਹਿਲਾਂ, ਮਛੇਰਾ ਉਹਨੂੰ ਤੈਰਨਾ ਆਉਂਦਾ ਕਿ ਨਹੀਂ ਹੁੰਦਾ ਹੋਊਗਾ? ਮਛੇਰੇ, ਮੱਛੀਆਂ ਫੜਨ ਵਾਲੇ, ਜਾਲ ਪਾਉਣ ਵਾਲੇ, ਮੱਛੀਆਂ ਫੜਨ ਵਾਲੇ ਜਿਹੜੇ ਹੁੰਦੇ ਆ, ਸਮੁੰਦਰ ਦੇ ਕੰਢਿਆਂ ਤੇ ਵਸਣ ਵਾਲੇ, ਕੀ ਉਹਨਾਂ ਨੂੰ ਤੈਰਨਾ ਨਹੀਂ ਹੁੰਦਾ ਹੈ? ਆਉਂਦਾ ਨਾ। ਉਹ ਤਾਂ ਮੇਰੇ ਕੋਲ 2-4 ਸਾਲ ਦੀ ਉਮਰ 'ਚ ਤੈਰਨਾ ਸਿੱਖ ਜਾਂਦੇ ਆ। ਤੇ ਫਿਰ ਇੱਥੇ ਪਤਰਸ ਕਿਉਂ ਡੁੱਬਣ ਲੱਗਾ? ਕੀ ਪਤਰਸ ਨੂੰ ਤੈਰਨਾ ਭੁੱਲ ਗਿਆ ਸੀ? ਹੁਣ ਤੁਹਾਡੇ ਘਰਾਂ 'ਚ ਕਿਸੇ ਦੇ ਘਰ ਸਾਈਕਲ ਨਹੀਂ ਹੋਣਾਗਾ, ਮੋਟਰਸਾਈਕਲ, ਗੱਡੀਆਂ, ਕਾਰਾਂ ਆ, ਕੀ ਤੁਸੀਂ ਸਾਈਕਲ ਭੁੱਲ ਗਏ ਚਲਾਉਣਾ? ਆਉਂਦਾ ਹੀ ਆ। ਤੇ ਪਤਰਸ ਕੀ ਤੈਰਨਾ ਭੁੱਲ ਗਿਆ ਸੀ? ਕਿਉਂ ਡੁੱਬਣ ਲੱਗ ਪਿਆ? ਕਿਉਂ ਡੁੱਬਣ ਕਿਉਂ ਲੱਗ ਪਿਆ? ਜਦੋਂ ਪ੍ਰਭੂ ਨੂੰ ਜਾਣਨ ਤੋਂ ਬਾਅਦ ਅਸੀਂ ਪ੍ਰਭੂ ਨੂੰ ਤੱਕਣਾ ਛੱਡਦੇ ਆ, ਜੋ ਕੁਝ ਸਾਡੇ ਹਿੱਸੇ 'ਚ ਹੁੰਦਾ ਨਾ, ਸਾਡੀ ਬੁੱਧ ਵਿੱਚ, ਪਰਮੇਸ਼ਰ ਉਹ ਵੀ ਫੇਲ ਕਰਕੇ ਰੱਖ ਦਿੰਦਾ। ਕਹਿੰਦੇ ਲਿਖਿਆ ਗਿਆ ਬਾਈਬਲ 'ਚ, ਜੋ ਕੁਝ ਉਹਦਾ ਹੋਵੇਗਾ ਉਹ ਵੀ ਉਤੋਂ ਖੋਹ ਲਿਆ ਜਾਵੇਗਾ। ਜੋ ਕੁਝ, ਕਿਉਂਕਿ ਲਿਖਿਆ ਗਿਆ ਜਿਹਨੂੰ ਇੱਕ ਤੋੜਾ ਦਿੱਤਾ ਗਿਆ ਉਹਨੇ ਉਸ ਤੋੜੇ ਦੇ ਲਈ ਮਿਹਨਤ ਨਹੀਂ ਕੀਤੀ, ਉਹਨੂੰ ਦੱਬ ਦਿੱਤਾ। ਜਦੋਂ ਮਾਲਕ ਆਇਆ, ਜਿਹਨੇ 10 ਕੀਤੇ ਸੀ ਉਹਨੂੰ ਵੀ ਸ਼ਾਬਾਸ਼ ਦਿੱਤੀ,
ਜਿਹਨੇ 6 ਕੀਤੇ ਸੀ ਉਹਨੂੰ ਵੀ ਸ਼ਾਬਾਸ਼ ਦਿੱਤੀ, ਜਿਹਨੂੰ 1 ਦਿੱਤਾ ਸੀ ਉਹਨੇ ਕੁਝ ਨਹੀਂ ਕੀਤਾ ਰੱਬ ਲਈ। ਉਹਨੇ ਨਾ ਪ੍ਰਭੂ ਨੂੰ ਭਾਲਿਆ, ਨਾ ਪ੍ਰਭੂ ਨੂੰ ਤੱਕਿਆ, ਨਾ ਪ੍ਰਭੂ ਦੇ ਅੱਗੇ ਮਸਕੀਨ ਹੋਇਆ, ਨੀਵਾਂ ਹੋਇਆ। ਉਹ ਇੱਕ ਆਪਣੀ ਆਕੜ 'ਚ ਹੀ ਰੱਖ ਕੇ ਬੈਠਾ ਰਿਹਾ, ਲੈ ਜਦੋਂ ਪ੍ਰਭੂ ਮੰਗੂਗਾ ਦੇ ਦੂੰਗਾ। ਦਿੱਤਾ, ਲਿਖਿਆ ਗਿਆ ਇਹ ਤੋਂ ਇਹਦਾ ਇੱਕ ਖੋ ਲਓ, ਤੇ ਜੋ ਕੁਝ ਇਹਦਾ ਆ ਘਰ ਦੇ ਵਿੱਚ, ਜੋ ਇਹ ਆਪਣੀ ਸਮਝ ਵਿੱਚ ਰੱਖਦਾ ਆ, ਲਿਖਿਆ ਉਹ ਵੀ ਇਹ ਤੋਂ ਖੋਲਿਆ ਜਾਵੇ। ਪਤਰਸ ਤੋਂ ਉਸ ਵੇਲੇ ਉਹਦੀ ਤੈਰਨ ਦੀ ਸ਼ਕਤੀ ਵੀ ਖੋਲੀ ਸੀ। ਕਿਉਂ ਖੋਈ ਸੀ? ਕਿਉਂਕਿ ਪਤਰਸ ਆਪਣੇ ਆਪ ਦਾ ਪਹਿਲਾਂ ਤਿਆਗ ਕਰ ਚੁੱਕਾ ਸੀ, ਪਰਮੇਸ਼ਰ ਨੂੰ ਭਾਲ ਲਿਆ ਸੀ, ਤੇ ਹੁਣ ਪਤਰਸ ਨੇ ਯਿਸੂ ਨੂੰ ਪਾਣੀ ਤੇ ਚਲਦਿਆਂ ਚਲਦਿਆਂ ਤੱਕਣਾ ਛੱਡ ਦਿੱਤਾ ਸੀ। ਮੇਰੇ ਇਜ਼ੋ, ਜਿਹੜਾ ਤੈਰਨੇ 'ਚ ਮਾਹਰ ਸੀ ਉਹ ਵੀ ਡੁੱਬਣ ਲੱਗ ਪਿਆ, ਕਿਉਂਕਿ ਉਹਦੀ ਤੈਰਨ ਦੀ ਸ਼ਕਤੀ ਵੀ ਖਤਮ ਹੋ ਚੁੱਕੀ ਸੀ। ਜਦੋਂ ਅਸੀਂ ਪ੍ਰਭੂ ਨੂੰ ਭਾਲ ਲਿਆ ਆ, ਤੱਕਣਾ ਛੱਡ ਦਿੱਤਾ ਆ, ਤਾਂ ਮੇਰੇ ਇਜ਼ੋ, ਜੋ ਕੁਝ ਅਸੀਂ ਆਪਣੀ ਸਮਝ ਵਿੱਚ ਰੱਖਦੇ ਹਾਂ, ਜੋ ਕੁਝ ਅਸੀਂ ਆਪਣੀ ਬੁੱਧ 'ਚ ਰੱਖਦੇ ਹਾਂ, ਉਹ ਵੀ ਸਾਡੇ ਲਈ ਬੇਮਾਇਨੇ ਹੋ ਜਾਵੇਗਾ। ਉਹ ਵੀ ਸਾਡੇ ਲਈ ਸ਼ਕਤੀਹੀਨ ਹੋ ਜਾਵੇਗਾ। ਚਾਹੇ ਬੁੱਧ, ਚਾਹੇ ਪੈਸਾ, ਚਾਹੇ ਸਰੀਰ, ਚਾਹੇ ਵਸ਼ਰ, ਚਾਹੇ ਮਾਣ, ਚਾਹੇ ਘਮੰਡ, ਉਹ ਵੀ ਇੱਕ ਸਮਾਂ ਆਵੇਗਾ ਜਦੋਂ ਤੁਹਾਡੇ ਲਈ ਐਂ ਲੱਗੇਗਾ ਕਿ ਇਹ ਵੀ ਮੁਰਦਾ ਹੀ ਆ। ਧਨ ਵੀ ਮੁਰਦਾ ਆ, ਸਰੀਰ ਵੀ ਮੁਰਦਾ ਆ, ਸੰਸਾਰ ਵੀ ਮੁਰਦਾ ਆ, ਮੇਰੇ ਆਪਣੇ ਵੀ ਮੁਰਦੇ ਆ, ਕਿਉਂਕਿ ਇਹ ਮੇਰੇ ਕਿਸੇ ਕੰਮ ਹੀ ਨਹੀਂ ਆ ਰਹੇਗੇ। ਇਹ ਕੰਮ ਕਿਹਨੇ ਆਉਣਾ ਆ? ਪ੍ਰਭੂ ਨੇ, ਜਿਹਨੂੰ ਬਹੁਤ ਮੁਸ਼ਕਲਾਂ ਨਾਲ ਭਾਲਿਆ। ਕਦੋਂ ਕੰਮ ਕਰੇਗਾ? ਜਦੋਂ ਉਹਨੂੰ ਤੱਕਣਾ ਸ਼ੁਰੂ ਕਰ ਦੇਵਾਂਗੇ। ਹਰ ਚੀਜ਼ ਦੇ ਵਿੱਚ, ਹਰ ਕੰਮ 'ਚ ਯਿਸੂ ਨੂੰ ਤੱਕੋ। ਹਰ ਸਥਾਨ ਤੇ, ਹਰ ਪਲ, ਹਰ ਘੜੀ ਆਪਣੇ ਜੀਵਨ 'ਚ ਯਿਸੂ ਮਸੀਹ ਨੂੰ ਤੱਕੋ। ਕੀ ਪ੍ਰਭੂ ਯਿਸੂ ਮਸੀਹ ਮੇਰੇ ਇਸ ਕੰਮ ਦੇ ਵਿੱਚ ਮੇਰੇ ਨਾਲ ਹੈ? ਉਹਨੂੰ ਤੱਕਣਾ ਪੈਣਾ। ਘਰ ਦੇ ਵਿੱਚ ਕੋਈ ਪਲੈਨਿੰਗ, ਪ੍ਰੋਗਰਾਮ, ਕੁਝ ਵੀ ਆ, ਕੀ ਮੇਰਾ ਪਰਮੇਸ਼ਰ ਇਹਦੇ ਵਿੱਚ ਸਹਿਮਤ ਹੈ? ਸਹਿਮਤ ਕਦੋਂ ਹੋਵੇਗਾ? ਜਦੋਂ ਅਸੀਂ ਉਹਦੇ ਵਚਨ ਦੇ ਅਨੁਸਾਰ ਸਭ ਕੁਝ ਕਰਦੇ ਹਾਂ ਤੇ ਉਹਨੂੰ ਤੱਕਦੇ ਹਾਂ। ਤੇ ਜਦੋਂ ਅਸੀਂ ਉਹਦੇ ਵਚਨ ਤੋਂ ਬਗੈਰ ਚੱਲਦੇ ਹਾਂ, ਸਮਝ ਲਓ ਕਿ ਚਾਹੇ ਤੱਕੋ ਚਾਹੇ ਨਾ ਤੱਕੋ, ਸਾਡੇ ਨਾਲ ਹੋਵੇਗਾ ਨਹੀਂ। ਅਲੀਸ਼ਾ ਦੇ ਜੀਵਨ 'ਚ ਆਸ਼ੀਸ਼ ਕਿਉਂ ਆਈ? ਕਿਉਂ ਦੋਹਰਾ ਮਸਾ ਆਇਆ? ਕਿਉਂਕਿ ਉਹਨੇ ਐਂਡ ਤੱਕ ਪ੍ਰਭੂ ਦੇ ਦਾਸ ਆਪਣੇ ਸੁਆਮੀ ਏਲੀਆ ਨੂੰ ਤੱਕਣਾ ਨਹੀਂ ਛੱਡਿਆ। ਤੇ ਗਿਹਾਜੀ ਨੇ ਅਲੀਸ਼ਾ ਤੋਂ ਬੁੱਧ ਲਈ, ਅਲੀਸ਼ਾ ਤੋਂ ਸਾਰੀ ਜਾਣਕਾਰੀ ਲੈ ਲਈ, ਪਰ ਉਹਨੇ ਆਪਣੇ ਸੁਆਮੀ ਵੱਲ ਕਦੀ ਤੱਕਿਆ ਹੀ ਨਹੀਂ। ਕਿਉਂ ਨਹੀਂ ਤੱਕਿਆ? ਕਿਉਂਕਿ ਉਹਦੀ ਨਜ਼ਰ ਹੀ ਧਨ ਦੇ ਉੱਤੇ ਸੀ, ਔਰ ਉਹ ਮਸਕੀਨ ਨਹੀਂ ਬਣਦਾ ਸੀ, ਕਿਉਂਕਿ ਮਸਕੀਨ ਹਮੇਸ਼ਾ ਪ੍ਰਭੂ ਦੀ ਹਜ਼ੂਰੀ 'ਚ ਰਹਿੰਦਾ। ਨਮਰ ਸੁਭਾਅ ਵਾਲਾ ਹਮੇਸ਼ਾ ਪ੍ਰਭੂ ਦੇ ਅੱਗੇ ਰਹਿੰਦਾ। ਇਹ ਆਤਮਿਕ ਗੱਲ ਆ। ਸੰਸਾਰ 'ਚ ਜਿਹੜਾ ਨਮਰ ਆ, ਜ਼ਰੂਰੀ ਨਹੀਂ ਉਹ ਪ੍ਰਭੂ ਦੇ ਵਿੱਚ ਆ, ਲੇਕਿਨ ਪ੍ਰਭੂ 'ਚ ਜਿਹੜਾ ਆ ਗਿਆ, ਜਿਹਨੇ ਪ੍ਰਭੂ ਨੂੰ ਜਾਣ ਲਿਆ, ਉਹਨੂੰ ਜ਼ਰੂਰ ਤਾਂ ਕਿ ਉਹ ਆਪਣੇ ਅੰਦਰ ਨਮਰ ਸੁਭਾਅ ਰੱਖੇ। ਪ੍ਰਭੂ ਨੂੰ ਭਾਲਣਾ ਔਰ ਉਹਨੂੰ ਤੱਕਦੇ ਰਹਿਣਾ ਤੇ ਨਮਰ ਸੁਭਾਅ 'ਚ ਬਣੇ ਰਹਿਣਾ, ਕਿਉਂਕਿ ਨਮਰ ਸੁਭਾਅ ਵਾਲੇ ਪਰਮੇਸ਼ਰ ਦੇ ਸਵਰਗ ਰਾਜ ਦੇ ਅਧਿਕਾਰੀ ਹੋਣਗੇ। ਕਿਉਂਕਿ ਲਿਖਿਆ ਗਿਆ ਸਵਰਗ ਦਾ ਰਾਜ ਉਹਨਾਂ ਦਾ ਆ, ਸਵਰਗ ਦੀ ਆਸ਼ੀਸ਼ ਉਹਨਾਂ ਲਈ ਆ, ਸਵਰਗ ਦੀ ਬਰਕਤ ਹੀ ਉਹਨਾਂ ਦੇ ਲਈ ਆ। ਨਾ ਉਹ ਕਦੀ ਸ਼ਰਮਿੰਦੇ ਕੀਤੇ ਜਾਣਗੇ, ਨਾ ਕੋਈ ਡਰ ਭੈ ਭੌਚਰ ਉਹਨਾਂ ਉੱਤੇ ਹੈਵੀ ਹੋਵੇਗਾ। ਤੇ ਲਿਖਿਆ ਗਿਆ ਬਾਈਬਲ 'ਚ, ਔਰ ਉਹ ਉਹਨਾਂ ਨੂੰ ਦੁੱਖਾਂ ਤੋਂ ਵੀ ਛੁਡਾਵੇਗਾ। ਹਾਲੇਲੂਇਆ। ਪਰਮੇਸ਼ਰ ਨੂੰ ਤੱਕਦੇ ਰਹੋ। ਭਾਲ ਅਸੀਂ ਲਿਆ ਆ ਕਿਉਂਕਿ ਸਾਨੂੰ ਉਹ ਮਿਲ ਗਿਆ ਆ, ਬਾਈਬਲ ਦੇ ਦੁਆਰਾ, ਨਿਸ਼ਚਾ ਦੇ ਦੁਆਰਾ, ਵਚਨ ਦੇ ਦੁਆਰਾ, ਦਾਸ ਤੋਂ ਸੁਣੇ ਹੋਏ ਵਚਨ ਦੇ ਦੁਆਰਾ, ਸੁਣੇ ਹੋਏ ਉਪਦੇਸ਼ ਦੇ ਦੁਆਰਾ ਭਾਲ ਅਸੀਂ ਲਿਆ ਆ। ਸਾਡਾ ਹੁਣ ਦੂਜਾ ਕੰਮ ਕੀ ਆ? ਉਹਨੂੰ ਤੱਕਦੇ ਰਹਿਣਾ। ਤੀਜਾ ਕੰਮ ਕੀ? ਉਹਦੇ ਅੱਗੇ ਨਮਰ ਬਣੇ ਰਹਿਣਾ। ਫਿਰ ਹਰ ਭੈ ਡਰ ਤੋਂ ਤੁਸੀਂ ਬਚਾਏ ਜਾਓਗੇ। ਡਰ ਭੈ ਤੁਹਾਡੇ ਤੋਂ ਡਰੇਗਾ, ਭੌਜਲ ਹਨੇਰਾ ਮੌਤ ਤੁਹਾਡੇ ਤੋਂ ਫਿਰ ਡਰੇਗੀ, ਪਰ ਉਦੋਂ ਜਦੋਂ ਤੁਸੀਂ ਉਹਨੂੰ ਯਿਸੂ ਮਸੀਹ ਨੂੰ ਤੱਕਦੇ ਰਹੋਗੇ। ਇਹ ਨਹੀਂ ਆ ਕਿ ਇੱਕ ਆਸ਼ੀਸ਼ ਲੈ ਲਈ ਤੇ ਤੁਰ ਪਏ, ਚਲੋ ਬਸ ਠੀਕ ਆ ਜੀ। ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, 10 ਕੋੜੀਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਦੂਰੋਂ ਆਵਾਜ਼ ਮਾਰ ਕੇ ਕਿਹਾ, ਹੇ ਪ੍ਰਭੂ ਸਾਡੇ ਉੱਤੇ ਕਿਰਪਾ ਕਰ। ਯਿਸੂ ਨੇ ਕਿਹਾ, ਜਾਓ, ਜਾਂਦੇ ਜਾਂਦੇ ਚੰਗੇ ਹੋ ਜਾਓ ਤਾਂ ਜਾ ਕੇ ਜਾਜਕ ਨੂੰ ਦਿਖਾਓ। ਲਿਖਿਆ ਉਹਨਾਂ ਚੋਂ ਇੱਕ ਵਾਪਸ ਯਿਸੂ ਮਸੀਹ ਕੋਲ ਆਇਆ, ਉਹਨੇ ਪੈਰੀ ਪੈ ਕੇ ਮੱਥਾ ਟੇਕਿਆ। ਯਿਸੂ ਨੇ ਕਿਹਾ, ਕੀ ਬਾਕੀ 9 ਜਿਹੜੇ ਸੀ ਉਹ ਠੀਕ ਨਹੀਂ ਹੋਏ? ਹਾਲੇਲੂਇਆ। ਹੁਣ ਮੈਨੂੰ ਇੱਕ ਗੱਲ ਦੱਸੋ, ਜਦੋਂ ਯਿਸੂ ਮਸੀਹ ਨੇ ਗੱਲ ਕਹੀ ਕਿ ਬਾਕੀ ਤੇਰੇ ਨਾਲ ਜਿਹੜੇ 9 ਸੀ ਉਹ ਠੀਕ ਨਹੀਂ ਹੋਏ, ਯਿਸੂ ਮਸੀਹ ਨੇ ਪਹਿਲਾਂ ਗਿਣਤੀ ਕੀਤੀ ਸੀ ਕਿ 10 ਜਣੇ ਆ ਇਹ? ਬੋਲੋ, ਕੀ ਗਿਣਤੀ ਕੀਤੀ ਸੀ ਉਹਨੇ ਕਿ 10 ਜਣੇ ਆ? ਦੂਰ ਹੋ।
ਯਿਸੂ ਮਸੀਹ ਨੇ ਗੱਲ ਕਹੀ, ਯਿਸੂ ਮਸੀਹ ਨੇ ਕਿਹਾ ਕਿ ਮੈਨੂੰ ਕਿਸੇ ਨੇ ਛੁਇਆ ਆ। ਪਤਰਸ ਕਹਿੰਦਾ ਇੰਨੇ ਲੋਕ, ਇੰਨੀ ਭੀੜ ਆ ਤੇਰੇ ਉੱਤੇ ਡਿੱਗਦੇ ਜਾਂਦੇ ਆ, ਤੈਨੂੰ ਕੀ ਦੱਸੀਏ ਕਿਹਨੇ ਤੈਨੂੰ ਛੁਇਆ। ਹਾਲੇਲੂਇਆ। ਇੰਨੀ ਭੀੜ ਦੇ ਵਿੱਚੋਂ ਕੇਵਲ ਇੱਕ ਨੂੰ ਹੀ ਕਿਉਂ ਚੰਗਿਆਈ ਮਿਲੀ? ਕਿਉਂਕਿ ਯਿਸੂ ਨੂੰ ਪਤਾ ਸੀ ਇੱਕ ਨੇ ਛੁਇਆ, ਬਾਕੀ ਤਾਂ ਐਵੇਂ ਤੁਰੇ ਫਿਰਦੇ ਸੀ ਨਾਲ। ਗਿਣਤੀ ਇਦਾਂ ਹੁੰਦੀ ਆ। ਕਹਿੰਦਾ ਮੈਨੂੰ ਕਿਸੇ ਨੇ ਛੁਇਆ। ਪਤਰਸ ਕਹਿੰਦਾ ਬਹੁਤਿਆਂ ਨੇ ਛੁਇਆ। ਯਿਸੂ ਕਹਿੰਦਾ ਨਹੀਂ, ਕਿਸੇ ਨੇ, ਕਿੰਨਿਆਂ ਨੇ ਨਹੀਂ, ਕਿਸੇ ਨੇ ਛੁਇਆ। ਹਾਲੇਲੂਇਆ। ਕਿਸੇ ਨੂੰ ਮਤਲਬ ਇੱਕ ਵਚਨ। ਉਹ ਆ ਗਈ ਔਰਤ ਮੋਰੇ, ਕਹਿੰਦੀ ਮੈਂ ਛੁਇਆ। ਹਾਲੇਲੂਇਆ। ਕਿਉਂਕਿ ਉਹਨੇ ਕਿਹਾ, ਕਹਿੰਦਾ ਕਿਉਂਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਆ। ਹੁਣ ਜਿਹੜੇ ਉਹ ਸੀ, ਉਹਦੇ ਕੋੜੀ ਸੀ, ਉਹ ਬਿਨਾਂ ਛੂਏ ਚੰਗੇ ਹੋਏ ਆ। ਤੇ ਯਿਸੂ ਮਸੀਹ ਨੂੰ ਗਿਣਤੀ ਦਾ ਕਿੱਦਾਂ ਪਤਾ ਲੱਗ ਗਿਆ ਕਿ ਉਹ 10 ਹੀ ਸੀ? ਕਹਿੰਦਾ ਉਹ ਜਿਹੜੇ 9 ਆ ਉਹ ਨਹੀਂ ਆਏ ਵਾਪਸ। ਯਿਸੂ ਮਸੀਹ ਆਪਣੇ ਕੰਮਾਂ ਤੋਂ ਕੰਮ ਕਰਨ ਲੱਗਾ, ਗਿਣ ਲੈਂਦਾ ਕਿ ਕਿੰਨੇ ਜਾਣੇ ਆ। ਚੇਲੇ ਪੜ੍ਹੇ ਲਿਖੇ ਸੀਗੇ? ਚੇਲੇ ਪੜ੍ਹੇ ਲਿਖੇ ਸੀ? ਬੋਲੋ। ਔਰ ਉੱਥੇ ਲਿਖਿਆ ਗਿਆ, ਕਹਿੰਦਾ 5000 ਮਰਦਾਂ ਤੋਂ, 5000 ਮਰਦ, ਔਰਤਾਂ ਤੇ ਬੱਚਿਆਂ ਤੋਂ, ਬਾਹਰੇ 5000 ਮਰਦਾਂ ਦੀ ਗਿਣਤੀ ਕੀਤੀ ਕਿ ਜਿਹੜੇ 5 ਰੋਟੀਆਂ 2 ਮੱਛੀਆਂ ਤੋਂ ਰੱਜੇ ਸੀ। ਕੀ ਉੱਥੇ ਚੇਲਿਆਂ ਨੇ ਗਿਣਤੀ ਕੀਤੀ ਸੀ? 1 2 3 4 ਗਿਣਤੀ ਕੀਤੀ? ਭਵੇਂ ਵੀ ਲਿਖਿਆ ਗਿਆ ਬਾਈਬਲ ਦੇ ਵਿੱਚ 5000 ਮਰਦ, ਔਰਤਾਂ ਤੇ ਬੱਚਿਆਂ ਤੋਂ ਬਾਹਰੇ ਗਿਣਤੀ ਹੋਈ ਆ। ਪਰ ਕਿੱਦਾਂ ਹੋਈ ਗਿਣਤੀ? ਉਹ ਕਿੱਦਾਂ ਕੈਲਕੂਲੇਸ਼ਨ ਕੀਤੀ ਗਈ ਆ? ਪਰਮੇਸ਼ਵਰ ਦੀ ਬੁੱਧ ਹੀ ਏਦਾਂ ਦੀ ਆ। ਇੱਥੇ ਮਰਦਮਸ਼ੁਮਾਰੀ ਕਰਨੀ ਪੈਂਦੀ ਹੈ ਕਿ ਕਿੰਨੇ ਲੋਕ ਪੰਜਾਬ ਦੇ ਵਿੱਚ, ਭਾਰਤ ਵਿੱਚ, ਦੇਸ਼ ਵਿੱਚ, ਸੰਸਾਰ 'ਚ। ਪਰ ਖੁਦਾ ਨੂੰ ਪਤਾ ਆ ਮੈਂ ਧਰਤੀ ਤੇ ਕਿੰਨੇ ਭੇਜ ਦਿੱਤੇ ਆ। ਲਿਖਿਆ ਉਹ ਤਾਰਿਆਂ ਨੂੰ ਉਹਨਾਂ ਦੇ ਨਾਮ ਲੈ ਲੈ ਕੇ ਪੁਕਾਰਦਾ ਤੇ ਉਹਦੇ ਸਨਮੁਖ ਇਕੱਠੇ ਹੋ ਜਾਂਦੇ ਆ। ਉਹਨੇ ਤਾਰਿਆਂ ਦੀ ਵੀ ਗਿਣਤੀ ਕੀਤੀ ਆ, ਕਿਉਂਕਿ ਇਸੇ ਲਈ ਅਬਰਾਹਮ ਨੂੰ ਪਰਮੇਸ਼ਵਰ ਨੇ ਕਿਹਾ, ਕਹਿੰਦਾ ਤਾਰਿਆਂ ਤੋਂ ਵੱਧ ਤੇਰੀ ਅੰਸ਼ ਹੋਵੇਗੀ। ਮਤਲਬ ਪਰਮੇਸ਼ਵਰ ਨੇ ਜੋ ਅਬਰਾਹਮ ਨੂੰ ਦੇਣਾ ਹੈ, ਹੁਣ ਤਾਰਿਆਂ ਤੋਂ ਵੱਧ ਹੀ ਦਿੱਤੇ ਆ। ਕਿੱਦਾਂ ਜਜਮੈਂਟ ਲਾਈ ਹੋਊਗੀ ਪਰਮੇਸ਼ਵਰ ਨੇ ਕਿ ਹੁਣ ਜਿੰਨੇ ਤਾਰੇ ਸੀ ਉਨੇ ਹੋ ਗਏ ਆ, ਮੈਂ ਹੁਣ ਭਾਵੇਂ ਇੱਕ ਹੀ ਵਧਾਵਾਂ ਪਰ ਵਧਾਉਣਾ ਜ਼ਰੂਰ, ਕਿਉਂਕਿ ਮੈਂ ਵਾਅਦਾ ਕੀਤਾ ਅਬਰਾਹਮ ਨਾਲ ਕਿ ਤੇਰੀ ਅੰਸ਼ ਤਾਰਿਆਂ ਦੇ ਤੁੱਲ। ਕਿੱਦਾਂ ਪਰਮੇਸ਼ਵਰ ਨੇ ਕੀਤੀ ਹੋਏਗੀ? ਉਹਦੀ ਸਾਮਰਥ, ਉਹਦੀ ਬੁੱਧ ਹੀ ਏਦਾਂ ਦੀ। ਹਾਲੇਲੂਇਆ। ਤੇ ਅੱਜ ਆਪਣੇ ਜੀਵਨ ਦੇ ਵਿੱਚ ਇਹ ਨਾ ਕਹੋ ਕਿ ਇੱਕ ਚੰਗਿਆਈ ਮਿਲ ਗਈ ਤੇ ਬਾਕੀ ਕੋਈ ਗੱਲ ਨਹੀਂ। ਇੱਕ ਸਮਾਂ ਆਉਣਾ ਜਦੋਂ ਤੁਹਾਨੂੰ ਫੇਰ ਆਉਣੀ, ਕਿਉਂਕਿ ਉਹ ਜਿਹੜੇ 9 ਸੀ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਦੀ ਇਹ ਚਿੰਤਾ ਲੱਗੀ ਸੀ। ਉਹਨੇ ਇਸ ਕਰਕੇ ਪੁੱਛਿਆ ਸੀ ਕਿ ਤੂੰ ਤਾਂ ਆ ਗਿਆ, ਤੂੰ ਤਾਂ ਕਿਰਪਾ ਤੇ ਪਿਆਰ ਰਵੇਂਗਾ। ਲਿਖਿਆ ਉਹਨੇ ਅੱਗੇ ਮੱਥਾ ਟੇਕਿਆ, ਤੇਰੇ ਤੇ ਤਾਂ ਕਿਰਪਾ ਬਣੀ ਰਹਿਣੀ ਆ। ਕਿਉਂਕਿ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਪੁਰਾਣੇ ਨਿਯਮ ਨੂੰ ਪੜ੍ਹ ਕੇ ਦੇਖ ਲਓ ਕਿ ਜਿਹੜੇ ਇਨਸਾਨ ਨੂੰ ਕੋੜ ਹੋਇਆ ਹੁੰਦਾ ਸੀ, ਉਹਨੂੰ ਨਗਰ ਤੋਂ ਬਹੁਤ ਦੂਰ ਬਾਹਰ ਕੁੱਲੀ 'ਚ ਰੱਖਿਆ ਜਾਂਦਾ ਸੀ। ਰੋਟੀ ਮਿਲ ਗਈ ਠੀਕ ਆ, ਜੇ ਨਹੀਂ ਮਿਲੀ ਭੁੱਖਣ ਭਾਣੇ, ਐਦਾਂ ਹੀ ਪਾਣੀ ਮਿਲ ਗਿਆ, ਨਹੀਂ ਮਿਲਿਆ ਭੁੱਖਣ ਭਾਣੇ ਪਿਆਸਾ ਹੀ ਬੈਠਾ ਰਹਿਣਾ। ਉਹਨਾਂ ਨੂੰ ਆਗਿਆ ਨਹੀਂ ਹੁੰਦੀ ਸੀ ਕਿ ਪਿੰਡ 'ਚ ਵਾਪਸ ਆਉਣ ਦੀ। ਜਦੋਂ ਤੁਸੀਂ ਬਾਈਬਲ 'ਚ ਪੜ੍ਹੋਗੇ, ਇੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਕ ਕੋੜੀ ਨੂੰ ਹੱਥ ਲਾਉਣ ਵਾਲਾ ਵੀ ਇੱਕ ਪਾਪੀ ਹੁੰਦਾ ਸੀ। ਕੋੜੀ ਨੂੰ ਪਨਾਹ ਦੇਣ ਵਾਲਾ ਵੀ ਪਾਪੀ ਆ ਉਸ ਸਮੇਂ। ਤੇ ਇਹ 10 ਦੇ 10 ਨਗਰ ਤੋਂ ਬਾਹਰ ਆ, ਤੇ ਯਿਸੂ ਮਸੀਹ ਨੂੰ ਨਗਰ ਤੋਂ ਬਾਹਰ ਹੀ ਬਾਜ਼ ਮਾਰੀ ਆ। ਤੇ ਜੇ ਕੋੜ ਦੇ ਵੇਲੇ ਕਿਸੇ ਨੇ ਨਾ 10 ਦੀ ਸੁਣੀ ਨਹੀਂ, ਯਿਸੂ ਮਸੀਹ ਨੂੰ ਚਿੰਤਾ ਸੀ ਕਿ ਜੇ ਮੈਂ ਤੁਹਾਡੀ ਸੁਣੀ ਆ, ਇੱਕ ਵਾਪਸ ਆਇਆ ਆ, ਉਹ 9 ਮੁੜ ਕੇ ਫਿਰ ਬਿਮਾਰ ਹੋਣਗੇ ਤਾਂ ਫਿਰ ਕੌਣ ਉਹਨਾਂ ਦੀ ਸੁਣੇਗਾ? ਜਿਹੜੇ ਵਾਪਸ ਚਲੇ ਗਏ ਚੰਗਿਆਈ ਲੈ ਕੇ, ਪਰਮੇਸ਼ਰ ਕਹਿੰਦਾ ਉਹਨਾਂ ਦੀ ਕੌਣ ਫਿਰ ਸੁਣੇਗਾ? ਇਹਨਾਂ ਨੇ ਯਿਸੂ ਮਸੀਹ ਨੂੰ ਭਾਲ ਲਿਆ, ਇਸੇ ਲਈ ਦੂਰੋਂ ਆਵਾਜ਼ ਮਾਰੀ। ਯਿਸੂ ਨੇ 10 ਨੂੰ ਚੰਗਾ ਕੀਤਾ। ਇੱਕ ਯਿਸੂ ਮਸੀਹ ਨੂੰ ਭਾਲਣ ਵਾਲਾ ਤੱਕਣ ਲਈ ਨੇੜੇ ਆ ਗਿਆ। 9 ਯਿਸੂ ਮਸੀਹ ਨੂੰ ਭਾਲ ਕੇ ਵਾਪਸ ਚਲੇ ਗਏ, ਵਾਪਸ ਚਲੇ ਗਏ। ਇੱਕ ਨੇੜੇ ਆ ਗਿਆ ਤੱਕਣ ਵਾਸਤੇ ਕਿ ਮੈਂ ਹੁਣ ਇਹਨੂੰ ਤੱਕਦਾ ਹੀ ਰਹਿਣਾ। ਹੁਣ ਆ ਕੇ ਉਹਨੇ ਪ੍ਰਭੂ ਯਿਸੂ ਮਸੀਹ ਦੇ ਕਦਮਾਂ ਦੇ ਵਿੱਚ ਆਪਣੇ ਪੁੰਨ ਝੁਕਾ ਦਿੱਤਾ, ਮੀਨਸ ਨਮਰ ਕਰ ਲਿਆ, ਕਿਉਂਕਿ ਸੁਰਗ ਦਾ ਰਾਜ ਲੈਣਾ ਚਾਹੁੰਦਾ ਸੀ। ਇਸੇ ਲਈ ਕਿਹਾ ਤੂੰ ਮੇਰੇ ਵਾਂਗ ਪਰਦੇਸੀ ਆ, ਜਿੱਥੇ ਮੈਂ ਜਾਣਾ, ਭਾਵ ਜਿੱਥੇ ਜਿਹੜਾ ਮੇਰਾ ਅਸਲੀ ਦੇਸ਼ ਹੈ ਤੂੰ ਵੀ ਉੱਥੇ ਹੀ ਜਾਣਾ ਹੈ। ਹਾਲੇਲੂਇਆ। ਕਿਉਂਕਿ ਸੁਰਗ ਦਾ ਰਾਜ ਨਮਰ ਲੋਕਾਂ ਦੇ ਲਈ ਹੈ।
ਪ੍ਰਭੂ ਕਦੋਂ ਕੰਮ ਕਰੇਗਾ? ਜਦੋਂ ਉਹਨੂੰ ਤੱਕਾਂਗੇ, ਜਦੋਂ ਅਸੀਂ ਉਹਨੂੰ ਤੱਕਾਂਗੇ। ਤੁਹਾਡਾ ਤੱਕਣਾ ਹੀ, ਪ੍ਰਭੂ ਨੂੰ ਤੁਹਾਡਾ ਤੱਕਣਾ ਹੀ ਤੁਹਾਡੇ ਲਈ ਬਰਕਤ ਦਾ ਕਾਰਨ ਆ। ਯਿਸੂ ਮਸੀਹ ਨੇ ਉਹਨੂੰ ਦਬਕਾ ਨਹੀਂ ਮਾਰਿਆ ਕਿ ਤੂੰ ਮੈਨੂੰ ਦੇਖਣਾ ਛੱਡ ਦਿੱਤਾ, ਚੱਲ ਹੁਣ ਤੂੰ ਡੁੱਬ ਜਾ ਨਾ। ਪਤਰਸ ਨੇ ਤੱਕਣਾ ਬੰਦ ਕੀਤਾ, ਡੁੱਬਣਾ ਸ਼ੁਰੂ ਹੋ ਗਿਆ। ਲਿਖਿਆ ਉਹਨੇ ਡੁੱਬਦੇ ਡੁੱਬਦੇ ਨੇ ਆਵਾਜ਼ ਮਾਰੀ, ਕਹਿੰਦਾ ਹੇ ਪ੍ਰਭੂ ਮੇਰੇ ਤੇ ਦਇਆ ਕਰ। ਉਹਨੇ ਉਸੇ ਵਕਤ ਉਹਦਾ ਹੱਥ ਫੜਿਆ, ਚੁੱਕ ਕੇ ਬੇੜੀ 'ਚ ਬਿਠਾ ਦਿੱਤਾ, ਚੁੱਕ ਕੇ ਬੇੜੀ 'ਚ ਬਿਠਾ ਦਿੱਤਾ। ਡੁੱਬਿਆ ਕਦੋਂ? ਪ੍ਰਭੂ ਨੇ ਨਹੀਂ ਕੁਝ ਵੀ ਕਿਹਾ ਸੀ, ਪਤਰਸ ਨੇ ਤੱਕਣਾ ਛੱਡਿਆ। ਧਿਆਨ ਦਿਓ, ਤੁਸੀਂ ਤੱਕਦੇ ਹੋ ਪ੍ਰਭੂ ਨੂੰ? ਕੀ ਪ੍ਰਭੂ ਦੇ ਅੱਗੇ ਨਮਰ ਹੋ? ਨਮਰ ਕਿੱਥੇ ਹੋਣਾ ਤੁਸੀਂ? ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਅੱਗੇ, ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਅੱਗੇ ਅਸੀਂ ਨਮਰ ਹੋਣਾ ਆ। ਤੁਸੀਂ ਕਹੀ ਜਾਓ ਪ੍ਰਭੂ ਮੈਂ ਨਮਰ ਆ, ਪ੍ਰਭੂ ਮੈਂ ਅਧੀਨ ਆ, ਪ੍ਰਭੂ ਮੈਂ ਹਲੀਮ ਆ। ਨਹੀਂ, ਕੋਈ ਲਾਭ ਨਹੀਂ ਹੈ ਇਹ ਰੌਲਾ ਪਾਉਣ ਦਾ, ਆਪਣੀ ਜ਼ੁਬਾਨ ਦੀ એનર્ਜੀ ਵੇਸਟ ਕਰਨ ਦਾ ਕੋਈ ਲਾਭ ਨਹੀਂ ਆ। ਨਮਰ ਕਰਨੀਆਂ ਨਾਲ ਹੁੰਦੇ ਆ, ਅਧੀਨ ਕਰਨੀਆਂ ਤੋਂ ਪਤਾ ਲੱਗਦੇ ਆ, ਮਸਕੀਨ ਕਰਨੀਆਂ ਤੋਂ ਪਤਾ ਲੱਗਦੇ ਆ। ਤੇ ਜਿਹੜੇ ਨਮਰ ਨੇ, ਜਿਹੜੇ ਭਾਲ ਕਰਨ ਤੋਂ ਬਾਅਦ ਤੱਕਦੇ ਰਹਿੰਦੇ ਆ, ਪ੍ਰਭੂ ਨੂੰ ਵੇਖਦੇ ਰਹਿੰਦੇ ਆ ਤੇ ਉਹਦੇ ਹਰੇਕ ਵਚਨ ਨੂੰ ਪੂਰਾ ਕਰਦੇ ਆ। ਪਰਮੇਸ਼ਵਰ ਆਪਣੀ ਕਿਰਪਾ ਨੂੰ ਕਿੱਦਾਂ ਬਹਾਲ ਕਰਦਾ ਆ? ਜਿਵੇਂ ਪਹਿਲਾਂ ਵੀ ਪੜ੍ਹ ਕੇ ਦੱਸਿਆ ਗਿਆ ਆ, ਕਹਿੰਦਾ ਕਿ ਉਹ ਸਾਰੇ ਭੈਜਲਾਂ ਤੋਂ ਉਹਨੂੰ ਛੁਡਾਵੇਗਾ, ਉਹਨਾਂ ਤੋਂ ਕਦੀ ਵੀ ਉਹ ਸ਼ਰਮਿੰਦੇ ਨਹੀਂ ਹੋਣਗੇ, ਅਸਫਲ ਨਹੀਂ ਹੋਣਗੇ, ਤੇ ਪਰਮੇਸ਼ਵਰ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਬਚਾਵੇਗਾ, ਸਾਰਿਆਂ ਦੁੱਖਾਂ ਤੋਂ ਬਚਾਵੇਗਾ। ਅੱਜ ਅਸੀਂ ਦੁੱਖ ਝੱਲਣ ਨੂੰ ਤਿਆਰ ਆ, ਸ਼ਰਮਿੰਦੇ ਹੋਣ ਨੂੰ ਤਿਆਰ ਆ, ਭੈਜਲਾਂ ਦੇ ਵਿੱਚ ਰਹਿਣ ਨੂੰ ਤੇ ਰਾਤ ਨੂੰ ਦਵਾ ਖਾਣ ਨੂੰ ਵੀ ਤਿਆਰ ਆ ਕਿ ਦਵਾ ਪੈਂਦੇ ਰਹਿਣ, ਕੋਈ ਗੱਲ ਨਹੀਂ, ਪਰ ਛੁੱਟਣ ਦੇ ਲਈ, ਬਚਾਏ ਜਾਣ ਦੇ ਲਈ ਤੇ ਚਮਕਣ ਲਈ ਤਿਆਰ ਨਹੀਂ ਆ। ਪਰ ਧਿਆਨ ਦਿਓ, ਇੱਕ ਸਮਾਂ ਆਵੇਗਾ, ਦੁਨੀਆ ਦਾ ਭੈ, ਦੁਨੀਆ ਦਾ ਡਰ, ਸਰੀਰ ਦੇ ਦੁੱਖ ਤੇ ਸ਼ਰਮਿੰਦਗੀ ਸਦਾ ਲਈ ਆਪਣੇ ਅਗੋਸ਼ ਵਿੱਚ ਲੈ ਕੇ ਬਹਿ ਜਾਏਗੀ। ਪਰ ਪ੍ਰਭੂ ਯਿਸੂ ਮਸੀਹ ਨਹੀਂ ਚਾਹੁੰਦੇ, ਉਹ ਸਾਨੂੰ ਬਚਾਉਣਾ ਚਾਹੁੰਦੇ ਆ। ਉਹ ਨਹੀਂ ਚਾਹੁੰਦੇਗੇ ਕਿ ਕੋਈ ਵੀ ਜਾਨ ਦਾ ਨਾਸ਼ ਹੋਵੇ, ਉਹ ਨਹੀਂ ਚਾਹੁੰਦਾਗਾ ਕਿ ਕੋਈ ਵੀ ਜਾਨ ਖਰਾਬ ਹੋਵੇ। ਪਰ ਜਿਹੜੇ ਉਹਨੂੰ ਲੱਭ ਕੇ ਤੱਕਦੇ ਰਹਿੰਦੇ ਆ ਤੇ ਉਹਦੇ ਅੱਗੇ ਮਸਕੀਨ ਰਹਿੰਦੇ ਆ, ਪ੍ਰਭੂ ਉਹਨਾਂ ਦੇ ਲਈ ਮੇਰੇ ਜੋ ਆਪਣੀ ਕਿਰਪਾ ਨੂੰ ਬਹਾਲ ਕਰਦਾ ਆ। ਜ਼ਬੂਰ 99 ਅਧਿਆਏ ਉਹਦੀ 3-4 ਆਇਤ ਨੂੰ ਪੜਾਂਗੇ, ਧਿਆਨ ਨਾਲ ਸੁਣਾਂਗੇ। ਜ਼ਬੂਰ 99 89 90 ਤੋਂ 1 ਘੱਟ। ਤਿੰਨ ਤੇ 4 ਆਇਤ। ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ ਹੈ, ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ। ਜਿਹੜਾ ਇਨਸਾਨ ਪਰਮੇਸ਼ਵਰ ਨੂੰ ਭਾਲ ਲੈਂਦਾ ਆ। ਮੈਂ ਜਦੋਂ ਦੁਨੀਆ ਦੇ ਵਿੱਚ ਸੀ, ਮੈਨੂੰ ਨਹੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਪਤਾ ਸੀ। ਹਾਂ, ਮੈਂ ਕਿਤੇ ਦੇਖਿਆ ਹੋਊਗਾ, ਕਿਤੇ ਕੈਲੰਡਰਾਂ ਦੀ ਦੁਕਾਨ ਤੇ ਕਿਸੇ ਦੇ ਘਰ ਕੈਲੰਡਰ ਲੱਗਾ ਆ, ਜਿਨ੍ਹਾਂ ਨੇ ਉਦਾਂ ਹੀ ਲਾ ਲਿਆ ਆ ਕਿ ਸਲੀਬ ਤੇ ਕੋਈ ਟੰਗਿਆ ਗਿਆ ਆ, ਤੇ ਉਹਦੇ ਇੱਕ ਛੋਟਾ ਜਿਹਾ ਪਰਨਾ ਵੱਜਾ ਹੋਇਆ ਆ, ਬਾਕੀ ਸਰੀਰ ਜਿਹੜਾ ਉਹ ਚ ਖੂਨ ਵਗਦਾ ਪਿਆ ਆ, ਸਿਰ ਦੇ ਉੱਤੇ ਇੱਕ ਕੰਡਿਆਂ ਦਾ ਤਾਜ ਆ, ਕੰਡਿਆਂ ਦੀ ਟੋਪੀ ਲੱਗੀ ਆ। ਐਦਾਂ ਮਤਲਬ ਕੁਝ ਸੋਚਦੇ ਹੁੰਦੇ ਸੀ ਅਸੀਂ, ਤੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਜਾਣੀਏ ਕਿ ਇਹ ਕੌਣ ਆ ਜਿਹੜਾ ਕ੍ਰਾਸ ਦੇ ਉੱਤੇ ਆ, ਇਹ ਕੌਣ ਆ ਜਿਹਦੇ ਸਿਰ ਚੋਂ ਖੂਨ ਨਿਕਲਦਾ, ਇਹ ਕੌਣ ਆ? ਕਦੀ ਨਹੀਂ। ਪਰ ਜਦੋਂ ਪਰੇਸ਼ਾਨੀਆਂ, ਦੁੱਖ, ਬਿਮਾਰੀਆਂ ਨੇ ਘੇਰਾ ਪਾਇਆ, ਦੁਨੀਆ ਦੀ ਸਾਰੀ ਤਾਕਤ ਬਸ਼ਰ ਦਾ ਜ਼ੋਰ ਲਾ ਲਿਆ ਕਿ ਕਿਤੇ ਨਾ ਕਿਤੇ ਛੁਟਕਾਰਾ, ਸ਼ਾਂਤੀ, ਆਨੰਦ ਹੋਵੇਗਾ, ਨਹੀਂ। ਫਿਰ ਪ੍ਰਭੂ ਦੇ ਵੱਲ ਨੂੰ ਧਿਆਨ ਗਿਆ, ਜਦੋਂ ਪਤਾ ਲੱਗਾ ਕਿ ਉਹ ਜਿਹਨੂੰ ਅਸੀਂ ਕਹਿੰਦੇ ਸੀ ਇਹ ਕੀ, ਕੌਣ ਟੰਗਿਆ ਆ, ਸਰੀਰ ਦਾ ਕਮਜ਼ੋਰ ਜਿਹਾ, ਤੇੜ ਇੱਕ ਪਰਨਾ, ਸਿਰ ਤੇ ਕੰਡਿਆਂ ਦਾ ਤਾਜ, ਉਦੋਂ ਸਾਨੂੰ ਪਤਾ ਲੱਗਾ ਕਿ ਇਹੀ ਅਸਲ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ, ਇਸ ਤੋਂ ਇਲਾਵਾ ਕੋਈ ਹੋਰ ਬਚਾਅ ਵਾਲਾ ਹੈ ਨਹੀਂ। ਪਤਾ ਲੱਗ ਗਿਆ, ਪ੍ਰਭੂ ਚ ਚੱਲਦਾ ਗਿਆ, ਪਰ ਉਹ ਕਿਰਪਾ, ਉਹ ਦਇਆ ਜਿਹੜੀ ਸੀ ਉਹ ਨਹੀਂ ਸੀ, ਉਹ ਸ਼ਾਂਤੀ ਉਹ ਨਹੀਂ ਸੀ ਜਿਹੜੀ ਚਾਹੁੰਦੇ ਸੀ। ਫਿਰ ਹੌਲੀ ਹੌਲੀ ਬਚਨ ਤੋਂ ਪਤਾ ਲੱਗਾ ਮੇਰੇ ਪਾਪ ਮੇਰੇ ਦੁੱਖ ਦਾ ਕਾਰਨ ਆ, ਮੇਰੇ ਗੁਨਾਹ
मेरी पीड़ा का कारण आ, शर्मिंदगी का कारण आ, असफलता का कारण आ। ते जिन्ना चिर मैं अपने पापां की माफी परमेश्वर तो मंग नहीं लेंदा तद तक मेरे पाप माफ होने नहीं आ। मैं इस गल नूं भालिया कि आजादी मिलनी किद्दां आ, छुटकारा मिलना किद्दां आ। मैं अपने पापां नूं मन्नण दे लई सोचिया, क्योंकि पापां नूं मन्नण दे लई सोचना क्यों पिया, क्यों सोचना पिया, क्योंकि जदों मैं एक चीज छड्डनी आ उहदे वल फिर मूंह नहीं वापस करना। कि मैं पापां तो बगैर जिंदगी बतीत कर सकदा आ? कि पाप तो बगैर मेरा गुजारा हो सकदा आ? पाप तो बगैर मेरा जीवन सफल हो सकदा आ? जिंदगी च सफलता मिल सकदी आ पाप तो बगैर? क्योंकि सानू बहुते लोगों का सुभाव आ पाप तो बगैर उन्हां दा गुजारा नहीं हुंदा। गलत काम कीते तो बगैर उन्हां दा गुजारा नहीं हुंदा, उन्हां दा परिवार नहीं पलदा। बहुते लोगों का सुभाव आ कि आह काम करना ही पैना फिर ही साडा गुजारा होना आ, इदां चलना पैना फिर ही साडा चलना आ, मेरा परिवार पलना आ। मीनस ये सारियां जिहड़ियां गल्लां आ ये मेरे जो साडे जीवन नाल जुड़ियां होईयां सी कि मैं सही ढंग नाल जे प्रभु च चल पिया, जे पाप छड़ दिते, पापां दी माफी मंग लई, कि मेरा गुजारा होऊगा। फिर एक समा आया कि जदों मन दे विच विचार कीता कि नहीं हुण मैं पापां तो बगैर अपना जीवन बतीत करना आ, चाहे घाटे पैण चाहे वाधे होण ओह रब दे उत्ते छड़ देना, पर पाप वल तकना नहीं आ। ते मेरे जो पापां दी तौबा कीती, फिर परमेश्वर दे राज नूं भालण दे लई प्रार्थना कीतियां ते एक नवां जन्म लेना बहुत जरूरी सी। नवां जन्म लिया ਜਦੋਂ मैं पापां नूं छड्डिया, पापां तो माफी मंगी, खुदा ने पाप दी माफी दित्ती, जिंदगी च सुख, जिंदगी च आनंद, जिंदगी च शांति। शरीर नूं कुछ मिले ना मिले लेकिन इन्ना जरूर सी कि मेरे मन नूं शांति सी। ठीक आ जिन्ने क हैगे आ बहुत वधिया आ। ते पहलां जदों पाप दे विच सी उदों बहुत होण दे बावजूद कि नहीं सब तो है ही कुछ नहीं आ। उस तो बाद फिर जो नवा जन्म लिया, बपतिस्मा लिया, फिर होर मजबूत होए, लभ लिया परमेश्वर, लभ लिया परमेश्वर। और उस तो बाद 2012 तक बहुत मुश्किलां परेशानियां आईयां। उन्हां मुश्किलां ते परेशानियां दे विच चलदियां भी असीं अपने प्रभु यीशु मसीह नूं तकना नहीं छड्डिया कि जे जीवन दे दिता है खुदा नूं ते इह जीवन हुण इहदे लेखे ही आ, इस तों बगैर चलना ही नहीं आ। मुश्किलां परेशानियां, परिवार मसीही शादी लई मंनदा नहीं सी, मसीही रिश्ते लई मंनदा नहीं सी, पर असीं इन्हां सारियां परिस्थितियां दे विच भी यीशु नूं तकदे रहे। खुदा पसली तू अड कीती है, तू ही जोड़नी है, किसी मनुख विच ताकत नहीं आ कि तेरे जदों तू जोड़े कोई अड कर सके। हालेलुया। परमेश्वर ने सारे रस्ते खोले, सबो कुछ करना शुरू कर दिता, लभ लिया, तकना शुरू कर दिता, वचन दे अधीन, वचन दे अगे नम्र होना शुरू कर दिता, ते खुदा ने अपनी कृपा करनी शुरू कर दी। एक गल परमेश्वर ने अपने दास दाऊद नूं कही है, जिहड़ा अब्राहम दी अंश विचों आ, जिहदी अंश दे विच आके यीशु मसीह पैदा होया, उसे यीशु मसीह दी अंश विच मैं ते तुसीं आ। हालेलुया। ये गल वखरी है, ये गल वखरी है कि तुसीं अपने आप नूं प्रभु यीशु मसीह दे अंश वल मनदे कि नहीं मनदे, तुसीं अब्राहम दी अंश मनदे कि नहीं मनदे, क्योंकि परमेश्वर ने तुहानूं इसे लई सद्दिया, क्योंकि पढ़िया मैं पिछले एक आयत विच कि मैं इजराइल दे परिवार दियां गवाचियां होईयां भेडां लई आया। तानू परमेश्वर ने मेरे जो लभ लिया, इकट्ठा कर लिया, ते हुण साडे उत्ते अपने आप प्रगट कीता, ते असीं भी लभ लिया कि हाँ यही सर्वशक्तिमान परमेश्वर साडा मुक्तिदाता आ, यही साडा यीशु मसीह उद्धार करता है, तो बगैर कोई और है नहीं। भालण तो बाद तकना बंद नहीं कीता, भालण तो बाद तकना बंद नहीं कीता, ते तकदे तकदे अपने आप नूं नम्र करके रखिया, प्रभु दे वचन दे अगे नम्र जो कह दिता सो मनना। ते रब ने फिर मेरे जो ओ वादे जिहड़े दाऊद नाल कीते ओ साडे नाल भी पूरे कर लिया। फिर पढ़िए 3 आयत। मैं अपने चुने हुए दे नाल नेम बन्निया है, मैं अपने चुने हुए दे नाल नेम बन्निया है, किरपा ते दया दा नेम, तरक्की ते खुशी दा नेम, मुक्ति ते बचाव दा नेम। और उहदा चुनिया होया कौन?
ਉਹਦਾ ਚੁਣਿਆ ਹੋਇਆ ਕੌਣ ਆ? ਇੱਕ ਬਹਾਨਾ ਸੀ ਏਲੀਆ ਦਾ ਅਲੀਸ਼ਾ ਦੇ ਨੇੜਿਓਂ ਦੀ ਲੰਘਣਾ। ਜਦੋਂ ਲੰਘ ਰਿਹਾ ਸੀ, ਪਵਿੱਤਰ ਆਤਮਾ ਨੇ ਅਲੀਸ਼ਾ ਨੂੰ ਟੱਚ ਕੀਤਾ, ਉਹਦਾ ਮਨ ਬਦਲ ਗਿਆ। ਅਲੀਸ਼ਾ ਏਲੀਆ ਦੇ ਪਿੱਛੇ ਚੱਲ ਪਿਆ, ਕਿਉਂਕਿ ਪਰਮੇਸ਼ਵਰ ਨੇ ਏਲੀਆ ਦੇ ਵਸੀਲੇ ਅਲੀਸ਼ਾ ਨੂੰ ਮੇਰੇ ਜੋ ਚੁਣਿਆ ਹੋਇਆ ਸੀ। ਐਦਾਂ ਹੀ ਸਾਨੂੰ ਤੇ ਤੁਹਾਨੂੰ ਪਰਮੇਸ਼ਵਰ ਨੇ ਚੁਣਿਆ। ਇਸੇ ਲਈ ਉਹਨੇ ਬਾਈਬਲ ਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ, ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ, ਰਿਸ਼ਤਾ ਬੰਨਿਆ ਆ। ਤੁਸੀਂ ਕਿਸੇ ਪ੍ਰੋਬਲਮ ਦੇ ਨਾਲ ਨਹੀਂ ਇੱਥੇ ਆਏ, ਤੁਸੀਂ ਇੱਕ ਨੇਮ ਦੇ ਕਰਕੇ ਇੱਥੇ ਆਏ ਹੋ ਕਿ ਖੁਦਾ ਨੇ ਤੁਹਾਡੇ ਨਾਲ ਇੱਕ ਨੇਮ ਬੰਨਿਆ ਆ। ਉਹ ਸੱਚੀ ਸ਼ਾਂਤੀ ਦਾ ਨੇਮ ਆ, ਔਰ ਇੱਕ ਨੇਮ ਬੰਨਿਆ ਆ। ਕਹਿੰਦਾ ਯਹੋਵਾ ਦੇ ਵਿਸ਼ਵਾਸੀਆਂ ਨੂੰ ਦਇਆ ਘੇਰੀ ਰੱਖੇਗੀ, ਕਿਰਪਾ ਘੇਰੀ ਰੱਖੇਗੀ। ਇਹ ਪਰਮੇਸ਼ਰ ਨੇ ਨੇਮ ਬੰਨਿਆ ਸੀ ਆਪਣੇ ਪ੍ਰੇਮੀਆਂ ਦੇ ਨਾਲ, ਆਪਣੇ ਵਿਸ਼ਵਾਸੀਆਂ ਦੇ ਨਾਲ, ਕਿ ਮੇਰੇ ਵਿਸ਼ਵਾਸੀ ਦੇ ਆਲੇ ਦੁਆਲੇ ਮੇਰੀ ਕਿਰਪਾ ਤੇ ਦਇਆ ਸਦਾ ਹੀ ਬਣੀ ਰਹੇਗੀ। ਇਸੇ ਲਈ ਸੰਤ ਪੌਲਸ ਨੇ ਇਸ ਗੱਲ ਨੂੰ ਬਿਆਨ ਕੀਤਾ ਕਿ ਤੇਰੀ ਦਇਆ ਹੀ ਮੇਰੇ ਲਈ ਕਾਫੀ ਆ, ਕਿਉਂਕਿ ਮੈਨੂੰ ਚਾਰੋਂ ਦਿਸ਼ਾਵਾਂ ਤੋਂ ਦਇਆ ਨੇ ਘੇਰਿਆ ਹੋਇਆ ਆ। ਹਾਲੇਲੂਇਆ। ਇਸੇ ਲਈ ਪ੍ਰਭੂ ਦਾ ਵਚਨ ਬਿਆਨ ਕਰਦਾ ਆ, ਕਹਿੰਦਾ ਕਿ ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ ਆ, ਮੈਂ ਆਪਣੇ ਚੁਣੇ ਹੋਏ ਦੇ ਨਾਲ ਰਿਸ਼ਤਾ ਬਣਾਇਆ ਆ। ਜਦੋਂ ਇੱਕ ਲੜਕੀ ਦਾ ਰਿਸ਼ਤਾ ਹੋ ਜਾਂਦਾ ਆ, ਉਹਦਾ ਜ਼ਿਆਦਾ ਸਮਾਂ ਜਿਹੜੀ ਕੁਆਰੇ ਪੰਚ ਜਾਂ ਰਿਸ਼ਤੇ ਤੋਂ ਪਹਿਲਾਂ ਆਪਣੀਆਂ ਸਹੇਲੀਆਂ, ਆਪਣੇ ਪਰਿਵਾਰ, ਆਪਣੇ ਕੰਮ ਦੇ ਵਿੱਚ ਹੁੰਦਾ ਸੀ। ਹੁਣ ਰਿਸ਼ਤਾ ਹੋਣ ਤੋਂ ਬਾਅਦ ਜ਼ਿਆਦਾ ਧਿਆਨ ਉਹਦਾ ਕਿੱਧਰ ਰਹਿੰਦਾ ਆ? ਜਿਹੜਾ ਇਨਸਾਨ ਉਹਦੇ ਪਤੀ ਹੋਣ ਲਈ ਚੁਣਿਆ ਗਿਆ ਉਹਦੇ ਵੱਲ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਮੇਰਾ ਹੁਣ ਸੁੱਖ, ਮੇਰੇ ਜੀਵਨ ਦਾ ਆਨੰਦ, ਮੇਰੀ ਤਰੱਕੀ ਹੁਣ ਮੇਰੀਆਂ ਸਹੇਲੀਆਂ ਨਹੀਂ ਆ। ਹੁਣ ਮੇਰੇ ਜੀਵਨ ਦਾ ਆਨੰਦ, ਮੇਰੀ ਸ਼ਾਂਤੀ, ਮੇਰੀ ਤਰੱਕੀ ਜਿਹੜਾ ਰੱਬ ਨੇ ਮੇਰੇ ਜੀਵਨ ਸਾਥੀ ਚੁਣਿਆ ਉਹ ਆ। ਹਾਲੇਲੂਇਆ। ਤੇ ਉਹਦਾ ਧਿਆਨ ਉੱਥੇ ਰਹਿੰਦਾ, ਤੇ ਉਹ ਇੱਕ ਉਡੀਕ ਕਰਦੀ ਹੈ ਕਿ ਇੱਕ ਸਮਾਂ ਆਵੇਗਾ ਜਿੱਥੇ ਅੱਜ ਮੇਰਾ ਧਿਆਨ ਹੈ, ਇੱਕ ਦਿਨ ਮੈਂ ਉੱਥੇ ਮੈਂ ਹੋਵਾਂਗੀ। ਹਾਲੇਲੂਇਆ। ਉੱਥੇ ਮੈਂ ਹੋਵਾਂਗੀ। ਅੱਜ ਧਿਆਨ ਉੱਥੇ ਆ, ਕੱਲ ਮੈਂ ਉੱਥੇ। ਕਿਉਂ? ਕਿਉਂਕਿ ਇੱਕ ਨੇਮ ਬੰਨਿਆ ਹੁੰਦਾ ਆ ਵਿਚੋਲੇ ਦੇ ਦੁਆਰਾ, ਇੱਕ ਰਿਸ਼ਤਾ ਬੰਨਿਆ ਹੁੰਦਾ ਵਿਚੋਲੇ ਦੇ ਦੁਆਰਾ। ਏਦਾਂ ਹੀ ਪਰਮੇਸ਼ਵਰ ਨੇ ਸਾਡੇ ਔਰ ਆਪਣੇ ਵਿਚਕਾਰ ਇੱਕ ਨੇਮ ਬੰਨਿਆ ਆ, ਤੇ ਉਹ ਨੇਮ ਇੱਕ ਵਿਚੋਲੇ ਦੇ ਦੁਆਰਾ ਬੰਨਿਆ, ਤੇ ਉਹ ਵਿਚੋਲਾ ਆ ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨਾਸਰੀ। ਇਸੇ ਲਈ ਕਿਹਾ ਪਰਮੇਸ਼ਵਰ ਇੱਕ ਹੈ, ਪਰਮੇਸ਼ਵਰ ਤੇ ਮਨੁੱਖਾਂ ਦੇ ਵਿਚਕਾਰ ਇੱਕ ਹੀ ਵਿਚੋਲਾ ਆ, ਜਿਹੜਾ ਮਨੁੱਖ ਦਾ ਪਰਮੇਸ਼ਵਰ ਦੇ ਨਾਲ, ਪਰਮੇਸ਼ਵਰ ਦਾ ਮਨੁੱਖ ਦੇ ਨਾਲ ਰਿਸ਼ਤਾ ਕਰਾਉਂਦਾ, ਨੇਮ ਬਣਦਾ ਆ, ਤੇ ਜਿਹੜਾ ਉਹਦੇ ਤੇ ਵਿਸ਼ਵਾਸ ਕਰਦਾ ਉਹਦਾ ਰਿਸ਼ਤਾ ਖੁਦਾ ਦੇ ਨਾਲ ਹੋ ਜਾਂਦਾ। ਹਾਲੇਲੂਇਆ। ਮੈਂ ਕਹਿੰਦਾ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ। ਇਹਦੀ 4 ਆਇਤ ਪੜ੍ਹਦੇ ਆ। ਭਾਈ ਮੈਂ ਤੇਰੀ ਅੰਸ਼ ਨੂੰ ਸਦਾ ਕਾਇਮ ਰੱਖਾਂ। ਨੇਮ ਤੁਹਾਡੇ ਨਾਲ ਵੱਜਿਆ ਤੇ ਕਿਰਪਾ ਤੁਹਾਡੀ ਅੰਸ਼ ਉੱਤੇ ਹੋਣ ਜਾ ਰਹੀ ਆ। ਪੜ੍ਹੀਏ ਦੀ 3 ਦੀ ਪਹਿਲੀ ਲਾਈਨ, 4 ਦੀ ਪਹਿਲੀ ਲਾਈਨ। ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ ਹੈ। ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ। ਤੁਸੀਂ ਆਏ ਹੋ, ਪਰਮੇਸ਼ਵਰ ਨੇ ਤੁਹਾਡੇ ਨਾਲ ਨੇਮ ਬੰਨਿਆ। ਕਾਹਦੇ ਲਈ? ਹਾਂਜੀ, ਭਾਈ ਮੈਂ ਤੇਰੀ ਅੰਸ਼ ਨੂੰ ਸਦਾ ਤੀਕ ਕਾਇਮ ਰੱਖਾਂਗਾ। ਤੇਰੀ ਅੰਸ਼ ਨੂੰ ਸਦਾ ਤੀਕ ਕਾਇਮ ਰੱਖਾਂਗਾ। ਜੇ ਪਰਮੇਸ਼ਵਰ ਨੇ ਤੁਹਾਡੇ ਨਾਲ ਨੇਮ ਬੰਨਿਆ ਹੈ ਤੇ ਆਪਣੀ ਅੰਸ਼ ਨੂੰ ਬਚਾਉਣ ਦੇ ਲਈ ਤੁਹਾਡਾ ਸਹੀ ਢੰਗ ਨਾਲ ਖੁਦਾ ਨੂੰ ਤੱਕਣਾ ਹੋਣਾ ਜ਼ਰੂਰੀ ਹੈ। ਅਸੀਂ ਕਈ ਵਾਰ ਪਰਮੇਸ਼ਵਰ ਨੂੰ ਸਹੀ ਢੰਗ ਨਾਲ ਤੱਕਦੇ ਨਹੀਂ ਆ, ਤਾਂ ਮੇਰੇ ਜੋ ਸਾਡੀ ਅੰਸ਼ ਉੱਤੇ ਮੁਸ਼ਕਲ ਆਉਂਦੀ ਆ। ਅਸੀਂ ਪਰਮੇਸ਼ਵਰ ਨੂੰ ਸਹੀ ਢੰਗ ਨਾਲ ਮਿਲਦੇ ਨਹੀਂ ਹੈ, ਸਾਡਾ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਦੇ ਤੇ ਆਫਤ ਆ ਜਾਂਦੀ ਆ। ਇੱਥੇ ਪਰਮੇਸ਼ਵਰ ਕੀ ਕਹਿ ਰਿਹਾ ਆਪਣੇ ਦਾਸ ਦਾਊਦ ਨੂੰ? ਮੈਂ ਤੇਰੇ ਨਾਲ ਨੇਮ ਬੰਨਿਆ ਆ। ਅਗਲੀ ਲਾਈਨ ਕਹਿੰਦਾ ਕਿ ਤਾਂ ਕਿ ਤੇਰੀ ਅੰਸ਼ ਨੂੰ ਕਾਇਮ ਰੱਖਾਂ। ਆਦਮ ਦਾ ਥੋੜਾ ਜਿਹਾ ਵਿਗੜਨਾ ਹਾਬਲ ਦੇ ਲਈ ਭਾਰੀ ਹੋ ਗਿਆ। ਹਵਾ ਦਾ ਥੋੜਾ ਜਿਹਾ ਵਿਗੜਨਾ ਕਾਇਨ ਦੇ ਲਈ ਮੁਸ਼ਕਲਾਂ ਵਿੱਚ ਪੈ ਗਿਆ। ਹਾਲੇਲੂਇਆ। ਕਾਇਨ ਮੁਸ਼ਕਲਾਂ 'ਚ ਪੈ ਗਿਆ। ਵਿਗੜੇ ਆਦਮ ਤੇ ਹਵਾ ਸੀ, ਜਿਨ੍ਹਾਂ ਨਾਲ ਨੇਮ ਬੰਨਿਆ ਸੀ, ਜਿਨ੍ਹਾਂ ਨਾਲ ਨੇਮ ਬੰਨਿਆ ਸੀ। ਆਦਮ ਤੇ ਹਵਾ ਪਹਿਲੇ ਉਹ ਜੋੜੀ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਅਨੰਤ ਜੀਵਨ ਦਾ ਵਾਅਦਾ ਕੀਤਾ ਸੀ। ਭਾਵ ਜਿਵੇਂ ਪਰਮੇਸ਼ਰ ਅਨੰਤ ਅਮਰ, ਪਰਮੇਸ਼ਰ ਨੇ ਉਦਾਂ ਦਾ ਹੀ ਆਦਮ ਤੇ ਹਵਾ ਨੂੰ ਬਣਾਇਆ ਸੀ। ਜੇ ਦੁੱਖ ਆਇਆ,
ਮੁਸ਼ਕਲ ਆਈ, ਉਹਦਾ ਅਸਲ ਕਾਰਨ ਕੀ ਸੀ? ਆਦਮ ਤੇ ਹਵਾ ਨੇ ਉਸ ਅਨੰਤ ਨੇਮ ਨੂੰ ਭੰਨ ਕੇ ਆਪਣੀ ਇੱਛਾ ਪੂਰੀ ਕਰਨੀ ਸ਼ੁਰੂ ਕਰ ਲਈ। ਜਿਸ ਰੁੱਖ ਨੂੰ ਦੇਖਣ ਤੋਂ, ਨੇੜੇ ਜਾਣ ਤੋਂ ਵੀ ਰੋਕਿਆ ਸੀ, ਉਹਨਾਂ ਨੇ ਮੇਰੇ ਜੋ ਦੂਜੇ ਰੁੱਖਾਂ ਨੂੰ ਤੱਕਣਾ ਛੱਡ ਕੇ ਉਸ ਰੁੱਖ ਨੂੰ ਤੱਕਣਾ ਸ਼ੁਰੂ ਕਰ ਦਿੱਤਾ ਜਿਸ ਰੁੱਖ ਤੋਂ ਤੱਕਣ ਨੂੰ ਰੋਕਿਆ ਹੋਇਆ ਸੀ। ਕਹਿੰਦਾ ਇਹਨੂੰ ਛੂਵੀਂ ਵੀ ਨਾ। ਆਦਮ ਤੇ ਹਵਾ ਕਹਿੰਦੇ ਹੁਣ ਛੂਣਾ ਕੀ, ਹੁਣ ਖਾ ਕੇ ਵੀ ਦੇਖਣਾ। ਹਾਲੇਲੂਇਆ। ਕਹਿੰਦਾ ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਿਆ ਤਾਂ ਕਿ ਉਹਦੀ ਅੰਸ਼ ਨੂੰ ਕੀ ਰੱਖਾਂ? ਕਾਇਮ। ਪਰਮੇਸ਼ਰ ਸਾਡੀ ਅੰਸ਼ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਪਰਮੇਸ਼ਰ ਸਾਡੀ ਅੰਸ਼ ਨੂੰ ਕਾਇਮ ਰੱਖਣਾ ਚਾਹੁੰਦਾ ਆ। ਇਹਦੀ 20 ਅੱਜ ਤੋਂ ਪੜਾਂਗੇ, ਅਸੀਂ ਸਮਾਪਤੀ ਵੱਲ ਜਾਵਾਂਗੇ। ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਾ ਕੀਤਾ ਹੈ। ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਾ ਕੀਤਾ। ਕਿਉਂ ਮਸਾ ਕੀਤਾ? ਤਾਂ ਕਿ ਇਹਦੀ ਅੰਸ਼ ਉੱਤੇ ਕਿਰਪਾ ਹੋਵੇ। ਪਵਿੱਤਰ ਆਤਮਾ ਦਾ ਮਸਾ ਕਿਉਂ ਪਰਮੇਸ਼ਰ ਨੇ ਭੇਜਣ ਦਾ ਵਾਅਦਾ ਕੀਤਾ? ਯਿਸੂ ਮਸੀਹ ਨੇ ਕਿਹਾ ਮੇਰਾ ਜਾਣਾ ਤੁਹਾਡੇ ਲਈ ਚੰਗਾ ਹੈ, ਮੈਂ ਜਾਵਾਂਗਾ, ਪਿਤਾ ਮੇਰੇ ਨਾਮ ਦੇ ਵਸੀਲੇ ਨਾਲ ਤੁਹਾਡੇ ਉੱਤੇ ਪਵਿੱਤਰ ਆਤਮਾ ਦਾ ਮਸਾ ਭੇਜੇਗਾ ਤੇ ਉਹ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾਵੇਗਾ, ਉਹ ਤੁਹਾਨੂੰ ਚੱਲਣਾ ਸਿਖਾਵੇਗਾ, ਉਹ ਤੁਹਾਨੂੰ ਜੀਵਨ ਦੇ ਘਾਟੇ ਵਾਧਿਆਂ ਦੇ ਬਾਰੇ ਨੌਲੇਜ ਦੇਵੇਗਾ, ਉਹ ਤੁਹਾਨੂੰ ਬੁੱਧ ਬਖਸ਼ੇਗਾ, ਉਹ ਤੁਹਾਨੂੰ ਪਿਤਾ ਦੇ ਨਾਲ ਮਿਲਾਵੇਗਾ। ਤੇ ਉਹੀ ਮਸਾ ਪਰਮੇਸ਼ਰ ਨੇ ਦਾਊਦ ਨੂੰ ਦਿੱਤਾ ਤਾਂ ਕਿ ਉਹਦੀ ਅੰਸ਼ ਬਚਾਈ ਜਾਵੇ। ਸਾਨੂੰ ਪਰਮੇਸ਼ਰ ਨੇ ਇਸ ਲਈ ਸੱਦਿਆ ਤੇ ਪਵਿੱਤਰ ਆਤਮਾ ਦੇਣ ਦਾ ਵਾਅਦਾ ਕੀਤਾ ਤਾਂ ਕਿ ਸਾਡੀ ਵੰਸ਼, ਸਾਡਾ ਅੰਸ਼ ਸਾਡੇ ਵਸੀਲੇ ਨਾਲ ਬਚ ਜਾਵੇ, ਕਿਰਪਾ ਨੂੰ ਪਾ ਲਵੇ। ਇਸੇ ਲਈ ਪ੍ਰਭੂ ਦਾ ਦਾਸ ਮੂਸਾ ਇਸ ਗੱਲ ਨੂੰ ਬਿਆਨ ਕਰਦਾ, ਤੁਸੀਂ ਉੱਠਦੇ ਬੈਠਦੇ ਜਾਗਦੇ ਖਾਂਦੇ ਪੀਂਦੇ ਤੁਰਦੇ ਫਿਰਦੇ ਪਰਮੇਸ਼ਰ ਦੀਆਂ ਗੱਲਾਂ ਦੇ ਬਾਰੇ ਪਰਮੇਸ਼ਰ ਦੀਆਂ ਵਿਚਾਰ ਵਟਾਂਦਰਾ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ। ਅਸੀਂ ਬੱਚਿਆਂ ਨੂੰ ਸਿਖਾਉਂਦੇ ਹੀ ਨਹੀਂ ਆ। ਕੌਣ ਨਹੀਂ ਆਪਣੇ ਬੱਚਿਆਂ ਨੂੰ ਸਿਖਾਉਂਦਾ? ਧਿਆਨ ਦਿਓ, ਕੌਣ ਨਹੀਂ ਮੇਰੇ ਜੋ ਸਿਖਾਉਂਦਾ ਆਪਣੇ ਬੱਚਿਆਂ ਨੂੰ? ਉਹ ਕਿਹੜਾ ਆ ਜਿਹੜਾ ਆਪਣੇ ਬੱਚਿਆਂ ਨੂੰ ਵਚਨ ਦੇ ਬਾਰੇ, ਪ੍ਰਭੂ ਯਿਸੂ ਮਸੀਹ ਦੇ ਬਾਰੇ, ਸੰਗਤ ਦੇ ਬਾਰੇ, ਮਹਿਮਾ ਦੇ ਬਾਰੇ, ਵਡਿਆਈ ਦੇ ਬਾਰੇ, ਪ੍ਰਾਰਥਨਾ ਬਾਰੇ ਨਹੀਂ ਦੱਸਦਾ, ਸਬਤ ਬਾਰੇ ਨਹੀਂ ਦੱਸਦਾ, ਜਿਹੜਾ ਸਰੀਰਕ। ਕਿਉਂਕਿ ਜਿਹੜਾ ਪਵਿੱਤਰ ਆਤਮਾ ਪਾਇਆ ਹੋਇਆ ਬੰਦਾ ਆ ਮੇਰੇ ਜੋ, ਉਹਨੂੰ ਇਹ ਰਹਿੰਦਾ ਆ ਕਿ ਜੇ ਮੈਂ ਪਰਮੇਸ਼ਰ ਨੂੰ ਭਾਲ ਲਿਆ, ਜਾਣ ਲਿਆ, ਮੈਨੂੰ ਸੁੱਖ ਮਿਲਿਆ, ਕਿਤੇ ਮੇਰੀ ਔਲਾਦ ਉਸ ਸੁੱਖ ਤੋਂ ਵਾਂਝੀ ਨਾ ਰਹਿ ਜਾਏ। ਇਹ ਨਾ ਹੋਵੇ ਕਿ ਮੈਂ ਪ੍ਰਭੂ ਨੂੰ ਜਾਣ ਲਿਆ ਤੇ ਜਦ ਅੰਤ ਆਵੇ ਮੈਂ ਸੁਰਗ ਜਾਵਾਂ, ਮੇਰੀ ਔਲਾਦ ਕਿਤੇ ਨਰਕ ਵਿੱਚ ਨਾ ਚਲੀ ਜਾਵੇ। ਹਾਲੇਲੂਇਆ। ਤੇ ਸਾਨੂੰ ਤਾਂ ਐ ਹੁੰਦਾ ਆ, ਜਿਵੇਂ ਪਿੰਡਾਂ ਦੇ ਵਿੱਚ ਸਾਡੇ ਰਿਵਾਜ ਆ ਕਿ ਇੱਕ ਪੂਰੇ ਟੱਬਰ ਨੂੰ ਕਹਿੰਦੇ ਚੁੱਲ੍ਹੇ ਨੇ ਇੰਦਾ ਦਿੱਤਾ ਹੁੰਦਾ ਨਾ, ਚੁੱਲ੍ਹੇ ਨੇ ਦਿੱਤਾ ਹੁੰਦਾ। ਅਸੀਂ ਇੱਕ ਜਣਾ ਰੋਟੀ ਖਾਣ ਜਾਂਦੇ ਆ ਤੇ ਨਾਲ ਭਾਂਡੇ ਡੋਲੂ ਚੱਕ ਤੇ ਗੜਬੀਆਂ ਚੁੱਕੀ ਫਿਰਦੇ ਹੁੰਨੇ ਕਿ ਵਾਪਸੀ ਟੱਬਰ ਲਈ ਇਕੱਠੀ ਕਰਕੇ ਲੈ ਆਂਗੇ। ਤੇ ਇੱਥੇ ਵੀ ਇਦਾਂ ਹੁੰਦਾ ਆ। ਹੁਣ ਜਦੋਂ ਪ੍ਰਾਰਥਨਾ ਕਰਨੀ ਹੈ, ਪਰਿਵਾਰ 'ਚ ਇੱਕ ਮੈਂਬਰ ਆਇਆ ਹੋਣਾ, ਮੇਰੇ ਫਲਾਣੇ ਲਈ ਪ੍ਰਾਰਥਨਾ ਕਰ ਦਿਓ, ਮੇਰੇ ਫਲਾਣੇ ਲਈ ਪ੍ਰਾਰਥਨਾ ਕਰ ਦਿਓ, ਮੇਰੀ ਫਲਾਣੀ ਲਈ ਪ੍ਰਾਰਥਨਾ ਕਰ ਦਿਓ। ਇਹ ਚੁੱਕਵੀਂ ਰੋਟੀ ਆ। ਪਰਮੇਸ਼ਵਰ ਨੇ ਤੁਹਾਨੂੰ ਇਸ ਲਈ ਸੱਦਿਆ ਤਾਂ ਕਿ ਤੁਹਾਡੀ ਅੰਸ਼ ਉੱਤੇ ਕਿਰਪਾ ਹੋਵੇ। ਤੇ ਅੰਸ਼ ਤੇ ਕਿਰਪਾ ਕਦੋਂ ਹੋਵੇਗੀ? ਜਦੋਂ ਤੁਸੀਂ ਪਰਮੇਸ਼ਰ ਦੇ ਚੁਣੇ ਹੋਏ ਲੋਕ ਆਪਣੀਆਂ ਫੈਮਲੀਆਂ ਨੂੰ ਪਰਮੇਸ਼ਰ ਦੇ ਵਚਨ ਨਾਲ ਜੋੜੋਗੇ। ਤੁਹਾਡੀਆਂ ਫੈਮਲੀਆਂ ਪਰਮੇਸ਼ਰ ਦੇ ਕੋਲ ਆ ਕੇ ਮੇਰੇ ਜੋ ਆਸ਼ੀਸ਼ ਨੂੰ ਪ੍ਰਾਪਤ ਕਰਨਗੇ। ਸਾਨੂੰ ਚਿੰਤਾ ਹੀ ਨਹੀਂ ਹੁੰਦੀ ਕਿ ਸਾਡਾ ਬਜ਼ੁਰਗ ਬਿਨਾਂ ਤੌਬਾ ਤੋਂ ਖਤਮ ਹੋਣ ਜਾ ਰਿਹਾ, ਸਾਡੀ ਬਜ਼ੁਰਗ ਮਾਤਾ ਨੇ ਮਰ ਜਾਣਾ ਆ, ਸਾਡੇ ਬੱਚਿਆਂ ਨੇ ਇੱਕ ਦਿਨ ਖਤਮ ਹੋ ਜਾਣਾ, ਅਸੀਂ ਖਤਮ ਹੋ ਜਾਣਾ, ਕਿਤੇ ਇਹ ਨਾ ਹੋਵੇ ਕਿ ਇਹ ਨਰਕ ਚਲ ਜਾਣ। ਮੇਰੇ ਜੋ ਧਿਆਨ ਦਿਓ, ਆਹ ਮੌਕਾ ਸਾਨੂੰ ਰੱਬ ਨੇ ਦਿੱਤਾ ਆ। ਧਨੀ ਨੂੰ ਧਨੀ ਕੀ ਕਹਿੰਦਾ ਆ? ਨਰਕ ਦੀ ਲੰਬ ਵਿੱਚ ਬੈਠਾ ਕਹਿੰਦਾ ਆਪਣੇ ਭਰਾਵਾਂ ਦਾ ਫਿਕਰ ਕਰਨ ਲੱਗ ਪਿਆ ਕਿ ਹੇ ਪ੍ਰਭੂ, ਇੱਕ ਵਾਰ ਲਾਜ਼ਰ ਨੂੰ ਮੇਰੇ 5 ਭਰਾਵਾਂ ਕੋਲ ਭੇਜ, ਕਿਉਂਕਿ ਕਿਤੇ ਉਹ ਬਿਨਾਂ ਤੌਬਾ ਤੋਂ ਇੱਥੇ ਨਾ ਆ ਜਾਣ, ਬਿਨਾਂ ਤੌਬਾ ਤੋਂ ਜਿੱਥੇ ਮੈਂ ਅੱਗ ਦੀ ਲੰਬ 'ਚ ਤੜਫਦਾ ਕਿਤੇ ਮੇਰੇ ਭਰਾ ਵੀ ਅੱਗ ਦੇ ਵਿੱਚ ਨਾ ਆ ਜਾਣ। ਪ੍ਰਭੂ ਨੇ ਕਿਹਾ ਮੌਕਾ ਲੰਘ ਗਿਆ। ਹੁਣ ਮੌਕਾ ਲੰਘ ਗਿਆ ਆ, ਹੁਣ ਕੁਝ ਨਹੀਂ ਹੋ ਸਕਦਾਗਾ। ਬਹੁਤ ਪ੍ਰਚਾਰ ਕਰਨ ਵਾਲੇ ਆ, ਜੇ ਤੇਰੇ ਭਰਾ ਸੁਣ ਲੈਣਗੇ ਕਿਰਪਾ ਹੋ ਜਾਏਗੀ, ਨਹੀਂ ਤੇ ਜਿੱਥੇ ਤੂੰ ਆ ਉੱਥੇ ਉਹ ਵੀ ਆ ਜਾਣਗੇ। ਕਦੀ ਸੋਚਿਆ ਕਿ ਏਦਾਂ ਹੋਣੀ ਹੈ ਇੱਕ ਦਿਨ? ਕਦੀ ਸੋਚਿਆ ਕਿ ਏਦਾਂ ਹੋਣੀ ਆ? ਕਈ ਵਾਰ ਕੀ ਹੁੰਦਾ ਆ, ਸਮਾਂ ਮੈਨੂੰ ਪਰਮੇਸ਼ਰ ਨੇ ਦਿੱਤਾ, ਮੈਨੂੰ ਸੱਦ ਲਿਆ, ਮੈਨੂੰ ਚੁਣ ਲਿਆ, ਮੈਂ ਆਪਣੇ ਬੱਚਿਆਂ ਨੂੰ ਵਚਨ ਨਹੀਂ ਸੁਣਾ ਰਿਹਾ, ਮੈਂ ਆਪਣੇ ਬੱਚਿਆਂ ਨੂੰ ਪ੍ਰਭੂ ਦੀ ਹਜ਼ੂਰ 'ਚ ਨਹੀਂ ਖਿੱਚ ਰਿਹਾ, ਮੈਂ ਆਪਣੇ ਬੱਚਿਆਂ ਨੂੰ ਮੇਰੇ ਹਾਂ ਪੜ੍ਹਾਈ ਵਾਸਤੇ ਅਸੀਂ ਡਾਂਗ ਵੀ ਫੇਰਦੇ ਹਾਂ, ਡੰਡੇ ਵੀ ਫੇਰਦੇ ਹਾਂ, ਇੱਕ ਟਾਈਮ ਦੀ ਰੋਟੀ ਵੀ ਬੰਦ ਕਰ ਦਿੰਦੇ, ਨਹੀਂ ਰੋਟੀ ਮਿਲਣੀ ਪਹਿਲਾਂ ਪੜ੍ਹਾਈ ਕਰ, ਪਹਿਲਾਂ ਟਿਊਸ਼ਨ ਤੇ ਚੱਲ, ਪਹਿਲਾਂ ਸਕੂਲ ਚੱਲ, ਅਸੀਂ ਸਭ ਕੁਝ ਕਰਦੇ ਹਾਂ। ਪਰ ਪ੍ਰਭੂ ਦੇ ਲਈ, ਆਤਮਿਕ ਜ਼ਿੰਦਗੀ ਦੇ ਲਈ ਬੱਚੇ ਨੂੰ ਕਦੀ ਡਾਂਟਿਆ ਕਿ ਇੱਕ ਟਾਈਮ ਦੀ ਰੋਟੀ ਰੋਕੀ ਉਹਦੀ? ਚੱਲ ਪਹਿਲਾਂ ਚਰਚ ਵਿੱਚ ਚੱਲ ਪਹਿਲਾਂ ਸਾਡੇ ਨਾਲ ਪ੍ਰਾਰਥਨਾ ਦੇ ਵਿੱਚ, ਫਿਰ ਤੈਨੂੰ ਰੋਟੀ ਮਿਲਣੀ ਹੈ। ਨਹੀਂ, ਕਦੀ ਵੀ ਨਹੀਂ।
ਤੇ ਸਰੀਰਕ ਪੜ੍ਹਾਈ ਨੇ ਤੁਹਾਨੂੰ ਸਵਰਗ ਨਹੀਂ ਪਹੁੰਚਾਉਣਾ, ਰੱਬ ਨਾਲ ਨਹੀਂ ਮਿਲਾਉਣਾ। ਸਰੀਰਕ ਪੜ੍ਹਾਈ ਨੇ ਤੁਹਾਨੂੰ ਜੀਵਨ ਦਾ ਆਨੰਦ, ਜੀਵਨ ਦੀ ਸ਼ਾਂਤੀ ਨਹੀਂ ਦੇਣੀ, ਬਲਕਿ ਖੁਦਾ ਨੇ ਜੀਵਨ ਦਾ ਆਨੰਦ, ਜੀਵਨ ਦੀ ਸ਼ਾਂਤੀ ਦੇਣੀ ਆ। ਹੋ ਸਕਦਾ ਮੇਰੇ ਜੋ ਤੁਸੀਂ 2 ਟਾਈਮ 3 ਟਾਈਮ ਦੀ ਰੋਟੀ ਰੋਕ ਲਵੋ ਬੱਚੇ ਤੋਂ, ਕਿਸੇ ਤਦ ਤੱਕ ਰੋਟੀ ਨਹੀਂ ਦੇਣੀ ਜਦ ਤੱਕ ਤੂੰ ਸਕੂਲ ਨਹੀਂ ਜਾਂਦਾਗਾ, ਤਦ ਤੱਕ ਤੈਨੂੰ ਨਵਾਂ ਕੱਪੜਾ ਨਹੀਂ ਲਿਖ ਦੇਣਾ ਜਦ ਤੱਕ ਤੂੰ ਸਕੂਲ ਨਹੀਂ ਜਾਂਦਾਗਾ। ਹੋ ਸਕਦਾ ਮੇਰੇ ਜੋ ਤੁਸੀਂ ਨਵਾਂ ਕੱਪੜਾ ਨਾ ਦਵੋ ਤੇ ਉਹ ਨਾ ਜਾਵੇ ਸਕੂਲ ਨੂੰ। ਪਰ ਧਿਆਨ ਦਿਓ, ਜੇ ਤੁਸੀਂ ਖੁਦਾ ਦੇ ਲਈ ਇੰਨੀ ਮਿਹਨਤ ਆਪਣੇ ਬੱਚਿਆਂ ਲਈ ਕਰੋਗੇ, ਇੰਨੇ ਸਖਤ ਬੱਚਿਆਂ ਲਈ ਹੋਵੋਗੇ, ਜ਼ਰੂਰ ਆ ਮੇਰੇ ਇਸ ਪ੍ਰਭੂ ਦੀ ਹਜ਼ੂਰੀ ਨਾਲ ਜੁੜਨ ਨਾਲ ਚੰਗੀਆਂ ਰੋਟੀਆਂ ਤੇ ਚੰਗੇ ਬਸਤਰ ਆਪਣੇ ਆਪ ਮਿਲਣੇ ਸ਼ੁਰੂ ਹੋਣਗੇ। ਜਿਵੇਂ ਲਿਖਿਆ ਗਿਆ ਕਿ ਸੁਲੇਮਾਨ ਨੇ ਆਪਣੀ ਜਵਾਨੀ 'ਚ ਉਦਾਂ ਦਾ ਕੱਪੜਾ ਨਹੀਂ ਪਹਿਨਿਆ ਹੋਵੇਗਾ ਜਿੱਦਾਂ ਦਾ ਮੈਂ ਆਪਣੇ ਵਿਸ਼ਵਾਸੀ ਨੂੰ ਪਵਾ ਦਵਾਂਗਾ। ਐਦਾਂ ਦਾ ਅਨਾਜ ਉਹਨੇ ਨਹੀਂ ਖਾਧਾ ਹੋਵੇਗਾ ਆਪਣੀ ਜਵਾਨੀ ਦੇ ਨਾਲ ਜਿੱਦਾਂ ਦਾ ਮੈਂ ਕਹਿੰਦਾ ਆਪਣੇ ਵਿਸ਼ਵਾਸੀ ਨੂੰ ਖਿਲਾ ਦਵਾਂਗਾ। ਹਾਲੇਲੂਇਆ। ਪਰਮੇਸ਼ਵਰ ਸਾਡੇ ਤੋਂ ਬਾਅਦ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਸੋਚ ਕੇ ਬੈਠਾ ਆ। ਫੋਰਸ ਕਰੋ ਆਪਣੇ ਬੱਚਿਆਂ ਨੂੰ, ਕਾਦੇ ਲਈ? ਪਰਮੇਸ਼ਵਰ ਦੇ ਵਚਨ ਨੂੰ ਜਾਣਨ ਦੇ ਲਈ। ਸਾਨੂੰ ਪਤਾ ਹੈ ਕਿ ਸਾਡੇ ਬੱਚੇ ਨੇ ਕੰਮ ਤੇ ਜਾਣਾ, ਮਹੀਨੇ ਦਾ 10,000 ਰੁਪਏ ਕਮਾ ਕੇ ਲਿਆਉਣਾ, ਚਰਚ ਗਿਆ ਤਾਂ ਕੀ ਲੈ ਕੇ ਆਉਣਾ? ਕੁਛ ਵੀ ਨਹੀਂ। 10,000 ਬੱਚੇ ਨੂੰ ਨਹੀਂ ਬਚਾ ਸਕਦਾ। ਪ੍ਰਭੂ ਦੀ ਹਜ਼ੂਰੀ 'ਚ ਇੱਕ ਪਲ ਬੱਚੇ ਨੂੰ ਕਿ ਬੱਚੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਚਾ ਦੇਗਾ। ਹਾਲੇਲੂਇਆ। 10,000 ਰੁਪਈਆ ਜਿਹੜਾ ਬੱਚਾ ਕਮਾ ਕੇ ਲਿਆਉਂਦਾ ਆ ਉਹ ਬੱਚੇ ਨੂੰ ਨਹੀਂ ਬਚਾ ਸਕਦਾ, ਲੇਕਿਨ ਪ੍ਰਭੂ ਦੀ ਹਜ਼ੂਰੀ 'ਚ ਨਮਰਤਾ ਦੇ ਨਾਲ, ਅਧੀਨਗੀ ਦੇ ਨਾਲ ਆਇਆ ਹੋਇਆ ਬੰਦਾ, ਮੇਰੇ ਜੋ ਇੱਕ ਬਾਈਬਲ 'ਚ ਇੱਕ ਆਇਤ ਲਿਖੀ ਆ ਜਿਹੜੀ 100 ਦਿਨਾਂ ਨਾਲੋਂ ਇੱਕ ਦਿਨ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੰਗਾ। ਕਿੰਨਾ ਲਿਖਿਆ? 1000 ਦਿਨ। 1000 ਦਿਨ ਲਿਖਿਆ ਆ। ਤੇ 1000 ਦਿਨ ਦੁਨੀਆ 'ਚ ਬਿਤਾਉਣ ਨਾਲੋਂ ਉਹ ਕਹਿੰਦਾ ਇੱਕ ਦਿਨ ਪ੍ਰਭੂ ਤੇਰੀ ਹਜ਼ੂਰੀ 'ਚ ਬਿਤਾਉਣਾ ਚੰਗਾ। ਤੇ 1000 ਦਿਨਾਂ ਦੇ ਸਾਲ ਬਣਾਓ, ਕਿੰਨੇ ਬਣਦੇ ਆ? 365 ਦਿਨਾਂ ਦਾ ਇੱਕ ਸਾਲ ਆ, ਲਗਭਗ 2.25 ਸਾਲ ਦੇ ਲਾਗੇ ਤੁਸੀਂ ਕਹਿੰਦਾ ਕਮਾਈ ਕਰ ਲਈਏ। ਦੁਨੀਆ ਕਮਾ ਲਵਾਂ 2 ਸਾਲ 2.5 ਸਾਲ 'ਚ। ਉਹ ਆਨੰਦ 2.5 ਸਾਲ ਦੀ ਕਮਾਈ 'ਚ ਨਹੀਂ ਆ ਜਿਹੜਾ ਆਨੰਦ ਖੁਦਾ ਦੀ ਹਜ਼ੂਰੀ 'ਚ ਇੱਕ ਦਿਨ ਵਿੱਚ ਮਿਲ ਜਾਂਦਾ ਆ। ਹਾਲੇਲੂਇਆ। ਇੱਕ ਦਿਨ ਵਿੱਚ ਮਿਲ ਜਾਂਦਾ ਹੈ। ਤੇ ਅਸੀਂ ਉਸ ਆਨੰਦ ਤੋਂ ਆਪ ਤੋਂ ਦੂਰ ਰਹਿ ਗਏ। ਆਪਣੇ ਬੱਚਿਆਂ ਨੂੰ, ਆਪਣੇ ਹਸਬੈਂਡ ਨੂੰ, ਆਪਣੀ ਵਾਈਫ ਨੂੰ, ਆਪਣੇ ਬਜ਼ੁਰਗਾਂ ਨੂੰ ਵੀ ਮੇਰੇ ਤੋਂ ਦੂਰ ਰੱਖ ਕੇ ਬੈਠੇ ਆ। ਫਿਰ ਕਿਉਂ ਕਹਿੰਦੇ ਇੱਕ ਡਾਕਟਰਾਂ ਨੂੰ ਜਾਣਾ ਪੈਂਦਾ ਆ, ਫਿਰ ਵੈਦਾਂ ਨੂੰ ਲੱਭਣਾ ਪੈਂਦਾ, ਹਕੀਮ ਲੱਭਣੇ ਪੈਂਦੇ ਆ, ਫਿਰ ਸਾਨੂੰ ਉਪਾਅ ਕਰਨ ਵਾਲੇ ਲੱਭਣੇ ਪੈਂਦੇ ਆ, ਫਿਰ ਸਿਫਾਰਿਸ਼ਾਂ ਵਾਲੇ ਲੱਭਣੇ ਪੈਂਦੇ ਆ, ਫਿਰ ਪੈਸਾ ਲੱਭਣਾ ਪੈਂਦਾ ਆ, ਫਿਰ ਰਿਸ਼ਵਤ ਦੇਣੀ ਪੈਂਦੀ ਆ। ਕਾਰਨ ਕੀ ਆ? ਕਿਉਂਕਿ ਸਾਨੂੰ 1000 ਦਿਨ ਦੁਨੀਆ ਦੇ ਵਿੱਚ ਜਾਣਾ ਸੌਖਾ ਲੱਗਦਾ, ਰੱਬ ਦੀ ਹਜ਼ੂਰੀ 'ਚ ਇੱਕ ਦਿਨ ਆਉਣਾ ਔਖਾ ਲੱਗਦਾ ਆ। ਤੁਹਾਡਾ ਇੱਕ ਦਿਨ ਖੁਦਾ ਦੀ ਹਜ਼ੂਰੀ ਵਿੱਚ 1000 ਦਿਨਾਂ ਨਾਲੋਂ ਵੀ ਵਧੀਆ ਹੋਵੇਗਾ। ਪ੍ਰਭੂ ਦਾ ਦਾਸ ਦਾਊਦ ਇਸ ਗੱਲ ਨੂੰ ਬਿਆਨ ਕਰਦਾ ਹੈ। ਜੇ ਤੁਸੀਂ ਜ਼ਬੂਰਾਂ ਨੂੰ ਪੜ੍ਹ ਕੇ ਦੇਖਿਓ ਕਿ ਉਹਦਾ ਅਸਲ ਆਨੰਦ ਕਾਦੇ ਵਿੱਚ ਆ, ਉਹਦਾ ਅਸਲ ਆਨੰਦ ਕਾਦੇ ਵਿੱਚ ਆ। ਉਹ ਕਹਿੰਦਾ ਮੈਂ ਆਪਣੇ ਘਰੇਲੂ ਤੰਬੂ 'ਚ ਨਹੀਂ ਵੜਾਂਗਾ, ਆਪਣੇ ਵਿਛਾਉਣੇ ਉੱਤੇ ਨਹੀਂ ਜਾਵਾਂਗਾ, ਅੱਖੀਆਂ ਨੂੰ ਨੀਂਦ ਆਉਣ ਨਹੀਂ ਦਵਾਂਗਾ, ਅੱਖੀਆਂ ਨੂੰ ਊਂਘ ਆਉਣ ਨਹੀਂ ਦਵਾਂਗਾ ਜਦ ਤੱਕ ਮੈਂ ਆਪਣੇ ਪਰਮੇਸ਼ਵਰ ਦੇ ਲਈ ਸਥਾਨ ਨਾ ਲੱਭ ਲਵਾਂ, ਆਪਣਾ ਹਿਰਦਾ ਨਾ ਖੋਲ ਦਵਾਂ। ਸੋਨੇ ਚਾਂਦੀ ਉੱਤਮ ਬਹੁਮੁੱਲੇ ਪਦਾਰਥਾਂ ਨਾਲੋਂ ਕਹਿੰਦਾ ਮੈਨੂੰ ਪਰਮੇਸ਼ਵਰ ਦੀ ਹਜ਼ੂਰੀ ਤੇ ਪਰਮੇਸ਼ਵਰ ਦਾ ਵਚਨ ਪਿਆਰਾ ਆ, ਉੱਤਮ ਆ। ਮੈਨੂੰ ਸੋਨਾ ਚਾਂਦੀ ਕਹਿੰਦਾ ਬਹੁਮੁੱਲੇ ਪਦਾਰਥ ਨਹੀਂ, ਮੈਨੂੰ ਖੁਦਾ ਦਾ ਵਚਨ ਚਾਹੀਦਾ। ਹਾਲੇਲੂਇਆ। ਕਹਿੰਦਾ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠਾ ਆ ਪਰਮੇਸ਼ਵਰ ਦਾ ਪਵਿੱਤਰ ਵਚਨ। ਹਾਲੇਲੂਇਆ। ਤੇ ਸ਼ਹਿਦ ਕੱਲਾ ਮਿਠਾਸ ਨੂੰ ਇੱਥੇ ਦਰਸਾਉਂਦਾ, ਸ਼ਹਿਦ ਕੱਲਾ ਮਿਠਾਸ ਨੂੰ ਨਹੀਂ ਦਰਸਾਉਂਦਾਗਾ। ਸ਼ਹਿਦ ਆਯੁਰਵੈਦਿਕ ਸਾਈਡ ਤੋਂ ਦੇਖੀਏ ਤਾਂ ਕਈ ਤਰ੍ਹਾਂ ਦੀ ਦਵਾਈ ਵੀ ਆ, ਪਰ ਉਹਦਾ ਵਚਨ ਸ਼ਾਇਦ ਹੋ ਸਕਦਾ ਤੁਹਾਨੂੰ ਖਾਂਸੀ ਤੋਂ, ਤੁਹਾਡੇ ਬੱਚੇ ਨੂੰ ਖਾਂਸੀ ਤੋਂ ਬਚਾ ਲਏ। ਵਚਨ ਮੌਤ ਤੋਂ ਵੀ ਬਚਾ ਲੈਂਦਾ, ਵਚਨ ਮੌਤ ਤੋਂ ਵੀ ਬਚਾ ਲੈਂਦਾ। ਇਸੇ ਲਈ ਉਹ ਕਹਿੰਦਾ ਸ਼ਹਿਦ ਨਾਲੋਂ ਜ਼ਿਆਦਾ ਮਿੱਠਾ ਮੈਨੂੰ ਪਰਮੇਸ਼ਰ ਤੇਰਾ ਵਚਨ, ਜਿਹਨੂੰ ਮੈਂ ਨਿਗਲ ਲਿਆ, ਜਿਹਨੂੰ ਮੈਂ ਆਪਣੇ ਅੰਦਰ ਲੈ ਲਿਆ। ਇਹੀ ਵਚਨ ਸੀ ਜਿਹੜਾ ਮੈਂ ਆਪਣੇ ਅੰਦਰ ਲਿਆ ਤੇ ਭੇਡਾਂ ਨੂੰ ਚਾਰਨ ਵਾਲਾ ਬੰਦਾ ਕਹਿੰਦਾ ਰਾਜਾ ਬਣ ਗਿਆ। ਇੰਨੀ ਤਾਕਤ ਆ ਪਰਮੇਸ਼ਰ ਦੇ ਵਚਨ 'ਚ। ਕਹਿੰਦਾ ਖਾਣ ਪੀਣ ਵਾਲੀਆਂ ਵਸਤੂਆਂ ਨਾਲੋਂ ਉੱਤਮ ਤੇਰਾ ਵਚਨ ਆ, ਜਿਸ ਵਚਨ ਨੇ ਮੈਨੂੰ ਪਾਤਸ਼ਾਹੀਆਂ ਵਿੱਚ ਬਿਠਾ ਦਿੱਤਾ। ਹਾਂਜੀ ਅੱਗੇ ਪੜ੍ਹੀਏ। ਜਿਹਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ, ਜਿਹਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ, ਦ੍ਰਿੜ ਫੈਸਲਾ ਲੈਣਾ, ਮਜ਼ਬੂਤ ਤੇ ਸ਼ਕਤੀਸ਼ਾਲੀ।
ਕਹਿੰਦਾ ਮੈਂ ਆਪਣੇ ਚੁਣੇ ਹੋਏ ਦੇ ਨਾਲ ਇੱਕ ਰਿਸ਼ਤਾ ਰੱਖਾਂਗਾ, ਉਹਦੀ ਅੰਸ਼ ਨੂੰ ਮੈਂ ਕਾਇਮ ਰੱਖਾਂਗਾ ਤੇ ਮੇਰਾ ਹੱਥ ਪੂਰੀ ਮਜ਼ਬੂਤੀ ਦੇ ਨਾਲ ਉਹਦੇ ਨਾਲ ਰਹੇਗਾ, ਪੂਰੀ ਮਜ਼ਬੂਤੀ ਦੇ ਨਾਲ। ਪਰਮੇਸ਼ਵਰ ਸਾਡੀ ਆਉਣ ਵਾਲੀ ਅੰਸ਼ ਨੂੰ ਦੁੱਖ ਤੋਂ ਬਚਾਉਣਾ ਚਾਹੁੰਦਾ ਹੈ। ਜਦੋਂ ਤੁਸੀਂ ਕੂਚ ਦੀ ਕਿਤਾਬ 3 ਅਧਿਆਇ ਚ ਪੜੋਗੇ, ਮੂਸਾ ਨੇ ਬਹੁਤ ਦੂਰੋਂ ਪਰਮੇਸ਼ਵਰ ਨੂੰ ਵੇਖਿਆ ਤੇ ਭਾਲਦਾ ਹੋਇਆ ਉੱਥੇ ਪਹਾੜੀ ਤੇ ਚਲਾ ਗਿਆ। ਪਹਾੜੀ ਤੇ ਜਦੋਂ ਗਿਆ, ਪ੍ਰਭੂ ਨੇ ਉਹਨੂੰ ਰੋਕਿਆ, ਕਹਿੰਦਾ ਰੁਕ ਜਾ, ਇਹ ਥਾਂ ਜਿੱਥੇ ਤੂੰ ਖੜਾ ਆ ਇਹ ਪਵਿੱਤਰ ਸਥਾਨ ਆ, ਆਪਣੇ ਪੈਰਾਂ ਦੀ ਜੁੱਤੀ ਲਾ। ਜੁੱਤੀ ਲਾਉਣ ਦਾ ਮਤਲਬ ਆਗਿਆਕਾਰੀ ਚਾਅ ਚੋ ਕਿਆ ਆ, ਆਵਾਜ਼ ਆਈ ਉਹਨੂੰ ਪੂਰਾ ਕਰ। ਜੇ ਉਹ ਕਹਿੰਦਾ ਕਿ ਮੇਰੇ ਸਾਹਮਣੇ ਕਿਹੜਾ ਕੋਈ ਹੋਇਆ, ਬਲਦੀ ਹੋਈ ਝਾੜੀ ਆ, ਮੈਂ 2 ਛਾਪੇ ਮਾਰਾਂਗਾ ਬੁੱਝ ਜਾਣੀ ਆ, ਇਹ ਸੀ ਹੰਕਾਰ, ਇਹ ਘਮੰਡ। ਇੱਕ ਆਵਾਜ਼ ਆਈ ਆ, ਕਹਿੰਦਾ ਆਪਣੀ ਪੈਰਾਂ ਤੋਂ ਜੁੱਤੀ ਲਾ। ਉਹਨੇ ਪੈਰਾਂ ਤੋਂ ਜਿਹੜੀ ਜੁੱਤੀ ਲਾਈ ਆ ਉਹ ਦਰਸਾਉਂਦੀ ਆ ਕਿ ਉਹ ਪਰਮੇਸ਼ਵਰ ਦੀ ਆਵਾਜ਼ ਦੇ ਕੇ ਨਮਰ ਹੋ ਗਿਆ, ਅਧੀਨ ਹੋ ਗਿਆ, ਕਿ ਜੋ ਕਿਹਾ ਆਵਾਜ਼ ਸੁਣਿਆ ਉਹਨੂੰ ਪੂਰਾ ਕਰ ਦਿੱਤਾ। ਫਿਰ ਕੀ ਕਹਿੰਦਾ? ਕਹਿੰਦਾ ਮੈਂ ਆਪਣੀ ਪਰਜਾ ਦੇ ਦੁੱਖ ਨੂੰ ਜਾਣ ਲਿਆ ਤੇ ਮੈਂ ਹੁਣ ਤੇਰੇ ਵਸੀਲੇ ਨਾਲ ਆਪਣੀ ਪਰਜਾ ਨੂੰ ਮੁਸੀਬਤ ਤੋਂ ਆਜ਼ਾਦ ਕਰਾਂਗਾ। ਤੇ ਮੂਸਾ ਦੇ ਅੱਗੇ ਮੇਰੇ ਤੋਂ ਮੂਸਾ ਨੂੰ ਕੇਵਲ ਇਜ਼ਰਾਈਲੀ ਪਰਜਾ ਦੇ ਬਚਾ ਲਈ ਨਹੀਂ, ਮੂਸਾ ਦੀ ਪਤਨੀ ਵੀ ਸੀ, ਮੂਸਾ ਦੇ ਬੱਚੇ ਵੀ ਸੀ, ਇਜ਼ਰਾਈਲੀ ਲੋਕਾਂ ਦੇ ਨਾਲ ਉਹ ਵੀ ਤੜਫਦੇ ਸੀ, ਉਹ ਵੀ ਦੁਖੀ ਸੀ। ਪਰਮੇਸ਼ਵਰ ਨੇ ਮੂਸਾ ਦੇ ਜਰੀਏ ਉਹਦੇ ਬੱਚੇ ਵੀ ਤੇ ਇਜ਼ਰਾਈਲੀ ਲੋਕ ਵੀ ਬਚਾ ਲਏ। ਹਾਲੇਲੂਇਆ। ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨਾਂਗਾ, ਉਹਦੀ ਅੰਸ਼ ਨੂੰ ਕਾਇਮ ਰੱਖਾਂਗਾ, ਮੇਰਾ ਹੱਥ ਉਹਦੇ ਨਾਲ ਮਜ਼ਬੂਤੀ ਨਾਲ ਦ੍ਰਿੜਤਾ ਨਾਲ ਰਹੇਗਾ। ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਕਹਿੰਦਾ ਆਪਣਾ ਹੱਥ ਫੈਲਾ। ਤੇ ਮੂਸਾ ਨੇ ਹੱਥ ਫੈਲਾਇਆ ਸਮੁੰਦਰ ਦੇ ਉੱਤੇ। ਕੀ ਹੋਇਆ? ਮੂਸਾ ਦੇ ਹੱਥ ਵਿੱਚ ਸ਼ਕਤੀ ਸੀ। ਉਹ ਜਿਹੜਾ ਇੱਕ ਢਾਂਗਾ ਲੈ ਕੇ ਮੇਰੇ ਤੋਂ ਭੇਡਾਂ ਤੇ ਬੱਕਰੀਆਂ ਚਾਰਦਾ ਸੀ, ਉਹ ਢਾਂਗੇ ਦੇ ਨਾਲ, ਉਸ ਢਾਂਗੇ ਦੇ ਨਾਲ ਉਹਨੂੰ ਹੱਕਦਾ ਸੀ। ਤੇ ਪ੍ਰਭੂ ਨੇ ਕਿਹਾ ਆਪਣਾ ਹੱਥ ਉਠਾ, ਢਾਂਗਾ ਫੈਲਾ ਦੇ। ਲੋਕ ਹੱਸਦੇ ਹੋਣੇ, ਅੱਲੇ ਦੱਸ ਹੁਣ ਕੀ ਕਰਨ ਲੱਗਾ, ਵੀ ਇਹ ਜਾਦੂ ਦੀ ਛੜੀ ਹੈ ਜਿੰਨਾ ਇਹ ਕੰਮ ਹੋਣਾ। ਖੁਦਾ ਨੇ ਕੀ ਕਿਹਾ ਸੀ? ਮੇਰਾ ਹੱਥ ਤੇਰੇ ਨਾਲ ਮਜ਼ਬੂਤੀ ਨਾਲ ਹੋਵੇਗਾ, ਦ੍ਰਿੜਤਾ ਨਾਲ ਹੋਵੇਗਾ। ਦ੍ਰਿੜ ਇਰਾਦਾ ਜਿਹਨੂੰ ਕਹਿੰਦੇ ਮਜ਼ਬੂਤ, ਕਹਿੰਦਾ ਮੇਰਾ ਹੱਥ ਤੇਰੇ ਨਾਲ ਐਦਾਂ ਹੋਵੇਗਾ। ਲਿਖਿਆ ਗਿਆ, ਪੜ੍ਹੀਏ ਫਿਰ ਇਸ ਲਾਈਨ ਨੂੰ, ਜਿਹਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ। ਜਿਹਦੇ ਨਾਲ ਭਾਵ ਜਿਹੜਾ ਮੈਂ ਚੁਣਿਆ ਆ, ਜਿਹਦੇ ਨਾਲ ਮੇਰਾ ਰਿਸ਼ਤਾ ਆ, ਉਹਦੀ ਮੈਂ ਅੰਸ਼ ਨੂੰ ਵੀ ਕਾਇਮ ਰੱਖਾਂਗਾ ਤੇ ਮੇਰਾ ਹੱਥ ਵੀ ਉਹਦੇ ਨਾਲ ਦ੍ਰਿੜ ਰਹੇਗਾ। ਮੂਸਾ ਨੇ ਕੇਵਲ ਹੱਥ ਉਠਾਇਆ, ਖੁਦਾ ਨੇ ਆਪਣੀ ਦ੍ਰਿੜ ਮਜ਼ਬੂਤ ਹੱਥ ਦੀ ਸ਼ਕਤੀ ਦਿਖਾਈ, ਸਮੁੰਦਰ ਚੀਰ ਕੇ ਉਹ ਰੱਖ ਦਿੱਤਾ। ਉਹਨੂੰ ਭਾਲਣਾ, ਤੱਕਣਾ ਤੇ ਉਹਦੇ ਅੱਗੇ ਨਮਰ ਹੋਣਾ ਸਾਡੀ ਆਸ਼ੀਸ਼ ਦਾ ਕਾਰਨ। ਉਹਨੂੰ ਭਾਲਣ 'ਚ ਕੋਈ ਪੈਸਾ ਨਹੀਂ ਲੱਗਦਾ, ਉਹਨੂੰ ਤੱਕਣ 'ਚ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ, ਨਮਰ ਹੋਣ ਦੇ ਲਈ ਕੋਈ ਕੀਮਤ ਨਹੀਂ ਦੇਣੀ ਪੈਂਦੀ। ਕੇਵਲ ਆਪਣੇ ਸੁਭਾਅ ਦੇ ਉੱਤੇ, ਆਪਣੇ ਮਨ ਦੇ ਉੱਤੇ ਹੈ ਕਿ ਅਸੀਂ ਆਪਣੇ ਮਨ ਨੂੰ ਕਿੱਦਾਂ ਸਮਝਾਉਣਾ ਹੈ, ਕਿ ਦੁੱਖ ਦੇ ਵਿੱਚ ਹੀ ਰਹਿਣਾ, ਪੀੜਾ ਦੇ ਵਿੱਚ ਹੀ ਰਹਿਣਾ, ਪ੍ਰਭੂ ਤੋਂ ਦੂਰ ਹੀ ਰਹਿਣਾ। ਪਰ ਉਸ ਕਨਾਨੀ ਔਰਤ ਵੱਲ ਦੇਖੋ, ਜਿਹੜੀ ਪਤਾ ਨਹੀਂ ਕਿੱਥੋਂ ਕਿੱਥੋਂ ਖੁਦਾ ਨੂੰ ਲੱਭਦੀ ਆਈ ਹੈ, ਕਿੱਥੋਂ ਕਿੱਥੋਂ ਪਰਮੇਸ਼ਰ ਨੂੰ ਲੱਭਦੀ ਆਈ ਹੈ। ਤਾਂ ਲੱਭਿਆ ਨਹੀਂ, ਜਦ ਲੱਭਿਆ ਤੇ ਇੰਨੀ ਕਿ ਨਮਰ ਹੋ ਗਈ, ਆਪਣੇ ਬੱਚਿਆਂ ਨੂੰ ਕਤੂਰੇ ਕਹਿ ਦਿੱਤਾ ਉਹਨੇ। ਕਤੂਰੇ ਕਿਹਦੇ ਬੱਚਿਆਂ ਨੂੰ ਕਿਹਾ ਜਾਂਦਾ? ਕਤੂਰੇ ਕਿਹਦੇ ਬੱਚਿਆਂ ਨੂੰ ਕਿਹਾ ਜਾਂਦਾ? ਬਿੱਲੀ ਦੇ ਬੱਚਿਆਂ ਨੂੰ। ਬਿੱਲੀ ਦੇ ਬੱਚਿਆਂ ਨੂੰ ਕੀ ਕਹਿੰਦੇ ਆ? ਬਲੂੰਗੜੇ। ਤਾਂ ਕਤੂਰੇ ਬਿੱਲੀ ਦੇ ਬੱਚਿਆਂ ਨੂੰ ਤਾਂ ਕਿਹਾ ਨਹੀਂ ਜਾਂਦਾ। ਹਾਲੇਲੂਇਆ। ਤੇ ਉਸ ਔਰਤ ਨੇ ਆਪਣੇ ਬੱਚਿਆਂ ਨੂੰ ਕੀ ਕਹਿ ਲਿਆ? ਮੰਨ ਗਈ, ਕਹਿੰਦੀ ਠੀਕ ਹੈ ਪ੍ਰਭੂ, ਤੂੰ ਜੋ ਕਹਿਤਾ ਸੱਤ ਵਚਨ ਆ, ਪਰ ਕਿਰਪਾ ਮੈਂ ਲੈਣੀ ਲੈਣੀ ਆ, ਦਇਆ ਮੈਂ ਲੈਣੀ ਲੈਣੀ ਆ। ਹਾਲੇਲੂਇਆ। ਕਿਉਂਕਿ ਦੁੱਖ ਤੋਂ ਮੈਨੂੰ ਛਡਾਉਣ ਵਾਲਾ, ਮੇਰੀ ਧੀ ਨੂੰ ਛਡਾਉਣ ਵਾਲਾ ਕੋਈ ਨਹੀਂ ਆ। ਕਹਿੰਦਾ ਕੇਵਲ ਤੂੰ ਹੀ ਇੱਕ ਛਡਾਉਣ ਵਾਲਾ ਆ, ਤੂੰ ਹੀ ਛਡਾਵੇਂਗਾ। ਆਪਣੀ ਲਾਈਨ ਬਦਲੋ। ਲਾਈਨ ਮਤਲਬ ਆਪਣੀ ਧਾਰਮਿਕਤਾ ਦਾ ਟਰੈਕ ਬਦਲੋ। ਕੱਲੇ ਰੌਲਾ ਪਾ ਕੇ ਪ੍ਰਾਰਥਨਾ ਕਰਨ ਵਾਲੇ ਨਾ ਬਣੋ। ਪਰਮੇਸ਼ਰ ਦੇ ਵਚਨ ਦੇ ਅੱਗੇ ਅਨਮਰ ਹੋਵੋ, ਅਧੀਨ ਹੋਵੋ। ਤੇ ਪਰਮੇਸ਼ਰ ਨੇ ਕੇਵਲ ਤੁਹਾਨੂੰ ਨਹੀਂ ਚੁਣਿਆ, ਤੁਹਾਡੀ ਅੰਸ਼ ਨੂੰ ਸਦਾ ਲਈ ਕਾਇਮ ਰੱਖਣ ਲਈ ਚੁਣਿਆ ਹੋਇਆ ਆ। ਤੇ ਅੰਸ਼ ਤਦੇ ਹੀ ਕਾਇਮ ਰਹੇਗੀ, ਅੰਸ਼ ਤਦੇ ਹੀ ਆਨੰਦ ਪਾਵੇਗੀ
ਜੇ ਅਸੀਂ ਪਰਮੇਸ਼ਵਰ ਦੇ ਪਵਿੱਤਰ ਮੱਸਾ ਦੇ ਨਾਲ ਭਰੇ ਹੋਏ ਆ। ਲਿਖਿਆ ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮੱਸਾ ਕੀਤਾ ਆ। ਜੇ ਸਾਡੇ ਉੱਤੇ ਮੱਸਾ ਆ, ਸਾਡੀ ਅੰਸ਼ ਉੱਤੇ ਵੀ ਕਿਰਪਾ ਬਣੀ ਰਹਿਣੀ ਆ। ਇੱਥੇ ਕੀ ਕਹਿੰਦਾ ਆ, ਲਿਖਿਆ ਜਿਹਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ, ਨਾਲੇ ਮੇਰੀ ਬਾਹ ਉਹਨੂੰ ਤਕੜਾਈ ਦੇਵੇਗੀ। ਕੱਲਾ ਮੇਰਾ ਹੱਥ ਨਹੀਂ ਉਹਦੇ ਨਾਲ ਰਹੇਗਾ, ਉਹਨੂੰ ਵੀ ਤਕੜਾ ਕਰਾਂਗਾ। ਹਰ ਮੁਸ਼ਕਲ ਪਰੇਸ਼ਾਨੀ ਤੋਂ ਬਚਾਉਣ ਦੇ ਲਈ, ਹਰ ਮੁਸ਼ਕਲ ਪਰੇਸ਼ਾਨੀ ਨਾਲ ਲੜਨ ਦੇ ਲਈ, ਹਰ ਮੁਸ਼ਕਲ ਪਰੇਸ਼ਾਨੀ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਮੈਂ ਉਹਨੂੰ ਕਹਿੰਦਾ ਤਕੜਾ ਵੀ ਕਰਾਂਗਾ। ਜਿਹੜੇ ਅੱਜ ਹਾਲਾਤ ਸਾਡੇ ਉੱਤੇ ਹੈਵੀ ਹੋਏ ਪਏ ਆ, ਜਿੱਤੋਂ ਅਸੀਂ ਬਚ ਨਹੀਂ ਪਾ ਰਹੇ, ਜਿੱਤੋਂ ਅਸੀਂ ਛੁੱਟ ਨਹੀਂ ਪਾ ਰਹੇ, ਸਾਨੂੰ ਲੱਗਦਾ ਸਾਡੀ ਜਾਨ ਇਹ ਲੈ ਕੇ ਹੀ ਛੱਡਣਗੇ। ਇਹ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਨਾਲ ਹੀ ਸਿਵਿਆਂ ਤੱਕ ਜਾਣੀਆਂ। ਨਹੀਂ, ਖੁਦਾ ਨੇ ਇਸ ਲਈ ਨਹੀਂ ਤੁਹਾਨੂੰ ਸੱਦਿਆ ਚੁਣਿਆ, ਤੁਹਾਡੇ ਨਾਲ ਰਿਸ਼ਤਾ ਬਣਾਇਆ ਕਿ ਤੁਸੀਂ ਮੁਸ਼ਕਲਾਂ ਪਰੇਸ਼ਾਨੀਆਂ 'ਚ ਖਤਮ ਹੋ ਜਾਵੋ। ਪਰਮੇਸ਼ਰ ਨੇ ਇਸ ਲਈ ਸੱਦਿਆ ਆ ਤਾਂ ਕਿ ਨਾ ਮੁਸ਼ਕਲਾਂ ਪਰੇਸ਼ਾਨੀਆਂ ਉੱਤੇ ਤੁਸੀਂ ਜੈਵੰਤ ਹੋ ਸਕੋ, ਮੇਰੇ ਜੋ ਜਿੱਤ ਪ੍ਰਾਪਤ ਕਰ ਸਕੋ। ਇਸ ਲਈ ਸੱਦਿਆ ਆ। ਤੇ ਜੇ ਹੁਣ ਤੁਸੀਂ ਮੁਸ਼ਕਲਾਂ ਪਰੇਸ਼ਾਨੀਆਂ 'ਚ ਰਹਿਣਾ ਗਿੱਜ ਗਏ ਆ, ਉਹ ਗੱਲ ਵੱਖਰੀ ਆ। ਵਿਅਰਥ ਦੌੜ ਲਾਉਣੀ ਤੁਸੀਂ ਗਿੱਜ ਗਏ ਆ, ਉਹ ਗੱਲ ਵੱਖਰੀ ਆ। ਤੇ ਵਿਅਰਥ ਦੌੜ ਤੇ ਮੁਸ਼ਕਲਾਂ ਪਰੇਸ਼ਾਨੀਆਂ 'ਚ ਜੀਣ ਵਾਲਾ ਬੰਦਾ ਬਾਈਬਲ 'ਚ ਦੱਸਿਆ ਕਿ ਕਦੀ ਸਫਲ ਨਹੀਂ ਹੋ ਸਕਦਾ। ਖੁਦਾ ਦੀ ਹਜ਼ੂਰੀ ਦੇ ਨਾਲ ਜੁੜਾ ਰਹਿਣ ਵਾਲਾ, ਪ੍ਰਭੂ ਨੂੰ ਤੱਕਣ ਵਾਲਾ ਤੇ ਜੀਵਨ ਦੇ ਵਿੱਚ ਪ੍ਰਭੂ ਨੂੰ ਵਚਨਾਂ ਦੁਆਰਾ ਪਾਲਣ ਵਾਲਾ ਬੰਦਾ ਹਮੇਸ਼ਾ ਜੈਵੰਤ ਜੀਵਨ ਪ੍ਰਾਪਤ ਕਰਦਾ ਆ। ਅੱਗੇ ਲਿਖਿਆ ਬਾਈਬਲ 'ਚ, ਨਾ ਕੋਈ ਬੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਉਹਦਾ ਪੁੱਤਰ, ਨਾ ਦੁਸ਼ਟ ਦਾ ਪੁੱਤਰ ਉਹਨੂੰ ਔਖਿਆਂ ਕਰੇਗਾ। ਕੋਈ ਬੈਰੀ ਉਸ ਤੋਂ ਚੱਟੀ ਨਹੀਂ ਲਵੇਗਾ। ਜਦੋਂ ਇੱਕ ਪਾਸੇ ਦਾ ਸਰੀਰ ਤੇ ਦੁੱਖ ਲਗਾਇਆ, ਦੂਜੇ ਪਾਸੇ ਜੀਵਨ ਨੂੰ ਵੀ ਮੇਰੇ ਜੋ ਕੰਗਾਲ ਕਰ ਜਾਂਦਾ। ਅਸੀਂ ਚੱਟੀਆਂ ਭਰ ਰਹੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਆ। ਬਾਈਬਲ ਦੇ ਬਿਆਨ ਕਰਦੀ ਆ, ਤੁਹਾਡੀ ਕਮਾਈ ਉਹ ਖਾਣਗੇ ਜਿਹੜੇ ਤੁਹਾਨੂੰ ਜਾਣਦੇ ਵੀ ਨਹੀਂ ਆ। ਤੁਸੀਂ ਵਿਵਸਥਾ ਸਾਚ ਪੜ੍ਹ ਕੇ ਦੇ ਰਹੇ ਹੋ। ਸਾਡੀ ਕਮਾਈ ਉਹ ਖਾਂਦੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਆ। ਤੇ ਕਿਸੇ ਰਿਸ਼ਤੇਦਾਰ ਆ ਜਾ 50 ਰੁਪਏ ਦੇਣੇ ਪੈਣ ਨਾ, 100 ਦੇ ਪਹਿਲਾਂ 250 ਮੰਗ ਕੇ ਲੈ ਕੇ ਆਉਂਦੇ ਆ ਕਿ 100 ਨਾ ਦੇਣਾ ਪੈ ਜਾਏ। ਪਾਸਟਰ ਨੂੰ ਦੇਣਾ ਪਵੇ ਨਾ ਤੇ ਫਟਿਆ ਆ, ਕਸਿਆ ਆ। ਇੱਕ ਨਵੀਂ ਕਰੰਸੀ ਜਿਹੜੀ ਚਲਾਤੀ ਆ ਮੋਦੀ ਨੇ, ਉਹ ਤਾਂ ਉਦਾਂ ਹੀ ਉੱਕਾ ਹੀ ਗਲ ਜਾਂਦੀ ਆ। ਜਿਹੜਾ ਸਭ ਤੋਂ ਜ਼ਿਆਦਾ ਗਲਿਆ ਆ, ਜਿਹੜਾ ਨਿਆਣਾ ਵੀ ਚੁੱਕ ਕੇ ਸੁੱਟਦਾ, ਮੈਂ ਨਹੀਂ ਲੈਣਾ, ਨਹੀਂ ਚੱਲਣਾਗਾ, ਦੁਕਾਨ ਵਾਲੇ ਨੇ ਨਹੀਂ ਲੈਣਾਗਾ, ਚੀਜ਼ੀ ਨਹੀਂ ਮਿਲਣੀਗੀ, ਉਹ ਕਹਿੰਦੇ ਪਾਸਟਰ ਦੀ ਪੇਟੀ 'ਚ ਪਾ ਦਿਓ, ਕਿਹੜਾ ਪਤਾ ਲੱਗਣਾ। ਏਦਾਂ ਹੀ ਆ, ਬੜੇ ਪਏ ਮੇਰੇ ਤੋਂ ਬੜੇ। ਮੈਂ ਬੈਂਕ ਵਾਲੇ ਨੂੰ ਪੁੱਛਿਆ, ਬੈਂਕ ਵਾਲਾ ਕਹਿੰਦਾ ਭਾਜੀ ਨਵੀਂ ਕਰੰਸੀ ਆ, ਤੁਹਾਡੇ ਤੋਂ ਕਿੱਥੋਂ ਗਲੀ ਆ ਗਈ। ਮੈਂ ਕਿਹਾ ਜਿਹਨਾਂ ਦੀਆਂ ਸੋਚਾਂ ਗਲੀਆਂ ਹੁੰਦੀਆਂ ਉਹਨਾਂ ਦੀ ਕਰੰਸੀ ਵੀ ਗਲ ਜਾਂਦੀ ਹੈ। ਜਿਹੜੇ ਤੁਹਾਨੂੰ ਜਾਣਦੇ ਨਹੀਂ ਆ ਉਹ ਤੁਹਾਡੀ ਕਮਾਈ ਖਾਣਗੇ। ਕਈ ਕਹਿੰਦੇ ਜੀ 10 ਲੱਖ ਲੁੱਟ ਹੋ ਗਿਆ ਜੀ, 4 ਲੱਖ ਰੁਪਈਆ ਮੇਰਾ ਏਜੰਟ ਲੈ ਕੇ ਦੌੜ ਗਿਆ ਜੀ, ਉਹਨੂੰ ਦਿੱਤੇ ਸੀ ਭਰਤੀ ਹੋਣ ਲਈ, ਉਹ ਲੈ ਕੇ ਦੌੜ ਗਿਆ ਜੀ, ਡਾਕਟਰਾਂ ਨੇ 3 ਲੱਖ ਰੁਪਈਆ ਲੈ ਲਿਆ ਤੇ ਮੁੜ ਕੇ ਸਾਡਾ ਬੱਚਾ ਵੀ ਨਹੀਂ ਬਚਾਇਆਗਾ, ਤੇ ਉਹਨੇ ਇੰਨੇ ਲੈ ਲਏ, ਉਹਨੇ ਆ ਵੀ ਨਹੀਂ ਕੀਤਾਗਾ। ਕਹਿਣ ਦਾ ਮਤਲਬ ਚੱਟੀਆਂ ਭਰੀ ਜਾਂਦੇ ਭਰੀ ਜਾਂਦੇ ਭਰੀ ਜਾਂਦੇ ਆ। ਮੈਂ ਨਹੀਂ ਕਹਿ ਰਿਹਾ, ਬਾਈਬਲ ਕਹਿੰਦੀ, ਕਿਉਂਕਿ ਮੈਂ ਬਾਈਬਲ ਤੋਂ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਹਰੇਕ ਤੁਹਾਡੀ ਗੱਲ, ਤੁਹਾਡੀ ਹਰੇਕ ਸੋਚ ਜਿਹੜੀ ਹੈ ਮਨ ਦੀ, ਉਹ ਬਾਈਬਲ 'ਚ ਲਿਖੀ ਗਈ ਆ। ਜੋ ਕੁਝ ਤੁਸੀਂ ਸੂਈ ਤੋਂ ਲੈ ਕੇ ਜਹਾਜ਼ ਤੱਕ, ਧਰਤੀ ਤੋਂ ਲੈ ਕੇ ਆਕਾਸ਼ ਤੱਕ ਦਾ ਸੋਚਿਆ ਆ, ਫੇਲ ਹੁੰਦੇ ਆ, ਬਾਈਬਲ 'ਚ ਦਰਜ ਕੀਤਾ ਗਿਆ। ਫਿਰ ਪੜ੍ਹਦੇ ਆ, ਪੜ੍ਹੀਏ, ਤੁਸੀਂ ਪੜ੍ਹਦੇ ਹੋ ਦੀ 22 ਆਇਤ ਨੂੰ। ਨਾ ਕੋਈ ਬੈਰੀ ਉਸ ਤੋਂ ਚੱਟੀ ਲਵੇਗਾ, ਨਾ ਕੋਈ ਬੈਰੀ ਉਸ ਤੋਂ ਚੱਟੀ ਲਵੇਗਾ। ਕੋਈ ਤੁਹਾਡੀ ਕਮਾਈ ਨੂੰ ਖਰਾਬ ਨਹੀਂ ਕਰੇਗਾ। ਵਿਅਰਥੀ ਕਮਾਈ ਤੁਹਾਨੂੰ ਬਾਹਰ ਜਾਣ ਭੇਜਣ ਦੀ ਲੋੜ ਨਹੀਂ, ਜਾਣ ਬਰੇਜ ਤੋਂ ਖਰਾਬ ਕਰਨ ਦੀ ਲੋੜ ਨਹੀਂ ਆ। ਨਾ ਸਰੀਰ ਦੀ એનર્ਜੀ ਕੋਈ ਤੁਹਾਡੀ ਖਰਾਬ ਕਰੇਗਾ, ਨਾ ਸਰੀਰ ਦੇ ਕਿਸੇ ਅੰਗ ਦੀ ਤਾਕਤ ਕੋਈ ਖਰਾਬ ਕਰ ਸਕਦਾ, ਨਾ ਤੁਹਾਡੇ ਬਿਜ਼ਨਸ ਦੀ ਸ਼ਕਤੀ ਕੋਈ ਖਰਾਬ ਕਰ ਸਕਦਾ, ਨਾ ਤੁਹਾਡੇ ਬਿਜ਼ਨਸ ਨੂੰ ਕੋਈ ਘਾਟੇ 'ਚ ਪਾ ਸਕਦਾ, ਨਾ ਤੁਹਾਡੇ ਬੱਚਿਆਂ ਨੂੰ ਕੋਈ ਗਲਤ ਰਾਹੇ ਪਾ ਸਕਦਾ, ਨਾ ਤੁਹਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਘਾਟੇ ਬਾਰੇ ਸੋਚ ਸਕਦਾ। ਕਿਉਂਕਿ ਕੋਈ ਵੀ ਐਦਾਂ ਦਾ ਕਹਿੰਦਾ ਨਹੀਂ ਤੁਹਾਡੇ ਅੱਗੇ ਆਵੇਗਾ ਜਿਹਨੂੰ ਤੁਹਾਨੂੰ ਚੱਟੀ ਦੇਣੀ ਪਵੇ। ਕਹਿੰਦੇ ਨੇ ਕਿਸੇ ਤੋਂ ਮੁਫਤ ਦੀ ਚੱਟੀ ਭਰੀ ਜਾਂਦੇ ਆ, ਮੋਟਰਸਾਈਕਲ ਭੰਨ ਕੋਈ ਗਿਆ ਤਾਂ ਪੈਸੇ ਸਾਨੂੰ ਦੇਣੇ ਪੈ ਜਾਂਦੇ ਆ। ਨੁਕਸਾਨ ਕਿਸੇ ਨੇ ਕੀਤਾ ਤੇ ਘਾਟੇ ਸਾਨੂੰ ਪੈ ਜਾਂਦੇ ਆ। ਇਹ ਚੱਟੀਆਂ ਹੀ ਭਰਦੇ ਪਏ, ਇਹ ਚੱਟੀਆਂ ਹੀ ਭਰਦੇ ਪਏ ਆ। ਅਸੀਂ ਤਾਂ ਕਿਸੇ ਦਾ ਲਾਭ ਕਰਨ ਲਈ ਮਨ ਬਣਾਇਆ ਸੀ, ਐਸਾ ਕਿਸੇ ਦਾ ਸਾਰਿਆ ਸਾਨੂੰ ਚੱਟੀ ਭਰਨੀ ਪੈ ਗਈ। ਕਈ ਵਾਰੀ ਕਿਸੇ ਨੂੰ ਵਿਆਜੂ ਪੈਸੇ ਨਹੀਂ ਲੱਗਦੇ ਦਿੰਦੇ ਸੀ, ਜਿਹਨੂੰ ਪੈਸੇ ਲੱਗੇ ਤੇ ਉਹਨੂੰ ਦੌੜ ਜਾਂਦਾ, ਚੱਟੀ ਸਾਨੂੰ ਭਰਨੀ ਪੈ ਜਾਂਦੀ, ਕਿਸ਼ਤਾਂ ਸਾਨੂੰ ਦੇਣੀਆਂ ਪੈ ਜਾਂਦੀਆਂ। ਕਹਿੰਦਾ ਕੋਈ ਵੀ ਬੈਰੀ ਐਦਾਂ ਦਾ ਨਹੀਂ ਤੁਹਾਡੇ ਅੱਗੇ ਆਉਣ ਦਵਾਂਗਾ ਜਿਹਨੂੰ ਚੱਟੀ ਦੇਣੀ ਪਵੇ। ਹਾਂਜੀ, ਅਗਲੀ ਲਾਈਨ।
ਨਾ ਦੁਸ਼ਟ ਦਾ ਪੁੱਤਰ ਉਹਨੂੰ ਔਖਿਆ ਕਰੇਗਾ। ਨਾ ਦੁਸ਼ਟ ਦਾ ਪੁੱਤਰ, ਨਾ ਦੁਸ਼ਟ ਦੀ ਕੋਈ ਤਾਕਤ ਉਸ ਬੰਦੇ ਨੂੰ ਔਖਾ ਕਰੇਗੀ, ਉਹਦੀ ਅੰਸ਼ ਨੂੰ ਔਖਾ ਕਰੇਗੀ ਜਿਹਨੂੰ ਕਹਿੰਦਾ ਮੈਂ ਚੁਣ ਲਿਆ ਆ। ਤਾਂ ਚੁਣੇ ਕਿਹੜੇ ਗਏ ਆ? ਜਿਹੜੇ ਭਾਲਦੇ ਨੇ, ਤੱਕਦੇ ਰਹਿੰਦੇ ਨੇ, ਜਿਹੜੇ ਨਮਰ ਰਹਿੰਦੇ। ਸਾਨੂੰ ਪਰਮੇਸ਼ਵਰ ਨੇ ਮੇਰੇ ਜੋ ਇਸ ਲਈ ਸੱਦਿਆ ਕਿ ਅਸੀਂ ਉਹਦੇ ਵੱਲ ਤੱਕਦੇ ਹੀ ਰਹੀਏ। ਕੀ ਲਿਖਿਆ ਬਾਈ ਪ੍ਰਭੂ ਯਿਸੂ ਮਸੀਹ ਨੇ? ਜੇ ਕਿੱਲੀ ਤੇ ਹੱਥ ਰੱਖ ਦਿੱਤਾ, ਬੋਲੋ, ਫਿਰ ਬਸ ਇੰਨੀ ਕੀ ਆਵਾਜ਼ ਆ? ਜਦੋਂ ਹਲ ਦੀ ਕਿੱਲੀ ਤੇ ਹੱਥ ਧਰੇ ਤੇ ਸੱਜੇ ਖੱਬੇ ਨਾ ਦੇਖੀ, ਫੇ ਸਿੱਧਾ ਹੀ ਕਿਦੋਂ ਤੁਰਿਆ ਚੱਲ, ਸਿੱਧਾ ਹੀ। ਜੇ ਫਿਰ ਹੁਣ ਟੇਢੇ ਮੇਢੇ ਹੋ ਕੇ ਦੇਖਾਂਗੇ, ਫਿਰ ਸਿਆੜ ਵੀ ਟੇਢੇ ਹੋਣਗੇ ਤੇ ਬਲਦਾਂ ਦੇ ਗਿੱਟੇ ਵੀ ਵੱਡੇ ਜਾਣਗੇ। ਤੇ ਜਦੋਂ ਬਲਦਾਂ ਦੇ ਗਿੱਟੇ ਹੀ ਵੱਡ ਹੋ ਗਏ ਤੇ ਫਿਰ ਤੁਹਾਡੀ ਫਸਲ ਕੌਣ ਬੀਜੇਗਾ? ਫਿਰ ਸੁਹਾਗਾ ਕੌਣ ਫੇਰੇਗਾ? ਰਹਿ ਗਿਆ ਬੀਜ ਨੰਗੇ ਦਾ ਨੰਗਾ ਸਿਆੜਾਂ 'ਚ। ਤਾਂ ਮੇਰੇ ਜੋ ਸਿਆੜਾਂ 'ਚ ਬੀਜਿਆ ਹੋਇਆ ਬੀਜ ਜਿਹਨੂੰ ਟੱਕਿਆ ਨਾ ਜਾਵੇ, ਉੱਗਦਾ ਨਹੀਂਗਾ, ਸੁੱਕ ਜਾਂਦਾ ਆ ਜਾਂ ਪੰਛੀ ਚੁੱਕ ਕੇ ਲੈ ਜਾਂਦੇ ਆ। ਹਾਲੇਲੂਇਆ। ਕੋਈ ਨਹੀਂ ਤੁਹਾਡਾ ਬੀਜ ਕੋਈ ਨਹੀਂ ਚੁਰਾਏਗਾ। ਨਾ ਤੁਹਾਡੀ ਸ਼ਾਂਤੀ ਦਾ ਬੀਜ, ਨਾ ਤੁਹਾਡੇ ਆਨੰਦ ਦਾ ਬੀਜ, ਨਾ ਕਿਰਪਾ ਦਾ ਬੀਜ, ਨਾ ਵਾਧੇ ਦਾ ਬੀਜ, ਨਾ ਤਰੱਕੀ ਦਾ ਬੀਜ ਕੋਈ ਵੀ ਨਹੀਂ ਚੁਰਾ ਸਕਦਾ। ਜਿਹੜਾ ਤੁਹਾਡੇ ਲਈ ਆ ਉਹ ਕੇਵਲ ਤੁਹਾਡੇ ਕੋਲ ਹੀ ਰਹੇਗਾ। ਹਾਂਜੀ। ਮੈਂ ਉਹਦੇ ਅੱਗੋਂ ਉਹਦੇ ਵਿਰੋਧੀਆਂ ਨੂੰ ਮਾਰਾਂਗਾ, ਮੈਂ ਉਹਦੇ ਵੈਰੀਆਂ ਨੂੰ ਕੁੱਟਾਂਗਾ। ਮੈਂ ਉਹਦੇ ਅੱਗੋਂ ਉਹਦੇ ਵਿਰੋਧੀਆਂ ਨੂੰ ਮਾਰਾਂਗਾ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ ਤੇ ਲਿਖਿਆ ਗਿਆ ਫਿਰ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਵੈਰੀਆਂ ਦਾ ਵੈਰੀ, ਤੁਹਾਡੇ ਵਿਰੋਧੀਆਂ ਦਾ ਵਿਰੋਧੀ ਹੋਵੇਗਾ। ਉਹ ਤੁਹਾਡੀ ਰੋਟੀ ਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ। ਇਹੀ ਗੱਲ ਪਰਮੇਸ਼ਵਰ ਦਾ ਆਤਮਾ ਦਾਊਦ ਦੇ ਵਿੱਚ ਕਹਿ ਰਿਹਾ ਕਿ ਮੈਂ ਤੁਹਾਡੇ ਵੈਰੀਆਂ ਨੂੰ ਮਾਰਾਂਗਾ। ਉਹ ਵੈਰੀ ਜਿਹੜੇ ਤੁਹਾਡੇ ਸਰੀਰ ਤੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ, ਉਹ ਵੈਰੀ ਜਿਹੜਾ ਘਰ ਦੇ ਮੇਰੇ ਜੋ ਮੁੱਖ ਦਰਵਾਜ਼ੇ ਤੋਂ ਲੈ ਕੇ ਪੂਰੇ ਕਮਰਿਆਂ 'ਚ ਬੈੱਡਰੂਮ ਸਟੋਰ ਤੱਕ ਵੀ ਕੰਮ ਕਰੀ ਜਾ ਰਿਹਾ। ਤੁਹਾਡੇ ਬੈਂਕ ਬੈਲੈਂਸ ਨੂੰ ਵੀ ਹਿਲਾ ਰਿਹਾ। ਉਹ ਵੈਰੀ ਜਿਹੜਾ ਤੁਹਾਡੀ ਨੌਕਰੀ, ਤੁਹਾਡੇ ਕਾਰੋਬਾਰ, ਤੁਹਾਡੇ ਬਿਜ਼ਨਸ ਨੂੰ ਹਿਲਾ ਰਿਹਾ। ਉਹ ਵੈਰੀ ਜਿਹੜਾ ਮੇਰੇ ਜੋ ਤੁਹਾਡੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਤੁਹਾਡੇ ਰਸਤੇ ਬੰਦ ਕਰ ਰਿਹਾ। ਉਹ ਵੈਰੀ ਤੁਹਾਡਾ ਜਿਹੜਾ ਤੁਸੀਂ ਅਜੇ ਕੈਨੇਡਾ ਪਹੁੰਚੇ ਨਹੀਂ, ਕੈਨੇਡਾ ਪਹੁੰਚੇ ਤੁਹਾਡੀ ਮੰਜ਼ਿਲ ਦੇ ਉੱਤੇ ਉਹ ਕੰਮ ਕਰ ਰਿਹਾ। ਕਿ ਲਿਖਿਆ ਗਿਆ ਕਿ ਉਹਨੂੰ ਮਾਰਾਂਗਾ। ਕਈ ਲੋਕ ਵਿਦੇਸ਼ ਜਾਂਦੇ ਕਹਿੰਦੇ ਕਾਮਯਾਬ ਨਹੀਂ ਹੁੰਦੇ ਅਸੀਂ। ਕਈ ਲੋਕ ਵਿਦੇਸ਼ ਗਏ ਆ, ਕਾਮਯਾਬ ਨਹੀਂ ਆ, ਕਹਿੰਦੇ ਜੀ ਸਾਨੂੰ ਕੰਮ ਨਹੀਂ ਚੰਗਾ ਮਿਲਦਾਗਾ, ਸੈਲਰੀ ਚੰਗੀ ਨਹੀਂ ਮਿਲਦੀਗੀ। ਉਹਦਾ ਕਾਰਨ ਕੀ ਆ? ਪਰਮੇਸ਼ਰ ਨੇ ਤਾਂ ਬਚਨ ਵਾਅਦਾ ਕੀਤਾ ਕਿ ਤੁਸੀਂ ਪੁੱਛ ਨਹੀਂ ਬਲਕਿ ਤੁਹਾਨੂੰ ਮੈਂ ਸਿਰ ਠਹਿਰਾਵਾਂਗਾ, ਸਭ ਤੋਂ ਉੱਤੇ ਰੱਖਾਂਗਾ। ਕਈ ਲੋਕ ਕੰਮ ਕਰਦੇ ਲੇਕਿਨ ਉਹਨਾਂ ਨੂੰ ਉਹਦੀ ਪੂਰੀ ਮਿਹਨਤ ਨਹੀਂ ਮਿਲਦੀ ਪਈਗੀ। ਕਈ ਲੋਕ ਮੇਰੇ ਜੋ ਦੇਸ਼ੋਂ ਵਿਦੇਸ਼ ਜਾਂਦੇ ਆ ਉਹ ਉੱਥੇ ਸਫਲ ਨਹੀਂ ਹੁੰਦੇ ਕਿ ਸ਼ਿਕਾਇਤ ਇਹੀ ਹੁੰਦੀ ਆ ਜੀ ਰੱਬ ਸਾਡੇ ਲਈ ਕੰਮ ਨਹੀਂ ਕਰਦਾ, ਰੱਬ ਸਾਡੇ ਲਈ ਆ ਨਹੀਂ ਕਰਦਾ। ਕਿ ਬਾਈਬਲ ਕੀ ਬਿਆਨ ਕਰਦੀ ਹੈ? ਤੁਹਾਡੇ ਬੈਰੀਆਂ ਨੂੰ ਜਿਹੜਾ ਤੁਹਾਡੇ ਪਹੁੰਚਣ ਤੋਂ ਪਹਿਲਾਂ ਹੀ ਤੁਹਾਡੀ ਮੰਜ਼ਿਲ ਤੇ ਬੈਠਾ ਜਾ ਕੇ, ਜਿਹੜਾ ਤੁਹਾਡੀ ਦੁਕਾਨ ਖੋਲਣ ਤੋਂ ਪਹਿਲਾਂ ਹੀ ਦੁਕਾਨ ਦੇ ਅੰਦਰ ਬੈਠਾ ਹੈ ਜਾ ਕੇ, ਗੱਲੇ ਨੂੰ ਚਾਬੀ ਲਾਉਣ ਤੋਂ ਪਹਿਲਾਂ ਹੀ ਜਿਹੜਾ ਗੱਲੇ ਦੇ ਵਿੱਚ ਵੜ ਕੇ ਬੈਠਾ ਆ, ਜਿਹੜਾ ਤੁਹਾਡੇ ਮੇਰੇ ਜੋ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਦੇ ਵਿੱਚ ਜਾ ਕੇ ਬੈਠਾ ਆ, ਕਹਿੰਦਾ ਮੈਂ ਉਹਨਾਂ ਬੈਰੀਆਂ ਨੂੰ ਮਾਰਾਂਗਾ। ਪਰ ਕਿਹਦੇ ਬੈਰੀਆਂ ਨੂੰ ਮਾਰੇਗਾ? ਜਿਹੜੇ ਚੁਣੇ ਹੋਏ ਆ। ਤੇ ਜਿਹੜੇ ਚੁਣੇ ਹੋਏ ਆ, ਜਿਹਨਾਂ ਨਾਲ ਨੇਮ ਆ ਪਰਮੇਸ਼ਰ ਦਾ। ਪਰਮੇਸ਼ਰ ਦਾ ਨੇਮ ਕਿਹਨਾਂ ਨਾਲ ਆ? ਜਿਹੜੇ ਉਹਨੂੰ ਭਾਲਦੇ, ਤੱਕਦੇ ਰਹਿੰਦੇ, ਜਿਹੜੇ ਉਹਦੇ ਅੱਗੇ ਨੰਬਰ ਰਹਿੰਦੇ ਆ। ਉਹ ਨਹੀਂ ਜਿਹੜੇ ਆਪਣਾ ਉੱਲੂ ਸਿੱਧਾ ਕਰਕੇ ਤੁਰ ਪੈਂਦੇ ਆ। ਬਾਈਬਲ 'ਚ ਲਿਖਿਆ ਗਿਆ ਸਭ ਮਤਲਬ ਦੇ ਯਾਰ ਆ, ਮਤਲਬ ਕਰਦੇ ਤਾਂ ਨਿਕਲ ਕੇ ਤਿੱਤਰ ਹੋ ਜਾਂਦੇ ਆ। ਪਰਮੇਸ਼ਰ ਉਹਨਾਂ ਨਾਲ ਨਿਗਾ। ਅਸਲ ਘਾਟੇ ਦਾ ਕਾਰਨ ਕੀ ਆ? ਕਿ ਅਸੀਂ ਪ੍ਰਭੂ ਦੀ ਗੱਲ ਨੂੰ ਸੁਣਨ ਤੋਂ ਬਾਅਦ ਸੰਸਾਰ ਦੇ ਵਿੱਚ ਨਿਕਲ ਜਾਂਦੇ ਆ ਕਿ ਚਲੋ ਜੀ ਦੇਖੀ ਜਾਓ ਹੁਣ ਜੋ ਹੋਊਗਾ। ਫਿਰ ਮੁੜ ਕੇ ਜਦੋਂ ਹਾਰਦੇ ਆ ਫਿਰ ਖੁਦਾ ਦੇ ਅੱਗੇ ਆਉਂਦੇ ਆ, ਨੰਬਰ ਹੋਣ ਦੀ ਕੋਸ਼ਿਸ਼ ਕਰਦੇ ਆ। ਮੇਰੇ ਜੋ ਹੁਣ ਤੁਹਾਡੇ ਨੰਬਰ ਹੋਣ ਦਾ ਸਮਾਂ ਨਹੀਂ, ਕਿਸੇ ਹੋਰ ਦੇ ਨੰਬਰ ਹੋਣ ਦਾ ਸਮਾਂ ਆ। ਪਰਮੇਸ਼ਰ ਨੇ ਜਦੋਂ ਤੁਹਾਨੂੰ ਨੰਬਰ ਹੁੰਦਾ ਦੇਖਣਾ ਚਾਹੁੰਦਾ ਸੀ, ਅਸੀਂ ਉਦੋਂ ਨੰਬਰ ਹੋਣਾ ਆ, ਪਹਿਲਾਂ ਜਾਂ ਬਾਅਦ ਚ ਨਹੀਂ। ਜਦੋਂ ਕਬੱਡੀ ਟੂਰਨਾਮੈਂਟ ਹੁੰਦੇ ਆ ਨਾ, ਕਿੰਨੇ ਕਿਲੋ ਤੋਂ ਸ਼ੁਰੂ ਹੁੰਦਾ? 40 ਕਿਲੋ ਤੋਂ। ਅੱਜ ਦੀ ਤਰੀਕ 'ਚ 40 ਕਿਲੋ ਦੇ ਮੈਚ ਲੱਗਣੇ ਆ। ਕੱਲ ਨੂੰ 60 ਕਿਲੋ ਦੇ ਲੱਗਣੇ ਆ, ਪਰਸੋਂ 80 ਕਿਲੋ ਦੇ ਲੱਗਣੇ ਆ। 80 ਕਿਲੋ ਦਾ ਹੁੰਦਾ, ਇਹ ਤਾਂ ਬਹੁਤ ਹੈਵੀ ਹੋ ਜਾਣਾ ਹਨਾ, ਫਿਰ ਤਾਂ ਬਹੁਤ ਔਖਾ ਹੋ ਜਾਂਦਾ ਹੋਣਾ। ਤੇ ਜੇ ਹੁਣ 40 ਕਿਲੋ ਵਾਲਾ ਕਵੇ ਮੈਂ 80 ਕਿਲੋ ਵਾਲੇ ਦਿਨ ਘੁਲਣਾ, ਚੱਲ ਜਾਓ। ਜੇ 40 ਕਿਲੋ ਵਾਲਾ ਕਹੇ
ਵੀ ਭਾਜੀ ਮੈਂ ਅੱਜ ਵਿਹਲਾ ਨਹੀਂ ਗਾ, ਮੈਂ ਕੱਲੂ ਆਉਣਾ, ਤੇ ਅਗਲਾ ਕਹਿੰਦਾ ਜੀ ਕੱਲੂ ਤਾਂ 60 ਕਿਲੋ ਵਾਲਿਆਂ ਦਾ ਆ। ਨਹੀਂ ਜੀ, ਮੈਂ 60 ਕਿਲੋ ਵਾਲਿਆਂ ਨਾਲ ਖੇਡ ਲੈਣਾ। ਕੀ ਹੋਊਗਾ? ਗਰਾਊਂਡ 'ਚ ਦੰਦ ਵੀ ਨਹੀਂ ਲੱਭਣੇ ਉਹਦੇ। ਇਹੀ ਹਾਲ ਸਾਡਾ ਆ। ਪ੍ਰਭੂ ਜਦੋਂ ਸਾਨੂੰ ਨਮਰ ਹੁੰਦਾ ਵੇਖਣਾ ਚਾਹੁੰਦਾ, ਅਸੀਂ ਉਦੋਂ ਨਮਰ ਨਹੀਂ ਹੁੰਦੇ। ਅਸੀਂ ਉਦੋਂ ਨਮਰ ਹੁੰਦੇ ਜਦੋਂ ਦੂਜੇ ਦੀ ਤਿਆਰੀ ਹੁੰਦੀ, ਪ੍ਰਭੂ ਦੂਜੇ ਨੂੰ ਦੇਖਣਾ ਚਾਹੁੰਦਾ ਹੁੰਦਾ। ਕੱਲ ਮੇਰੀ ਵਾਰੀ ਸੀ, ਪ੍ਰਭੂ ਮੈਨੂੰ ਬੀਤੇ ਕੱਲ ਮੈਨੂੰ ਨਮਰ ਦੇਖਣਾ ਚਾਹੁੰਦਾ ਸੀ, ਮੈਂ ਨਹੀਂ ਹੋਇਆ। ਅੱਜ ਪ੍ਰਭੂ ਨੂੰ ਕਹਿਣ ਡਿਆ, ਪ੍ਰਭੂ ਮੈਂ ਤੇਰੇ ਕੋਲ ਨਮਰ ਹੋ ਜਾਣਾ। ਪ੍ਰਭੂ ਕਹਿੰਦਾ ਮੈਂ ਤੈਨੂੰ ਕੱਲ ਦੇਖਣਾ ਚਾਹੁੰਦਾ ਸੀ, ਮੈਂ ਕੱਲ ਤੈਨੂੰ ਦੇਖਣਾ ਚਾਹੁੰਦਾ ਸੀ, ਅੱਜ ਨਹੀਂ। ਤੇਰੀ ਵਾਰੀ ਕੱਲ ਸੀ। ਹਾਲੇਲੂਇਆ, ਤੇਰੀ ਵਾਰੀ ਕੱਲ ਸੀ। ਜਿਹੜੇ ਜਲ ਪਰਲੋ ਚ ਲੋਕ ਮਰੇ ਆ ਨਾ, ਪਰਮੇਸ਼ਵਰ ਨੇ ਉਹਨਾਂ ਨੂੰ ਸਮਾਂ ਦਿੱਤਾ ਸੀ, ਇੱਕ ਟਾਈਮ ਦਿੱਤਾ ਸੀ ਉਹਨਾਂ ਨੂੰ ਬਚਣ ਦੇ ਲਈ। ਪਰਮੇਸ਼ਵਰ ਨੇ ਨੂਹ ਨੂੰ ਕਿਹਾ ਬੇੜੀ ਬਣਾ। ਉਹ ਬੇੜੀ ਉਹਨੇ ਜਿੱਥੇ ਉਹ ਰਹਿੰਦਾ ਉੱਥੇ ਬਣਾਉਣੀ ਸ਼ੁਰੂ ਕੀਤੀ। ਸਮੁੰਦਰ ਦੇ ਕੰਢੇ, ਝੀਲ ਦੇ ਕੰਢੇ ਨਹੀਂ, ਉੱਥੇ ਬਣਾਉਣ ਦਾ ਮਤਲਬ ਉਹ ਬੇੜੀ ਪਰਮੇਸ਼ਵਰ ਦੇ ਪਵਿੱਤਰ ਕਲਾਮ ਨੂੰ ਦਰਸਾਉਂਦੀ ਆ। ਉਹ ਬੇੜੀ ਪਰਮੇਸ਼ਵਰ ਦੇ ਵਚਨ ਨੂੰ ਦਰਸਾਉਂਦੀ ਆ ਕਿ ਜਿੰਨਾ ਚਿਰ ਬੇੜੀ ਬਣ ਰਹੀ ਆ, ਲੋਕ ਪੁੱਛਣਗੇ ਕਿ ਇਹ ਕੀ ਕਰ ਰਿਹਾ। ਨੂਹ ਦੱਸੇਗਾ ਕਿ ਪਰਮੇਸ਼ਵਰ ਆਉਣ ਵਾਲੇ 40 ਦਿਨਾਂ ਨੂੰ ਜਲ ਪਰਲੋ ਲੈ ਕੇ ਆ ਰਿਹਾ, ਤੇ ਇਹ ਜਲ ਪਰਲੋ ਨਾਲ ਸਭ ਕੁਝ ਤੈਸ਼ ਨੈਸ਼ ਹੋ ਜਾਣਾ ਆ। ਉਹ ਪੁੱਛ ਸਕਦੇ ਸੀ ਵੀ ਬਚਣਾ ਕਿੱਦਾਂ ਆ। ਫਿਰ ਨੂਹ ਦੱਸਦਾ ਕਿ ਮੈਂ ਜਿਹੜੇ ਪਰਮੇਸ਼ਵਰ ਦੇ ਭਗਤ ਹੋਣਗੇ ਬੇੜੀ 'ਚ ਹੋਣਗੇ, ਬਾਕੀ ਬੇੜੀ ਤੋਂ ਬਾਹਰ ਹੋਣਗੇ। ਜਿਨ੍ਹਾਂ ਤੇ ਪਰਮੇਸ਼ਵਰ ਦੀ ਦਇਆ ਆ ਉਹ ਬੇੜੀ 'ਚ ਰਹਿਣਗੇ, ਜਿਨ੍ਹਾਂ ਤੇ ਉੱਤੇ ਪਰਮੇਸ਼ਵਰ ਦਾ ਕ੍ਰੋਧ ਆ ਬੇੜੀ ਤੋਂ ਬਾਹਰ ਰਹਿਣਗੇ, ਖਤਮ ਹੋ ਜਾਣਗੇ। ਉਹਨਾਂ ਲੋਕਾਂ ਨੇ ਪੁੱਛਿਆ ਜ਼ਰੂਰ ਕਿ ਕੀ ਕਰ ਰਹੇ ਆ। ਉਹਨਾਂ ਨੂੰ ਪਤਾ ਸੀ ਕਿ ਜਲ ਪਰਲੋ ਆਉਣ ਵਾਲੀ ਆ, ਪਰ ਉਹ ਦਿੱਤੇ ਹੋਏ ਸਮੇਂ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਉਹ ਝੁਕੇ ਨਹੀਂ, ਪਰਮੇਸ਼ਵਰ ਦੇ ਅੱਗੇ ਅਧੀਨ ਨਹੀਂ ਹੋਏ ਕਿ ਖੁਦਾ ਪਾਪੀ ਤਾਂ ਮੈਂ ਵੀ ਆ, ਗੁਨਾਹਗਾਰ ਤਾਂ ਮੈਂ ਵੀ ਆ, ਬੁਰਾਈ ਤਾਂ ਮੈਂ ਵੀ ਕਰਦਾ, ਮੈਂ ਵੀ ਗੰਦੇ ਮਾਰਗਾਂ ਉੱਤੇ ਤੁਰਿਆ ਫਿਰਦਾ ਆ, ਮੈਂ ਵੀ ਤੁਰੀ ਫਿਰਦੀ ਆ, ਮੈਂ ਵੀ ਚੁਗਲੀ ਨਿੰਦਿਆ ਕਰਦੀ ਆ। ਪਰਮੇਸ਼ਵਰ ਉਹਨੇ ਬਦਲੇ ਨਹੀਂ। ਇੰਨਾ ਜ਼ਰੂਰ ਪਤਾ ਸੀ ਕਿ ਜਲ ਪਰਲੋ ਆਉਣ ਵਾਲੀ ਹੈ, ਇੰਨਾ ਜ਼ਰੂਰ ਪਤਾ ਸੀ ਕਿ ਬੇੜੀ ਵਾਲੇ ਬਚਣੇ ਆ, ਬੇੜੀ ਤੋਂ ਬਾਹਰ ਵਾਲੇ ਮਰ ਜਾਣੇ ਆ। ਇੱਕ ਟਾਈਮ ਦਿੱਤਾ ਸੀ, ਤੇ ਉਸ ਟਾਈਮ 'ਚ ਸਾਨੂੰ ਤਾਂ ਹੁੰਦਾ ਵਿਆਹ ਖਾ ਲਈਏ, ਆਨੰਦ ਕਰ ਲਈਏ, ਸ਼ਾਂਤੀ ਪ੍ਰਾਪਤ ਇੱਥੋਂ ਕਰ ਲਈਏ, ਪੈਸਾ ਕਮਾ ਲਈਏ, ਵਿਦੇਸ਼ ਚਲ ਜਾਈਏ, ਡਾਕਟਰ ਬਣ ਜਾਈਏ, ਇੰਜੀਨੀਅਰ ਬਣ ਜਾਈਏ। ਤੈਨੂੰ ਖੁਦਾ ਨੇ ਇੱਥੇ ਸੱਦਿਆ ਆ, ਇੱਥੋਂ ਤੈਨੂੰ ਪਰਮੇਸ਼ਰ ਨੇ ਪਤਾ ਨਹੀਂ ਕਿੱਥੇ ਪਹੁੰਚਾ ਦੇਣਾ। ਹਾਲੇਲੂਇਆ, ਇੱਥੋਂ ਪਰਮੇਸ਼ਰ ਨੇ ਤੈਨੂੰ ਪਤਾ ਨਹੀਂ ਕਿੱਥੇ ਪਹੁੰਚਾ ਦੇਣਾ। ਅਸੀਂ ਸਮਾਂ ਗਵਾ ਲੈਂਦੇ ਹਾਂ, ਪਰ ਅੱਜ ਜੇ ਵਚਨ ਹੋਇਆ ਤੇ ਅੱਜ ਸਾਨੂੰ ਜ਼ਰੂਰਤ ਆ ਕਿ ਅਸੀਂ ਅੱਜ ਤੋਂ ਇੱਕ ਵਾਅਦਾ ਕਰ ਲਈਏ ਆਪਣੇ ਆਪ ਤੇ ਆਪਣੇ ਪਰਮੇਸ਼ਰ ਨਾਲ ਕਿ ਖੁਦਾ ਮੈਂ ਤੈਨੂੰ ਭਾਲ ਲਿਆ ਆ, ਮੈਂ ਤੈਨੂੰ ਲੱਭ ਲਿਆ ਕਿ ਇੱਕ ਕੇਵਲ ਤੂੰ ਹੀ ਆਪਣੇ ਇਕਲੌਤੇ ਪੁੱਤਰ ਨੂੰ ਮੇਰੀ ਮੁਕਤੀ, ਮੇਰੇ ਬਚਾਅ ਦਾ ਕਾਰਨ ਬਣਾ ਕੇ ਭੇਜਿਆ ਆ। ਮੇਰੇ ਪਾਪਾਂ ਦੀ ਮਾਫੀ ਕੇਵਲ ਤੇਰੇ ਪੁੱਤਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆ, ਤੇ ਸਵਰਗੋਂ ਸੁੱਖ ਵੀ ਮੈਨੂੰ ਤੇਰੇ ਪੁੱਤਰ ਯਿਸੂ ਦੇ ਨਾਮ 'ਚ ਹੀ ਮਿਲਣਾ ਆ। ਮੈਂ ਤੈਨੂੰ ਭਾਲ ਲਿਆ ਆ ਤੇ ਵਾਅਦਾ ਕਰ ਲਈ ਕਿ ਪ੍ਰਭੂ ਮੈਂ ਤੈਨੂੰ ਤੱਕਦਾ ਰਹਿਣਾ, ਹੁਣ ਮੈਨੂੰ ਤੱਕਦੀ ਰਹਿਣਾ ਆ, ਕਿਉਂਕਿ ਜਿੰਨਾ ਚਿਰ ਪਤਰਸ ਤੱਕਦਾ ਰਿਹਾ ਪਾਣੀਆਂ ਉੱਤੇ ਵੀ ਚੱਲਦਾ ਰਿਹਾ। ਤੇ ਜੇ ਕਹੀਏ ਜੀ ਅੱਜ ਪ੍ਰਾਰਥਨਾ ਕਰਕੇ ਚੱਲ ਜਾਣਾ, ਜਲ ਬਣਵਾ ਕੇ ਲੈ ਜਾਣਾ ਆ, ਇੱਥੋਂ ਤੇਲ ਬਣਾ ਕੇ ਲੈ ਜਾਣਾ ਆ, ਇੱਕ ਪ੍ਰਾਰਥਨਾ ਕਰਵਾ ਕੇ ਚੱਲ ਜਾਣਾ ਆ, ਫਿਰ ਜਦੋਂ ਜਲ ਖਤਮ ਹੋਊਗਾ ਫਿਰ ਬਹਾਨੇ ਨਾਲ ਆ ਜਾਵਾਂਗੇ। ਫਿਰ ਜਦੋਂ ਤੇਲ ਖਤਮ ਹੋ ਜਾਵੇਗਾ ਤਾਂ ਆ ਜਾਵਾਂਗੇ। ਜੇ ਦਾਸ ਨੇ ਨਾ ਬਣਾਇਆ, ਅੰਦਰੋਂ ਵਲੰਟੀਅਰਾਂ ਨੂੰ ਕਹਾਂਗੇ ਦਾਸ ਨੇ ਕਿਹਾ ਤੇਲ ਦੇ ਦਿਓ, ਜਲ ਦੇ ਦਿਓ, ਤਾਂ ਉਹਨਾਂ ਨੂੰ ਚੁੱਕ ਕੇ ਦੇ ਹੀ ਦੇਣਾ ਆ। ਜਲ ਤੇਲ ਨਾਲ ਕੁਛ ਨਹੀਂ ਹੋਣਾ। ਹਾਲੇਲੂਇਆ, ਨਾ ਜਲ ਨੇ ਮੁਕਤੀ ਦੇਣੀ ਆ, ਨਾ ਤੇਲ ਨੇ ਮੁਕਤੀ ਦੇਣੀ ਆ। ਜਲ ਤੇਲ ਨੇ ਮੁਕਤੀ ਨਹੀਂ ਦੇਣੀ, ਸਿਫਾਰਿਸ਼ਾਂ ਨਾਲ ਪ੍ਰਾਰਥਨਾ ਕਰਵਾਈ ਹੋਈ ਪ੍ਰਾਰਥਨਾ ਨੇ ਮੁਕਤੀ ਨਹੀਂ ਦੇਣੀ। ਪਹਿਲਾਂ ਸਾਡਾ ਰਿਸ਼ਤਾ ਖੁਦਾ ਨਾਲ ਹੋਏਗਾ, ਸਿਫਾਰਿਸ਼ ਫੇਰ ਹੀ ਚੱਲੇਗੀ। ਪਹਿਲਾਂ ਸਾਡਾ ਰਿਸ਼ਤਾ ਖੁਦਾ ਨਾਲ ਹੋਏਗਾ, ਸਾਡੀ ਕੌਮ ਜਿਹੜੀ, ਸਾਡੀ ਅੰਸ਼ ਜਿਹੜੀ ਹੈ ਫੇਰ ਹੀ ਬਚਾਈ ਜਾਵੇਗੀ। ਇਸ ਲਈ ਉਹਨੂੰ ਭਾਲ ਤਾਂ ਲਿਆ ਆ, ਹੁਣ ਤੱਕਣਾ ਸ਼ੁਰੂ ਕਰ ਦਿਓ ਤੇ ਤੱਕਦੇ ਤੱਕਦੇ ਨਮਰ ਰਹੋ। ਇਹ ਖੁਦਾ ਜੋ ਕਹਿ ਰਿਹਾ ਉਹਨੂੰ ਪੂਰਾ ਕਰਨਾ ਆ। ਜਿਹੜਾ ਵਚਨ ਦੇ ਅੱਗੇ ਨੰਬਰ ਨਹੀਂ ਆ, ਮੇਰੇ ਜਿੰਨਾ ਮਰਜ਼ੀ ਖੁਦਾ ਨੂੰ ਤੱਕੀ ਜਾਵੇ, ਕਦੀ ਵੀ ਖੁਦਾ ਦੀ ਆਸ਼ੀਸ਼ ਲੈ ਨਹੀਂ ਸਕਦਾ। ਮੇਰੇ ਇੱਕ ਖਿਆਲੀ ਪਲਾਓ ਨਹੀਂ ਆ, ਖਿਆਲੀ ਗੱਲਾਂ ਨਹੀਂ ਆ ਕਿ ਜਾਓ ਜੀ ਇੱਕ ਕਥਾ ਸੁਣਾ ਦਿੱਤੀ, ਅਸੀਂ ਕਥਾ ਸੁਣ ਲਈ। ਇਹ ਕਥਾ ਨਹੀਂ ਆ, ਇਹ ਖੁਦਾ ਦੀਆਂ ਗੱਲਾਂ ਆ, ਖੁਦਾ ਦਾ ਸੁਭਾਅ ਆ, ਉਹਨੇ ਕਿੱਦਾਂ ਕੰਮ ਕਰਨਾ ਆ। ਕਹਿੰਦਾ ਕਿ ਮੈਂ ਉਹਦੇ ਬੈਰੀਆਂ, ਉਹਦੇ ਵਿਰੋਧੀਆਂ ਨੂੰ ਮਾਰਾਂਗਾ, ਉਹਦੇ ਵੈਰੀਆਂ ਨੂੰ ਕੁੱਟਾਂਗਾ, ਉਹਦੇ ਵੈਰੀਆਂ ਨੂੰ ਕੁੱਟਾਂਗਾ। ਤੁਹਾਡੇ ਸਰੀਰ ਦੀ ਹਰ ਇੱਕ ਬਿਮਾਰੀ ਨੂੰ ਖੁਦਾ ਕੁੱਟੇਗਾ। ਜਦੋਂ ਦੋ ਦੋਸਤ ਲੜ ਪੈਂਦੇ, ਇੱਕ ਦੂਜੇ ਨੂੰ ਕੁੱਟਦੇ ਆ, ਮੁੜ ਕੇ ਮਿਲਦੇ ਨਹੀਂ ਜ਼ਿੰਦਗੀ ਭਰ। ਤੁਸੀਂ ਆਪਣੇ ਬੈਰੀਆਂ ਤੋਂ ਕੁੱਟ ਖਾਈ ਜਾ ਰਹੇ ਆ, ਬੈਰੀਆਂ ਤੋਂ ਕੁੱਟ ਖਾਈ ਜਾ ਰਹੇ, ਹਾਰੀ ਜਾ ਰਹੇ ਆ। ਲੇਕਿਨ ਖੁਦਾ ਕੀ ਕਹਿ ਰਿਹਾ, ਪਰਮੇਸ਼ਵਰ ਕੀ ਕਹਿ ਰਿਹਾ? ਕਹਿੰਦਾ ਮੈਂ ਤੇਰੇ ਬੈਰੀਆਂ ਨੂੰ ਕੁੱਟਾਂਗਾ, ਔਰ ਐਦਾਂ ਕੁੱਟੇਗਾ ਦੁਬਾਰਾ ਤੁਹਾਡੇ ਅੱਗੇ ਸਿਰ ਨਹੀਂ ਝੁਕ ਸਕਣਗੇ।
ਉਹ ਐਦਾਂ ਕੁੱਟੇਗਾ ਤੁਹਾਡੇ ਸਾਹਮਣੇ ਕੀ ਤੁਹਾਡੇ ਰਸਤੇ 'ਚ ਵੀ ਕਦੀ ਖੜੇ ਨਹੀਂ ਹੋਣਗੇ। ਚਾਹੇ ਉਹ ਬੈਰੀ ਕਰਜ਼ੇ ਦੇ ਰੂਪ 'ਚ ਹੋਣ, ਚਾਹੇ ਗਰੀਬੀ ਦੇ ਰੂਪ 'ਚ ਹੋਣ, ਚਾਹੇ ਨਸ਼ੇ ਦੇ ਰੂਪ ਦੇ ਵਿੱਚ ਹੋਣ, ਚਾਹੇ ਕਿਸੇ ਵੀ ਪਰੇਸ਼ਾਨੀ ਦੇ ਰੂਪ 'ਚ ਹੋਣ। ਜਿਹੜੇ ਵੀ ਤੁਹਾਡੇ ਬੈਰੀ ਆ, ਤੁਹਾਡੇ ਸਰੀਰ, ਤੁਹਾਡੇ ਪਰਿਵਾਰ, ਤੁਹਾਡੇ ਬਿਜ਼ਨਸ, ਤੁਹਾਡੇ ਦੇਸ਼ ਤੇ ਵਿਦੇਸ਼ ਦੀ ਤਰੱਕੀ 'ਚ ਜਿਹੜੇ ਬੈਰੀ ਆ, ਯਿਸੂ ਮਸੀਹ ਨੇ ਕਿਹਾ ਮੈਂ ਉਹਨਾਂ ਨੂੰ ਕੁੱਟਾਂਗਾ। ਕੀ ਕਰਾਂਗਾ? ਅੱਜ ਮਨ ਬਣਾ ਲਓ ਕਿ ਅੱਜ ਮੇਰੇ ਬੈਰੀਆਂ ਨੂੰ ਅੱਜ ਕੁੱਟ ਪੈਣੀ ਹੈ। ਅੱਜ ਮੇਰੇ ਵਿਰੋਧੀ ਲਤਾੜੇ ਜਾਣਗੇ। ਅੱਜ ਮੇਰਾ ਦੁਸ਼ਮਣ ਖਤਮ ਹੋਵੇਗਾ, ਕਿਉਂਕਿ ਮੈਂ ਯਿਸੂ ਮਸੀਹ ਨੂੰ ਕੇਵਲ ਦੇਖਣ ਵਾਲੀ, ਤੱਕਣ ਵਾਲੀ ਨਹੀਂ, ਬਲਕਿ ਉਹਦੇ ਅੱਗੇ ਨਮਰ ਹੋਣ ਵਾਲਾ ਵੀ ਆ। ਹਾਲੇਲੂਇਆ। ਅੱਜ ਤੁਹਾਡੇ ਬੈਰੀ ਨੂੰ ਮਾਰ ਪੈਣ ਵਾਲੀ ਆ। ਕਿੰਨੇ ਲੋਕ ਮੰਨਦੇ ਕਿ ਅੱਜ ਮੇਰੇ ਬੈਰੀ ਨੂੰ ਮਾਰ ਪੈਣੀ ਆ? ਕਿੰਨੇ ਲੋਕ ਮੰਨਦੇ ਆ ਕਿ ਅੱਜ ਸਾਡਾ ਵਿਰੋਧੀ ਸ਼ਰਮਿੰਦਾ ਹੋਵੇਗਾ, ਕਿਉਂਕਿ ਮੇਰੇ ਯਿਸੂ ਮਸੀਹ ਨੇ ਵਾਅਦਾ ਕੀਤਾ ਹੈ। ਆਮੀਨ, ਆਮੀਨ। ਬਸ ਇੱਕ ਗੱਲ ਨੂੰ ਫੜ ਲਵੋ, ਫਿਰ ਪੜਾਂਗੇ ਅਸੀਂ 34 ਅਧਿਆਇ ਉਹਦੀ 4 ਤੋਂ ਸਮਾਪਤ ਕਰਾਂਗੇ। ਮੈਂ ਯਹੋਵਾ ਨੂੰ ਭਾਲਿਆ ਅਤੇ ਉਸਨੇ ਮੈਨੂੰ ਉੱਤਰ ਦਿੱਤਾ ਅਤੇ ਪੰਜ ਆਇਤ, ਉਹਨਾਂ ਨੇ ਉਹਦੀ ਵੱਲ ਤੱਕਿਆ ਅਤੇ ਉਜਲੇ ਹੋ ਗਏ। 6 ਆਇਤ। ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾ ਨੇ ਸੁਣਿਆ। ਮੈਂ ਪਰਮੇਸ਼ਰ ਨੂੰ ਭਾਲਿਆ, ਮੈਨੂੰ ਉੱਤਰ ਦਿੱਤਾ, ਮੈਂ ਉਹਨੂੰ ਤੱਕਿਆ, ਮੈਂ ਉਜਲਾ ਹੋ ਗਿਆ, ਮੈਂ ਨੀਵਾਂ ਹੋਇਆ ਤੇ ਪਰਮੇਸ਼ਰ ਨੇ ਮੇਰੀ ਸੁਣ ਲਈ। ਦਾਊਦ ਕਹਿੰਦਾ ਮੈਂ ਨੀਵਾਂ ਹੋਇਆ, ਨੀਵਾਂ ਹੋ ਕੇ ਉਹਨੂੰ ਭਾਲ ਲਿਆ। ਜਦ ਤੱਕ ਉਹ ਔਰਤ ਨੀਵੀਂ ਨਹੀਂ ਹੋਈ, ਤਦ ਤੱਕ ਖੁਦਾ ਨੇ ਕਿਰਪਾ ਵੀ ਨਹੀਂ ਕੀਤੀ। ਉਹ ਕਹਿੰਦੀ ਕਿ ਬਾਲਕਾਂ ਦੇ ਟੇਬਲਾਂ ਤੋਂ ਡਿੱਗਣ ਵਾਲੇ ਝੂਰੇ ਭੂਰੇ ਵੀ ਕਤੂਰੇ ਖਾਣਗੇ। ਨੀਵੀਂ ਹੋ ਗਈ, ਨਮਰ ਹੋ ਗਈ, ਹਰ ਗੱਲ ਸਹਿਣ ਵਾਲੀ ਹੋ ਗਈ, ਤੇ ਖੁਦਾ ਨੇ ਉਸੇ ਵੇਲੇ ਕਿਰਪਾ ਕੀਤੀ। ਕਹਿੰਦਾ ਜਾ, ਕੱਲੀ ਕੁੜੀ ਦੀ ਆਸ਼ੀਸ਼ ਨਹੀਂ ਦਿੱਤੀ ਠੀਕ ਹੋਣ ਦੀ, ਕਹਿੰਦਾ ਜੋ ਤੂੰ ਚਾਹੁੰਦੀ ਤੇਹਾ ਹੀ ਤੇਰੇ ਨਾਲ ਹੋਵੇ। ਜੇ ਉਹ ਉਸ ਵੇਲੇ ਸਰੀਰਕ ਹੁੰਦੀ, ਉਹ ਕਹਿ ਸਕਦੀ ਸੀ ਮੈਂ ਸੋਨੇ ਦੇ ਸਾਈਕਲ ਤੇ, ਸੋਨੇ ਦੇ ਰੱਥ ਤੇ ਜਾਣਾ। ਉਸ ਵੇਲੇ ਸੋਨੇ ਦਾ ਰੱਥ, ਸੋਨੇ ਦਾ ਸਾਈਕਲ ਖੜਾ ਹੋ ਸਕਦਾ ਸੀ ਉੱਥੇ, ਕਿਉਂਕਿ ਉਹਨੇ ਕਿਹਾ ਸੀ ਪ੍ਰਭੂ ਨੇ ਕਿ ਜੇ ਹਾਂ ਤੂੰ ਚਾਹੁੰਦੀ ਆ ਤੇਹਾ ਹੀ ਹੋਵੇ। ਪਰ ਹੋਵੇ ਕਿਹਦੇ ਨਾਲ? ਜਿਹੜਾ ਖੁਦਾ ਨੂੰ ਤੱਕਦਾ ਰਹਿੰਦਾ ਆ, ਭਾਲਦਾ ਰਹਿੰਦਾ, ਆਪਣੇ ਜੀਵਨ ਦੀਆਂ ਗੱਲਾਂ, ਆਪਣੇ ਸੋਚਾਂ ਤੋਂ ਵੀ ਪਰਮੇਸ਼ਰ ਨੂੰ ਭਾਲਦਾ ਰਹਿੰਦਾ ਕਿ ਮੇਰਾ ਖੁਦਾ ਮੇਰੇ ਨਾਲ ਆ, ਕਿਤੇ ਵੱਖਰਾ ਨਾ ਹੋ ਜਾਵੇ। ਗਲਤ ਸੋਚ, ਗਲਤ ਗੱਲਾਂ, ਗਲਤ ਖਿਆਲਾਂ ਦੇ ਨਾਲ ਵੱਖਰਾ ਨਾ ਹੋ ਜਾਵੇ। ਭਾਲਦਾ ਰਹਿੰਦਾ ਆਪਣੀ ਹਰ ਗੱਲ ਵਿੱਚ, ਭਾਲਦਾ ਰਹਿੰਦਾ ਆਪਣੀ ਹਰ ਸੋਚ ਵਿੱਚ ਕਿ ਖੁਦਾ ਇਹਦੇ ਵਿੱਚ ਵੀ ਆ, ਇਸ ਮੇਰੀ ਗੱਲ ਵਿੱਚ ਵੀ ਆ, ਖੁਦਾ ਮੇਰੇ ਇਸ ਸੁਭਾਅ ਦੇ ਵਿੱਚ ਹੈਗਾ ਆ। ਤੇ ਮੇਰੇ ਜੋ ਲਿਖਿਆ ਗਿਆ, ਨਾ ਉਹ ਸ਼ਰਮਿੰਦੇ ਹੋਣਗੇ, ਨਾ ਉਹ ਬਿਮਾਰ ਹੋਣਗੇ, ਨਾ ਹੀ ਮੇਰੇ ਜੋ ਉਹ ਕਿਸੇ ਡਰ ਭੈ ਦੇ ਵਿੱਚ ਜ਼ਿੰਦਗੀ ਬਤੀਤ ਕਰਨਗੇ। ਅੱਜ ਇੱਕ ਗੱਲ ਪੱਲੇ ਬੰਨ ਲਓ ਕਿ ਖੁਦਾ ਨੂੰ ਭਾਲ ਲਿਆ ਆ, ਬਸ ਹੁਣ ਤੱਕਦੇ ਰਹਿਣਾ ਆ। ਤੇ ਜ਼ਿੰਦਗੀ ਦੇ ਇਸ ਯੁੱਧ ਵਿੱਚ, ਜ਼ਿੰਦਗੀ ਦੇ ਵਿੱਚ ਇਸ ਮਹਾ ਸਾਗਰ ਦੇ ਉੱਤੇ ਅਸੀਂ ਬਹੁਤ ਸੋਹਣਾ ਪਾਰ ਲੰਘ ਜਾਣਾ ਆ।